ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੇ ਇਲਾਜ ਕਿਵੇਂ ਕਰਨੇ ਆ, ਦੇਸੀ ਇਲਾਜ ਦੀਆਂ ਗੱਲਾਂ ਕਰਦੇ ਹਾਂ। ਇਹਨਾਂ ਪ੍ਰੋਗਰਾਮਾਂ ਤੋਂ ਹੀ ਆਪਾਂ ਨੂੰ ਬਹੁਤਿਆਂ ਨੂੰ ਆਰਾਮ ਆਇਆ, ਬਹੁਤੀਆਂ ਬਿਮਾਰੀਆਂ ਤੋਂ ਆਪਾਂ ਛੁਟਕਾਰਾ ਵੀ ਪਾਇਆ। ਕਿਸੇ ਦੀਆਂ ਦਵਾਈਆਂ ਘੱਟ ਹੋ ਗਈਆਂ, ਕਿਸੇ ਨੂੰ ਬਿਲਕੁਲ ਹੀ ਆਰਾਮ ਆ ਗਿਆ, ਕਈਆਂ ਨੂੰ ਡਾਕਟਰ ਨੇ ਜਵਾਬ ਦਿੱਤਾ ਸੀਗਾ ਕਿ ਨਹੀਂ ਇੱਦਾਂ ਨਹੀਂ ਹੋਊਗੀ, ਤੁਹਾਡੇ ਟੀਕੇ ਹੀ ਲੱਗਣਗੇ ਜਾਂ ਤੁਹਾਡੀ ਚੀਰ ਪਾੜ ਹੋਊਗੀ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ, ਪਰ ਉਸ ਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜਦੋਂ ਫੀਡਬੈਕ ਦਊਂਗੇ ਤਾਂ ਫੇਰ ਹੀ ਪਤਾ ਲੱਗੇਗਾ ਬਾਕੀਆਂ ਨੂੰ ਵੀ ਹਾਂ ਇਹ ਚੀਜ਼ਾਂ ਕੰਮ ਕਰਦੀਆਂ। ਬਹੁਤ ਸਾਰੇ ਲੋਕ ਆ ਉਹ ਗੋਲੀਆਂ ਦੇ ਫੱਕੇ ਮਾਰਦੇ ਰਹਿੰਦੇ ਆ, ਪਰ ਉਹ ਇਹ ਨਹੀਂ ਸੋਚਦੇ ਕਿ ਅਸੀਂ ਇਹਨੂੰ ਹੌਲੀ ਹੌਲੀ ਆਪਣੇ ਸਰੀਰ ਨੂੰ ਠੀਕ ਕਰ ਲਈਏ। ਅਤੇ ਤੁਸੀਂ ਕਾਲ ਕਰਕੇ ਆਪਣੀ ਫੀਡਬੈਕ ਦੇਣੀ ਆ, ਜੇ ਕੁਛ ਪੁੱਛਣਾ ਆ, ਜੇ ਕੁਛ ਦੱਸਣਾ ਆ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਜਦੋਂ ਤੁਸੀਂ ਕਾਲ ਕਰਕੇ ਕਿਸੇ ਨੂੰ ਦੱਸੋਗੇ ਤੁਸੀਂ ਭਲਾ ਕਰ ਰਹੇ ਹੋਵੋਗੇ, ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰਨਾ ਚਾਹੀਦਾ ਆ। ਸਾਡੇ ਕੋਲ ਵੈਸੇ ਡਾਕਟਰ ਨਹੀਂ ਕੋਈ ਵੀ ਹੁੰਦਾ ਜਿਹਦੇ ਕੋਲ ਕੋਈ ਆਯੁਰਵੈਦਿਕ ਦਾ ਲਾਇਸੈਂਸ ਹੋਵੇ ਜਾਂ ਕੋਈ ਦਵਾਈਆਂ ਵੇਚਦਾ ਹੋਵੇ। ਇਹ ਪ੍ਰੋਗਰਾਮ ਪਿਛਲੇ 10 ਸਾਲਾਂ ਤੋਂ ਇਹ ਤੁਹਾਡੇ ਲਈ ਲਿਆਂਦਾ ਜਾਂਦਾ ਆ ਅਤੇ ਇਸ ਦਾ ਤੁਸੀਂ ਫਾਇਦਾ ਵੀ ਉਠਾਉਂਦੇ ਆ। ਅਤੇ ਇਸ ਨੂੰ ਦੁਬਾਰਾ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਆ, ਕਿਉਂਕਿ ਕਈ ਵਾਰ ਤੁਹਾਡਾ ਟਾਈਮ ਨਹੀਂ ਲੱਗਦਾ ਜਾਂ ਤਾਂ ਲਿਖਿਆ ਨਹੀਂ ਜਾਂਦਾ। ਅੱਧਾ ਪਚੱਧਾ ਤੁਸੀਂ ਅੱਜ ਲਿਖ ਦਿੰਦੇ ਆ ਅਤੇ ਫਿਰ ਤੁਸੀਂ YouTube ਤੋਂ ਜਾਂ ਤੁਸੀਂ ਜਿਹੜੇ ਰਿਪੀਟ ਹੁੰਦੇ ਆ ਉਹਨਾਂ ਤੋਂ ਵੀ ਲਿਖ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਵਾਈਫਾਈ ਰੇਡੀਓ ਸੈੱਟ ਆ ਜਿਹੜੇ ਦੂਰ ਦਰੇਡੇ ਰਹਿੰਦੇ ਆ, ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਆ। ਆਪ ਸਭ ਦਾ ਹੀ ਸਵਾਗਤ ਕਰਦੇ ਹਾਂ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 408-272-5200। ਗੁਰਚਰਨ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਫੰਗਸ ਦੇ ਆ ਜੀ, ਮੈਂ ਪੈਰਾਂ ਨੂੰ ਹੋ ਗਈ ਆ ਤੇ ਇਲਾਜ ਦੱਸਣਾ ਜੀ। ਫੰਗਸ ਹੋ ਗਈ ਹੈ ਨੋਹਾਂ ਨੂੰ, ਪੈਰਾਂ ਨੂੰ? ਠੀਕ ਹੈ, ਹਾਂਜੀ ਠੀਕ ਹੈ ਜੀ, ਸੁਣਦੇ ਰਹੋ। ਫੰਗਸ ਤੋਂ ਵੈਸੇ ਬਹੁਤ ਵਾਰੀ ਦੱਸਿਆ ਵੀ ਗਿਆ ਕਿ ਫੰਗਸ ਤੋਂ ਕੀ ਲੈਣਾ ਹੈ ਤੁਸੀਂ। ਫੰਗਸ ਤੋਂ ਦੱਸਿਓ ਜੇ ਕਿਸੇ ਨੇ ਆਪਣਾ ਇਲਾਜ ਕੀਤਾ ਹੋਇਆ ਤੇ। ਬਲਵਿੰਦਰ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਖੰਘ ਹੋਈ ਸੁੱਕੀ, ਗਲ 'ਚ ਰੇਸ਼ਾ ਰਹਿੰਦੀ, ਬਾਹਰ ਨਹੀਂ ਆ ਰਹੀ। ਇਹਦਾ ਇਲਾਜ ਪੁੱਛਣਾ। ਦੂਜਾ, ਜਿੱਦਾਂ ਸਕਿਨ ਦੇ ਉੱਤੇ ਨਿਸ਼ਾਨ ਜਿਹੇ ਪੈਂਦੇ ਮੌਕੇ ਚਿੱਟੇ ਸਕਿਨ ਕਲਰ ਦੇ, ਠੀਕ ਹੈ, ਬਾਹਾਂ ਤੇ ਲੱਤਾਂ ਤੇ ਗਿੱਟਿਆਂ ਤੇ। ਠੀਕ ਹੈ, ਜਗਵੀਰ ਭਾਰੀ ਦੇ ਪੰਜਾਬੀ ਸਰੋਤੇ ਜ਼ਰੂਰ ਦੱਸਣ ਹੈ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਯਾਦ ਰੱਖ ਲਿਆ ਕਰੋ ਕਿਸੇ ਨੇ ਕਿਹੜੀ ਬਿਮਾਰੀ ਬਾਰੇ ਪੁੱਛਿਆ ਆ ਕਿ ਜਿਹੜਿਆਂ ਦੇ ਬਾਰੇ ਦੱਸਿਆ ਗਿਆ ਹੁੰਦਾ, ਅਤੇ ਤੁਸੀਂ ਜ਼ਰੂਰ ਦੱਸ ਸਕਦੇ ਹੋ ਉਹਦੇ ਬਾਰੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜੀਤ ਸਿੰਘ ਜੀ ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਆਂਡੇ ਖਾ ਲਿਆ ਜੀ, ਕਦੇ ਨਾ 2-3 ਦਿਨ ਖਾ ਲਿਆ, ਲਾਲ ਗਿਲਟ ਜਾਂ ਵਿੱਚੇ ਖਾ ਲਿਆ। ਕੀ ਖਾ ਲਿਆ? ਆਂਡੇ। ਠੀਕ ਹੈ। ਹਾਂਜੀ, ਉਹ ਅੱਗੇ ਮੈਂ ਖਾਂਦਾ ਉਬਾਲ ਕੇ ਭੁਰਜੀ ਬਣਾ ਕੇ ਖਾ ਲਿਆ। 2-3 ਦਿਨ ਖਾ ਲਿਆ। ਮੇਰੀ ਲੱਤ ਇੰਨੀਆਂ ਦੁਖਦੀਆਂ, ਖੁੱਚਾ ਜਿਹੀ ਜਾਂਦੀ, ਲੱਤ ਜਿਹੜੀ ਪਿੰਨੀ ਆ ਆਕੜੇ ਗਈ ਦਾ ਡਾਲਾ ਗੁੱਛਾ ਹੋ ਜਾਂਦਾ, ਪੱਟ ਕੋਲ ਚੀਜ਼ ਜਾਂਦੀ ਉੱਪਰਲੇ ਪਾਸੇ ਮੂਹਰੇ। ਠੀਕ ਹੈ। ਇਹਦਾ ਕੋਲ ਇਲਾਜ ਦੱਸੋ ਮੈਨੂੰ, ਮੇਰੀ ਜਾਨ ਨੂੰ ਬਚਾ। ਤੁਸੀਂ ਆਂਡੇ ਪਹਿਲੀ ਵਾਰ ਨਹੀਂ ਖਾਧੇ? ਨਹੀਂ, ਅੱਗੇ ਸਾਲ ਖਾਧੇ ਸੀਗੇ। ਉਹ ਮੈਂ ਖਾ ਲਿਆ ਕਿਸੇ ਦੇ ਕੈਸੇ ਵਿੱਚ ਮਾਰ ਕੇ ਖਾ ਸਕਾਂ। ਮੈਂ ਪਿਛਲਾ ਲਾਲ ਗੋਲਾ ਜਿਹਾ ਖਾ ਲਿਆ, ਪਹਿਲਾਂ ਮੈਂ ਉੱਦਾਂ ਖਾਂਦਾ ਹੁੰਦਾ ਸੀਗਾ। ਠੀਕ ਹੈ, ਠੀਕ। ਉਹ ਮੈਂ ਉਹਦੇ ਕਹਿਣਾ ਲਾਲ ਜਿਹਾ ਗੋਲਾ ਜਿਹਾ ਖਾ ਲਾ। 15 ਦਿਨ ਦੀ ਲੱਤ ਮੇਰੀ ਇੰਨਾ ਦੁਖਣ ਲੱਗੀ, ਮੈਂ ਸਾਲ ਭਰ ਬਹੁਤ ਦੁਖੀ ਰਿਹਾ। ਉਹਦਾ ਖਾਣ ਤੇ ਛੱਡ ਦਿੱਤਾ। ਠੀਕ ਹੈ। ਫਿਰ ਮੈਂ ਮਾਰ ਕੇ ਖਾਂਦਾ ਰਿਹਾ। ਠੀਕ ਹੈ, ਪੁੱਛ ਲੈਂਦੇ ਆਪਾਂ। ਹਾਂ, ਪੁੱਛ ਕੇ ਦੱਸਿਓ। ਠੀਕ ਹੈ ਜੀ, ਠੀਕ ਹੈ। ਕਿਸੇ ਦੇ ਕਹਿਣ 'ਤੇ ਕੁਛ ਨਾ ਖਾਇਆ ਕਰੋ, ਜੋ ਜੀ ਕਰਦਾ ਹੈ ਖਾਇਆ ਕਰੋ। ਬਹੁਤ ਸਾਰੀ ਦੁਨੀਆ ਹੈ ਜਿਹੜੀ ਉਹ ਖਾਂਦੀ ਆ ਅੰਡੇ, ਪਰ ਕਈ ਵਾਰੀ ਨਾ ਖਾਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਆ। ਵੱਡੀ ਪ੍ਰੋਬਲਮ ਸਾਨੂੰ ਖਾਣ ਵਾਲੀਆਂ ਚੀਜ਼ਾਂ ਤੋਂ ਹੀ ਹੁੰਦੀ ਆ। ਕੋਈ ਜ਼ਰੂਰੀ ਨਹੀਂ ਹੈਗਾ ਹੁਣ ਇੱਕ ਬੰਦਾ ਕਹਿੰਦਾ ਵੀ ਆਂਡਿਆਂ ਦੇ ਵਿੱਚ ਕੀ ਆ, ਇਹ ਹੋ ਹੀ ਨਹੀਂ ਸਕਦਾ। ਮੈਨੂੰ ਲੱਗਦਾ ਕਿ 95% ਲੋਕ ਸੋਚਦੇ ਹੋਣਗੇ ਨਹੀਂ ਆਂਡਿਆਂ ਨਾਲ ਨਹੀਂ ਹੋਇਆ। ਇਹ ਕਈ ਵਾਰੀ ਖਾਣ ਖੂਣ ਵਾਲੀਆਂ ਚੀਜ਼ਾਂ ਆ, ਕਿਸੇ ਦੀ ਬੋਡੀ ਦੇ ਫਿੱਟ ਬਹਿੰਦੀਆਂ, ਕਿਸੇ ਦੇ ਨਹੀਂ ਬਹਿੰਦੀਆਂ। ਤੁਸੀਂ ਖਾ ਕੇ ਛੱਡੇ ਮੁੜ ਕੇ ਖਾਣ ਲੱਗੇ ਆ, ਸੋ ਹੋ ਵੀ ਸਕਦਾ ਅਤੇ ਜ਼ਰੂਰੀ ਵੀ ਨਹੀਂ ਗਾ। ਪਰ ਤੁਹਾਡੀਆਂ ਲੱਤਾਂ ਬਹੁਤ ਜ਼ਿਆਦਾ ਦੁਖਦੀਆਂ ਆ, ਉਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਦੱਸਿਓ। ਖੁੱਚਾਂ ਦੁਖਦੀਆਂ, ਖੁੱਚਾਂ, ਅਤੇ ਉਹਨਾਂ ਦੀ ਵੈਸੇ ਮਾਲਸ਼ ਕਰਿਆ ਕਰੋ। ਪਰ ਹੋਰ ਵੀ ਪੁੱਛ ਲੈਂਦੇ ਹਾਂ। ਪਲਵਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਫਰੀਦਕੋਟ ਵਾਲੇ ਬੋਲਦੇ ਸੀ ਜੀ। ਜੀ। ਤੇ ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਵੀ ਮੇਰੀ ਬੇਟੀ ਆ 35 ਸਾਲ ਦੀ, ਤੇ ਉਹ ਨਰਸਿੰਗ ਦੀ ਜੋਬ ਕਰਦੀ ਹੈ। ਜੋਬ ਤਾਂ ਰਾਤ ਦੀ ਕਰਦੀ ਹੈ, ਫਿਰ ਦਿਨੇ ਸੌਂ ਵੀ ਜਾਂਦੀ ਉੱਦਾਂ ਆ ਕੇ। ਤੇ ਉਹ ਜਦੋਂ ਘਰੇ ਹੁੰਦੀ ਆ ਤਾਂ ਉਹਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਦਾ ਹੈ, ਤੇ ਜਦੋਂ ਡਾਕਟਰ ਦੇ ਜਾਂਦੀ ਹੈ ਤੇ ਉਹ ਨੋਰਮਲ ਹੁੰਦਾ। ਉਹਦਾ ਉਲਟਾ ਆ, ਜਦੋਂ ਲੋਕੀ ਡਾਕਟਰ ਦੇ ਜਾਂਦੇ ਉਦੋਂ ਜ਼ਿਆਦਾ ਹੁੰਦਾ ਆ।
ਨਹੀਂ ਉਹਦਾ ਠੀਕ ਹੁੰਦਾ ਉੱਥੇ। ਅੱਛਾ। ਹਾਂਜੀ, ਉੱਥੇ ਠੀਕ ਹੁੰਦਾ ਤੇ ਘਰੇ ਤੇ ਫਿਰ ਉਹ ਡਾਕਟਰ ਜਦੋਂ ਕਿੰਨਾ ਚਿਰ ਹੀ ਹੋਇਆ ਲੱਗਿਆ ਨੂੰ ਉਹਨੂੰ, ਉਹ ਡਾਕਟਰ ਹੈਗਾ ਗੁਰਸਿੱਖ ਬੰਦਾ, ਉਹ ਛੇਤੀ ਕਿਤੇ ਦਵਾਈ ਨਹੀਂ ਲਾਉਂਦਾ ਹੈਗਾ। ਤੇ ਉਹ ਕਹਿੰਦਾ ਵੀ ਭੈਣ ਕਹਿੰਦਾ ਮੈਨੂੰ ਦੇਖ ਲੈਣ ਦੋ ਵੀ ਚੈੱਕ ਚੁੱਕ ਕਰਕੇ। ਉਹਨੇ ਫਿਰ ਦੇਖਿਆ, ਉਹ ਕਹਿੰਦਾ ਤੁਹਾਨੂੰ ਐਂਗਜ਼ਾਇਟੀ ਆ। ਹਾਂ, ਇਹ ਵੀ ਆ। ਤੇ ਉਹਦੇ ਕਰਕੇ ਤੁਹਾਡਾ ਵਾਧਾ। ਫਿਰ ਉਹ ਕਹਿੰਦਾ ਵੀ ਮੈਨੂੰ ਹੁਣ ਮਜਬੂਰੀ ਤੁਹਾਨੂੰ ਐਂਗਜ਼ਾਇਟੀ ਦੀ ਗੋਲੀ ਤੁਸੀਂ ਸੌਂਦੇ ਨਹੀਂ ਹੈਗੇ। ਤੇ ਉਹ ਹੁਣ ਸੌਂ ਵੀ ਜਾਂਦੀ ਜਾਂ ਕਿੱਦਾਂ, ਪਰ ਬਲੱਡ ਪ੍ਰੈਸ਼ਰ ਠੀਕ ਨਹੀਂ ਹੁੰਦਾ ਪਿਆ। ਉਹ ਵੀ ਚਾਹੁੰਦਾ ਵੀ ਤੁਸੀਂ ਕੋਈ ਹੋਮ ਰੈਮਡੀਆਂ ਨਾਲ ਹੀ ਤੁਸੀਂ ਠੀਕ ਹੋਵੋ। ਪ੍ਰੋਬਲਮ ਤੇ ਪਲਵਿੰਦਰ ਜੀ ਇਹ ਆ ਵੀ ਘਰ ਦੇ ਵਿੱਚ ਤਾਂ ਲੋਕਾਂ ਦਾ ਠੀਕ ਹੋ ਜਾਂਦਾ, ਘਰ ਸਿਆਣੇ ਹੁੰਦੇ ਆ, ਨਿਆਣੇ ਹੁੰਦੇ ਆ, ਤੇ ਉਹਨਾਂ ਦਾ ਹਾਈ ਕਿਉਂ ਹੁੰਦਾ? ਹਾਂਜੀ, ਵੀ ਇਹੀ ਆ। ਮੈਂ ਕਿਹਾ ਕੋਈ ਬਲੋਕ ਬਲੂਕ ਨਾ। ਹੁਣ ਉਹ ਕਹਿੰਦਾ ਸੀ 1 ਹਫ਼ਤਾ ਹੋਰ ਦੇਖ ਲਓ ਤੇ ਫਿਰ ਮੈਂ ਕੁਛ ਹੋਰ ਸੋਚਦਾ ਆ। ਤੇ ਅੱਗੇ ਵੀ ਜਿੱਦਾਂ ਐਮਰਜੈਂਸੀ ਵੀ ਗਈ ਸੀ, ਕਾਈਜ਼ਰ ਦੀ ਇੰਸ਼ੋਰੈਂਸ ਆ ਦੀ, ਉਦੋਂ ਵੀ ਉਹਨਾਂ ਨੇ ਚੈੱਕਅਪ ਕੀਤਾ, CT ਸਕੈਨ ਸਭ ਕੁਛ ਕੀਤਾ ਵੀ ਸ਼ਾਇਦ ਕੋਈ ਕਲੌਟ ਵਗੈਰਾ ਨਾ ਹੋਵੇ, ਤੇ ਪਰ ਕੁਛ ਨਹੀਂ ਸੀਗਾ। ਤੇ ਉਹ ਕਲੌਟ ਨੇ ਘਰ ਆਣ ਕੇ ਥੋੜੀ ਉੱਭਰਨਾ ਹੈ। ਨਹੀਂ ਉਹ ਹੈ ਨਹੀਂ ਸੀਗਾ ਵੈਸੇ। ਹੈ ਨਹੀਂ। ਹਾਂਜੀ, ਉਹ ਚੈੱਕ ਕੀਤਾ ਸੀ, ਡਾਇਗਨੋਸ। ਮੈਂ ਕਿਹਾ ਵੀ ਮੈਂ ਤਾਂ ਰੇਡੀਓ ਸੁਣਦੀ ਹਾਂ, ਮੈਂ ਕਿਹਾ ਮੈਂ ਤਾਂ ਤੈਨੂੰ ਬਥੇਰੀਆਂ ਦਵਾਈਆਂ ਦੱਸ ਦਊਂਗੀ, ਮੈਂ ਕਿਹਾ ਦੇਸੀ। ਤੇ ਬਾਕੀ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਇਹਦੇ ਬਾਰੇ ਵੀ ਐਂਗਜ਼ਾਇਟੀ ਨਾਲ ਜਿਹੜਾ ਬਲੱਡ ਪ੍ਰੈਸ਼ਰ ਵੱਧਦਾ ਉਹ ਕਿੱਦਾਂ ਠੀਕ ਹੋਊਗਾ। ਉਹਦਾ ਇਲਾਜ ਉਹਦੇ ਕੋਲ ਆਪਣੇ ਕੋਲ ਆਪਾਂ ਪੁੱਛ ਲੈਂਦੇ। ਹਾਂਜੀ, ਓਕੇ, ਥੈਂਕ ਯੂ ਭੈਣ ਜੀ, ਥੈਂਕ ਯੂ। ਇਹ ਜਿਹੀਆਂ ਜਿਹੜੀਆਂ ਨਾ ਅਲਾਮਤਾਂ ਆ, ਇਹ ਤੁਹਾਡੇ ਆਪਣੇ ਕੋਲ ਆ। ਤੁਸੀਂ ਤੁਹਾਡਾ ਸੋਚਣ ਦਾ ਢੰਗ, ਤੁਹਾਡਾ ਰਹਿਣ ਸਹਿਣ ਦਾ, ਇਹ ਤੁਹਾਡੇ ਆਪਣੇ 'ਤੇ ਹੈਗਾ। ਲਾਈਫ ਸਟਾਈਲ ਚੇਂਜ ਕਰਨਾ ਪਊਗਾ। ਸੋ ਬਹੁਤਾ ਸੋਚਣਾ ਛੱਡੋ, ਕੰਮ ਕਰੀ ਜਾਣਾ ਆ, ਕੰਮ ਦੇ ਪੈਸੇ ਮਿਲ ਜਾਣੇ ਆ, ਆਪਣੇ ਜੀਵਨ ਜਿਹੜੇ ਉਹ ਚੱਲੀ ਜਾਣੇ ਆ। ਤੇ ਪ੍ਰੋਬਲਮ ਤਾਂ ਹੁੰਦੀ ਆ ਪਰ ਆਪਣੇ ਅੰਦਰੋਂ ਹੀ ਹੁੰਦੀ। ਜਸਵਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ੍ਰੀ ਅਕਾਲ। ਤੇ ਮੈਂ ਪੁੱਛਦੀ ਹਾਂ, ਇੱਕ ਮੇਰੀ ਫਰੈਂਡ ਆ, ਉਹ ਕਹਿੰਦੀ ਵੀ ਉਹਨਾਂ ਦੇ ਕੋਈ ਹੈਗਾ ਆ 55 ਕੁ ਸਾਲ ਦਾ ਬੰਦਾ ਆ, ਸ਼ਾਇਦ ਜਾਮ ਬੀਬੀ ਹੋਗੀ। ਕਹਿੰਦੇ ਉਹਦੇ ਢਿੱਡ 'ਚ ਹੈ ਨਾ ਪਾਣੀ ਜਿੱਦਾਂ ਭਰ ਜਾਂਦਾ ਆ ਤੇ ਲੱਤਾਂ 'ਚ ਵੀ ਭਰ ਜਾਂਦਾ ਆ। ਉਹਦਾ ਇਲਾਜ ਕੋਈ ਦੱਸਣ ਵੀ। ਉਹਨੀ ਕਾਰਨ ਨੇ ਦਿੰਦਾ, ਪੁੱਛਿਆ ਵੀ ਕਿਉਂ ਏਦਾਂ ਹੁੰਦਾ ਆ? ਕਿਡਨੀਆਂ ਵਗੈਰਾ ਚੈੱਕ ਕਰਾਈਆਂ? ਏਦਾਂ ਤਾਂ ਮੈਨੂੰ ਨਹੀਂ ਪਤਾ ਹੈਗਾ। ਉਹ ਕਹਿੰਦੇ ਵੀ ਜੇ ਦੱਸ ਦੇਣ ਵੀ ਜੇ ਕੋਈ ਆਪਣਾ ਦਿਖਾ ਲਿਆ ਤਾਂ ਹੋਊਗਾ, ਚੈੱਕ ਚੁੱਕ ਕਰਾਇਆ ਹੋਊਗਾ ਹਨਾ। ਤੇ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਹੈਗਾ। ਤੇ ਕਹਿੰਦੇ ਸੀ ਮੈਨੂੰ ਫੋਨ ਆਇਆ ਕਿ ਜ਼ਰੂਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਿ ਉਹ ਮੇਰੀ ਬੇਨਤੀ ਆ ਤੇ ਕੋਈ ਦੱਸੇ, ਜਾਂ ਆਪਣਾ ਭਾਜੀ ਜਗਵੀਰ ਜਾਂ ਵੀ ਭੈਣ ਜੀ ਗੁਰਦੀਪ ਕੌਰ ਦੱਸਦੀ ਹੁੰਦੀ ਕਈ ਨੁਕਸੇ, ਕੋਈ ਦੱਸ ਦੇਣ। ਠੀਕ ਹੈ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਜੇ ਤੁਹਾਡੇ ਕੋਲ ਕੋਈ ਇਸ ਦਾ ਇਲਾਜ ਹੁੰਦਾ ਆ ਤੇ ਤੁਸੀਂ ਪਲੀਜ਼ ਕਾਲ ਕਰਕੇ ਦੱਸ ਦਿਆ ਕਰੋ, ਸ਼ੇਅਰ ਕਰ ਲਿਆ ਕਰੋ ਇਹਨਾਂ ਚੀਜ਼ਾਂ ਨੂੰ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਆ ਘਰ ਆਣ ਕੇ। ਜਿਹੜਾ ਇਹ ਅੱਗੇ ਵੀ ਸਾਨੂੰ ਇੱਕ ਆਇਆ ਸੀਗਾ, ਉਹਦਾ ਇਲਾਜ ਕੀ ਕੀਤਾ ਕਿਸੇ ਨੇ ਉਹ ਨਹੀਂ ਪਤਾ, ਕਿ ਘਰ ਆਣ ਕੇ ਉਹਨਾਂ ਦਾ BP ਆ ਉਹ ਵੱਧਦਾ ਸੀਗਾ ਤੇ ਬਾਹਰ ਠੀਕ ਰਹਿੰਦਾ ਸੀਗਾ। ਸੋ ਠੀਕ ਆ, ਪ੍ਰੋਬਲਮਾਂ ਥਿੰਕ ਕਰਨੇ ਤੋਂ ਆ, ਪਰ ਉਹੀ ਸੋਚੀ ਜਾਂਦੇ ਆ ਵੀ ਇਹ ਘਰ ਆਣ ਕੇ ਕਿਉਂ ਹੁੰਦਾ ਆ, ਕਈ ਹੋਰ ਵੀ ਕਾਰਨ ਹੁੰਦੇ ਆ। ਭਜਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ। ਭਾਈ ਕੋਲ ਸੰਘਾ ਜੀ। ਹਾਂਜੀ ਸੰਘਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੰਦੀ, ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਬਹੁਤ ਭਲਾ ਕਰਦੇ ਤੁਸੀਂ ਜੀ। ਹਾਂਜੀ ਬਲਵਿੰਦਰ ਜੀ, ਮੇਰਾ ਕੁਐਸਚਨ ਆ। ਹਾਂਜੀ, ਮੇਰਾ ਪੋਤਾ ਆ, ਉਹ 15-16 ਸਾਲ ਦਾ, ਸੁੱਕੀ ਖੰਘ ਬਹੁਤ ਆ ਉਹਨੂੰ। ਸੁੱਕੀ ਖੰਘ ਆ, ਦੂਜਾ ਸਵਾਲ ਆ ਗਿਆ ਸੁੱਕੀ ਖੰਘ ਦਾ। ਹਾਂਜੀ, ਸੁੱਕੀ ਖੰਘ ਬਹੁਤ ਆ। ਤਾਂ ਇੱਕ ਮੇਰਾ ਕੁਐਸਚਨ ਆ, ਮੇਰੇ ਜਿਹੜੇ ਨਹੁੰ ਆ ਉਹ ਸਬਜ਼ੀ ਦਾ ਲਕੀਰਾਂ ਉੱਤੇ ਵਹੀ ਜਾਂਦੀਆਂ ਆ, ਲਕੀਰਾਂ ਪਾਠ ਦੇ ਜਿੱਦਾਂ ਹੁੰਦੇ ਏਦਾਂ ਨਹੁੰਆਂ ਤੇ। ਹਾਂਜੀ, ਨਹੁੰਆਂ ਤੇ। ਠੀਕ ਆ। ਹਾਂਜੀ, ਇਹ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਨਹੁੰਆਂ ਬਾਰੇ ਵੀ ਦੱਸਦਾ ਜੀ ਇਹਨਾਂ ਨੂੰ। ਬਾਕੀ ਸੁੱਕੀ ਖੰਘ ਤੇ ਸਾਨੂੰ 2 ਸਵਾਲ ਆ ਗਏ, ਜੇ ਕਿਸੇ ਨੂੰ ਪਤਾ ਹੈ ਤੇ ਤੁਸੀਂ ਜ਼ਰੂਰ ਸ਼ੇਅਰ ਕਰਕੇ ਦੱਸ ਦਿਓ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਕੁਲਵੰਤ ਕੌਰ ਜੀ। ਕੁਲਵੰਤ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀ, ਉਦੋਂ ਇੱਕ ਦਿਨ ਪਿਛਲੀ ਵਾਰੀ ਰਿਪੀਟ ਚੱਲਦਾ ਸੀਗਾ, ਮੁੰਡਾ ਪੁੱਛਦਾ ਸੀ ਅੱਡੀ ਬਾਰੇ। ਹਾਂਜੀ ਹਾਂਜੀ ਹਾਂ। ਮੇਰੀ ਅੱਡੀ ਬਹੁਤ ਉਹਦੀ, ਮੇਰੀਆਂ ਬਹੁਤ ਦੁਖਦੀਆਂ ਸੀ ਤੇ ਸਾਡੇ ਹੋਰ ਵੀ ਕਿਸੇ ਰਿਸ਼ਤੇਦਾਰਾਂ ਦੇ ਬਹੁਤ ਜ਼ਿਆਦਾ ਦੁਖਦੀਆਂ ਸੀ। ਟੀਕੇ ਲਗਾਏ, ਬਹੁਤ ਕੁਛ ਕੀਤਾ, ਨਹੀਂ ਆਰਾਮ ਆਇਆ। ਉਹਨੂੰ ਕਹੋ ਵੀ ਇੱਕ ਤੇ ਵੇਲਣੇ ਵਰਗੀ ਕੋਈ ਗੋਲ ਜਿਹਾ ਡੰਡਾ ਲੈ ਲੈਣ। ਅੱਛਾ ਜੀ। ਤੇ ਉਹ ਰੋਜ਼ ਅੱਧਾ ਘੰਟਾ ਪੈਰਾਂ ਥੱਲੇ ਰੱਖ ਕੇ ਨਾ ਤੇ ਉਹਨੂੰ ਜਿੱਦਾਂ ਉਹਦੀ ਐਕਸਰਸਾਈਜ਼ ਕਰਨੀ ਆ। ਠੀਕ ਆ। ਤੇ ਉਹ ਜਿੱਦਾਂ ਨਾ ਉਹਦੇ ਪੱਬ ਦੇ ਜਿੱਦਾਂ ਕੋਈ ਚੱਪਲ ਏਦਾਂ ਦੀ ਲਵੇ ਵੀ ਸਖਤ ਹੋਵੇ ਤੇ ਉਹਦੀ ਅੱਡੀ ਨੂੰ ਵੀ ਪਤਾ ਲੱਗੇ ਪਾਈ ਹੋਈ ਆ ਤੇ ਪੱਬ ਨੂੰ ਵੀ ਪਤਾ ਲੱਗੇ।
ਤੇ ਦੂਜਾ ਉਹ ਲੱਤਾਂ ਸਿੱਧੀਆਂ ਕੰਧ ਦੇ ਨਾਲ ਲਾਉਣੀਆਂ, ਸਿੱਧੀਆਂ ਲੱਤਾਂ। ਸਿੱਧੀਆਂ ਖੜੇ ਹੋਣਾ? ਨਹੀਂ, ਬੈਠ ਕੇ ਨਾ ਆਪਣਾ ਬੈਠ ਕੇ। ਲੱਕ ਵੀ ਜਿੱਦਾਂ ਹਾਂਜੀ, ਜੇ ਲੰਮੇ ਪੈ ਕੇ ਲੱਤਾਂ ਲੰਮੀਆਂ ਲਾਉਣੀਆਂ ਤਾਂ ਨੂੰ ਸਿੱਧੀਆਂ। ਠੀਕ ਹੈ, ਉੱਪਰ ਨੂੰ ਖੜੀਆਂ ਕਰਨੀਆਂ। ਉੱਪਰ ਨੂੰ ਖੜੀਆਂ ਕਰਨੀਆਂ। ਤੇ ਜੇ ਨਹੀਂ ਉਹਦੇ ਜਿੱਦਾਂ ਸਾਈਡ ਨੂੰ ਹੋ ਕੇ ਨਾਲ ਬਹੁਤ ਸੋਹਣੀਆਂ ਲੱਗ ਜਾਂਦੀਆਂ। ਮੇਰੇ ਕੋਲ ਵੀ ਪਹਿਲੇ ਇਦਾਂ ਹੁੰਦਾ ਸੀ, ਸਰਾਣਾ ਰੱਖੋ ਉਹ ਸਾਈਡ ਨੂੰ ਹੋ ਕੇ ਨਾ ਤੇ ਉਹ ਨਾਲ ਜਿੰਨਾ ਚਿਰ ਵੀ ਲਾ ਹੁੰਦੀਆਂ ਨਾ ਤੇ ਉਹਦੇ ਨਾਲ ਉਹਨੂੰ ਫਰਕ ਪੈਣਾ, ਨਾ ਟੀਕਿਆ ਨਾ ਪੈਣਾ, ਕਾਸੇ ਨਾਲ ਨਹੀਂ ਪੈਣਾ। ਤੇ ਕੋਈ ਵੀ ਚੀਜ਼ ਆਪਦੇ ਪੱਬਾਂ ਦੇ ਥੱਲੇ ਜਿਹੜੇ ਵਿਚਾਲੇ ਹਿੱਸੇ ਹੁੰਦੇ ਆ ਉਹਨਾਂ ਦੇ ਥੱਲੇ ਰੱਖ ਕੇ ਤੇ ਪੈਰਾਂ ਦੇ ਉੱਤੇ ਜ਼ੋਰ ਨਾਲ ਜ਼ੋਰ ਪਾਇਆ ਕਰੇ ਤੇ ਉਹ ਰੋਲਰ ਜਿਹਾ ਕਰੇ ਤੇ ਉਹਦੇ ਨਾਲ ਨੂੰ ਫਰਕ ਪੈਣਾ। ਇੱਕ ਸਰੋਂ ਦਾ ਤੇਲ ਲੈ ਕੇ ਰਾਤ ਨੂੰ ਪੈਰ ਐਨ ਗੱਚ ਕਰਕੇ ਤੇ ਜਰਾਬਾਂ ਪਾ ਕੇ ਸੌਣਾ। ਠੀਕ ਹੈ ਜੀ। ਇਹ ਨਾ ਖੁਸ਼ਕੀ ਆ ਇੱਕ ਤੇ ਇੱਕ ਨਾੜਾਂ ਆਪਣੀਆਂ ਜਦੋਂ ਕੋਈ ਸਲਕਤ ਨਹੀਂ ਕਰਦੀ ਤਾਂ ਅੱਡੀਆਂ ਮੇਰੀਆਂ ਵੀ ਏਦਾਂ ਹੀ ਸੀ। ਮੈਨੂੰ ਹੁਣ ਬਹੁਤ ਫਰਕ ਹੈ ਅੱਗੇ ਨਾਲੋਂ। ਠੀਕ ਹੈ ਜੀ। ਤੇ ਇੱਕ ਆ ਜਿਹੜਾ ਉਹਨਾਂ ਨੇ ਦੂਜਾ ਬਲੱਡ ਪ੍ਰੈਸ਼ਰ ਦਾ ਇਦਾਂ ਹੁੰਦਾ ਜਦੋਂ ਆਪਾਂ ਉੱਥੇ ਜਾਂਦੇ ਆ ਨਾ ਆਪਾਂ ਸਾਰਿਆਂ ਦੇ ਮੂੰਹ ਮੱਥੇ ਲੱਗਦੇ ਆ ਤੇ ਆਪਾਂ ਸੋਚਦੇ ਨਹੀਂ। ਤੁਸੀਂ ਆਪਣਾ ਵਾਧਾ ਨਹੀਂ ਜਦੋਂ ਆਪਾਂ ਘਰੇ ਆਉਂਦੇ ਉਹਨੂੰ ਕਹੋ ਵੀ 15 ਮਿੰਟ ਜਿੱਦਾਂ ਦਾ ਉਹਦੇ ਕੋਲ ਪਾਣੀ ਸਹਿ ਹੁੰਦਾ ਵਾ ਜਿੱਦਾਂ ਦਾ ਪੈਰਾਂ ਨੂੰ ਜਿੰਨਾ ਕੁ ਗਰਮ 15 ਮਿੰਟ ਗਰਮ ਪਾਣੀ 'ਚ ਰੱਖਣੇ ਆ, ਹੱਥ ਵੀ ਪੈਰ ਵੀ। ਤੇ ਉਸ ਤੋਂ ਬਾਅਦ ਫਿਰ 1 ਮਿੰਟ ਠੰਡੇ ਵਿੱਚ ਰੱਖਣੇ ਆ। ਤੁਹਾਡਾ ਕਦੀ ਵੀ ਬਲੱਡ ਪ੍ਰੈਸ਼ਰ ਮੁੜ ਕੇ ਵਧੂਗਾ ਨਹੀਂ। ਠੀਕ ਹੈ ਜੀ। ਤੇ ਇਹ 2 ਰੈਮਡੀਆਂ ਮੈਨੂੰ ਪਤਾ ਸੀਗਾ ਤੇ ਇਹ ਮੈਂ ਤਾਂ ਦੱਸ ਦਿੱਤੇ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜ਼ਰੂਰ ਜੀ ਤੁਸੀਂ ਵੀ ਸ਼ੇਅਰ ਕਰੋ ਜੇ ਤੁਹਾਡੇ ਕੋਲ ਕੋਈ ਵੀ ਹੈਗੀ। ਮੁਖਤਿਆਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਤੇ ਇਹੋ ਪੁੱਛਣਾ ਸੀ ਵੀ ਮੇਰੇ ਤਾਂ ਦੱਸਿਆ ਸੀ ਕਿ ਆ ਨੇਕ ਦੇ ਧੌਣ ਦੀ ਬੜੀ ਪ੍ਰੋਬਲਮ ਸੀ, ਬੜੀ ਦੁਖਦੀ ਸੀ, ਨਾਲ ਮੋਢੇ ਦੁਖਦੇ ਸੀ। ਤੇ ਮੇਰੀ ਆਈ ਹੈ ਵੀ ਇਹ ਜਿੱਦਾਂ ਨਾੜ ਪਿੱਛ ਹੋਈ ਹੈ। ਅੱਛਾ, ਨਾੜ ਪਿੰਚ ਹੋਈ। ਮੈਨੂੰ ਕੋਈ ਇਲਾਜ ਦੱਸੋ ਵੀ ਮੇਰੇ ਮੋਢੇ ਬਹੁਤ ਦੁਖਦੇ, ਨਾਲ ਧੌਣ ਤੇ ਬਹੁਤ ਪੀੜ ਨਿਕਲਦੀ ਹੈ। ਠੀਕ ਹੈ, ਜ਼ਰੂਰ ਮੇਰੇ ਭੈਣ ਭਰਾ ਦੱਸਣ ਮੈਨੂੰ ਵੀ ਕੋਈ ਹੈ। ਜ਼ਰੂਰ ਜੀ, ਜ਼ਰੂਰ ਪੁੱਛਦੇ ਆ। ਨਾੜ ਪਿੰਚ ਹੋਈ ਆ ਇਸ ਕਰਕੇ ਧੌਣ ਤੇ ਮੋਢੇ ਬਹੁਤ ਜ਼ਿਆਦਾ ਦੁਖਦੇ ਇਹਨਾਂ ਦੇ। ਤੇ ਉਹ ਇਹ ਕੀ ਕਰ ਸਕਦੇ, ਕਿਹੜੀ ਐਕਸਰਸਾਈਜ਼ ਆ ਜਿਹਨੂੰ ਇਹ ਕਰ ਸਕਦੇ ਆ? ਅੱਡੀਆਂ ਤੋਂ ਵੀ ਉਹਨਾਂ ਨੇ ਐਕਸਰਸਾਈਜ਼ ਦੱਸੀ ਆ ਕਿ ਭਾਈ ਆਹ ਐਕਸਰਸਾਈਜ਼ ਕਰ ਲਓ। ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਜਿੱਦਾਂ ਪਿਛਲੇ ਸਾਲ ਤੋਂ ਪ੍ਰੋਬਲਮ ਆ, ਆਪਣੇ ਢਿੱਡ 'ਚ ਸਾੜ ਬਹੁਤ ਪੈਂਦਾ ਆ। ਕੁਛ ਵੀ ਕਰਦੀ ਸਿੱਧਾ ਸਾਰੇ ਟੈਸਟ ਆਏ ਆ, ਉਹ ਵੀ ਸਾਰੇ ਜਿੱਦਾਂ ਠੀਕ ਆ। ਅੱਛਾ। ਤਾਂ ਹੁਣ ਜਿੱਦਾਂ ਮੇਰੇ ਕੁਛ ਵੀ ਖਾਂਦੀ ਆ ਉਹ ਅੰਦਰ ਜਾ ਕੇ ਏਦਾਂ ਹੋ ਜਾਂਦੀ ਜਿੱਦਾਂ ਕਿ ਮਿਰਚ ਖਾਧੀ ਹੁੰਦੀ ਆ। ਅੱਛਾ। ਜਿੱਦਾਂ ਉਹ ਹੁਣ ਗਲੇ ਤਾਂ ਹੀ ਜਾਂਦਾ ਆ ਸਾੜ। ਅੱਛਾ, ਠੀਕ ਹੈ। ਹਾਂਜੀ, ਹੁਣ ਜਿੱਦਾਂ ਮਿਰਚ ਵੀ ਮੈਂ ਸਾਰਾ ਕੁਛ ਬੰਦ ਕੀਤਾ ਆ, ਪਰ ਫਿਰ ਵੀ ਜਿੱਦਾਂ ਉਹ ਪ੍ਰੋਬਲਮ ਨਹੀਂ ਜਾਂਦੀ ਹੈਗੀ। ਹੁਣ ਦਵਾਈ ਹੈ, ਦਵਾਈ ਵੀ ਕੋਈ ਅਸਰ ਨਹੀਂ ਕਰਦੀ। 2 ਵਾਰੀ ਹੈਮੋਪੈਥਿਕ ਦੀ ਵੀ ਦਵਾਈ ਮੈਂ ਚੇਂਜ ਕਰਕੇ ਦੇਖੀ ਆ। ਹੁਣ ਜਿੱਦਾਂ ਉਹ ਚੀਜ਼ ਕਹਿੰਦੇ ਤੁਸੀਂ ਆਹ ਚੀਜ਼ ਤਲੀ ਬੰਦ ਕਰੋ, ਉਹ ਵੀ ਸਾਰਾ ਕੁਛ ਬੰਦ ਕੀਤਾ, ਪਰ ਜਿੱਦਾਂ ਉਹ ਪ੍ਰੋਬਲਮ ਨਹੀਂ ਜਾਂਦੀ ਹੈਗੀ। ਡਾਕਟਰਾਂ ਨੂੰ ਵੀ ਕੁਛ ਪਤਾ ਨਹੀਂ ਲੱਗਦਾ ਹੈਗਾ। ਠੀਕ ਹੈ। ਹਾਂਜੀ, ਐਸਿਡ ਜਿੱਦਾਂ ਬਹੁਤ ਬਣਦਾ ਹੈ, ਗਲੇ ਤਾਂ ਹੀ ਜਾਂਦਾ ਉਹ। ਫਿਰ ਕਈ ਵਾਰੀ ਸਾਰੀ ਬੋਡੀ 'ਚ ਵੀ ਜਦੋਂ ਜ਼ਿਆਦਾ ਹੋ ਜਾਂਦਾ, ਸਾਰੀ ਬੋਡੀ 'ਚ ਫੀਲਿੰਗ ਜਿੱਦਾਂ ਹੁੰਦੀ ਉਹਦੀ। ਠੀਕ ਹੈ, ਐਸਿਡ ਹੀ ਹੈਗਾ, ਉਹਨਾਂ ਨੂੰ ਪੁੱਛ ਲੈਣੇ ਆ। ਹਾਂਜੀ, ਹੋਇਆ ਇਹ ਕੋਵਿਡ ਤੋਂ ਬਾਅਦ ਆ ਜਿੱਦਾਂ। ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਕੋਵਿਡ ਤੋਂ ਬਾਅਦ ਫਿਰ ਤੁਹਾਡਾ ਕਈਆਂ ਦਾ ਜਿਨ੍ਹਾਂ ਨੂੰ ਹੋਇਆ ਸੀ ਅੰਦਰ ਕਮਜ਼ੋਰ ਹੋ ਗਿਆ, ਤੇ ਫਿਰ ਜੇ ਅੰਦਰ ਤੁਹਾਡੇ ਤਾਕਤ ਆ ਤੇ ਉਹੀ ਫਿਰ ਲੜਾਈ ਕਰਦੀ ਆ ਬਿਮਾਰੀਆਂ ਦੇ ਨਾਲ। ਜੋਗਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 2-4 ਵਾਰ ਡਰੀਲ ਕੀਤੀ, ਵੀ ਮੈਂ ਪੁੱਛਣਾ ਚਾਹੁੰਦਾ ਵੀ ਫਟਕੇ ਦੇ ਫਾਇਦੇ ਬਹੁਤ ਭੈਣ ਜੀ। ਬਹੁਤ ਤਰੀਆਂ ਦੇ ਫਟਦੀਆਂ ਵੱਟਦੀ ਜਾਂਦੀਆਂ, ਤੇ ਫਟਕੀਆਂ 2 ਆ, ਇੱਕ ਲਾਲ ਇੱਕ ਚਿੱਟੀ ਹੈ ਜੀ। ਇਹਦੇ ਵੱਖੋ ਵੱਖਰੇ ਕਿਹੜੀ ਕੀ ਫਰਕ ਹੈ ਜੀ? ਮੈਂ ਇਹ ਪੁੱਛਣਾ ਚਾਹੁੰਦਾ ਜੀ। ਠੀਕ ਹੈ ਜੀ, ਸੁਣਦੇ ਰਹੋ ਜੀ। ਜਿੱਥੇ ਤਾਂ ਜਿਹੜੀ ਬਿਮਾਰੀ ਲਈ ਵਰਤੀ ਜਾਂਦੀ ਆ ਉਹ ਦੱਸ ਦਿੰਦੀ ਆ। ਤੇ ਕਈ ਵਾਰੀ ਇੰਨਾ ਟਾਈਮ ਨਹੀਂ ਹੁੰਦਾ ਕਿ ਇੱਕ ਜਾਣਾ ਬਹੁਤ ਜ਼ਿਆਦਾ ਜਾਣੀਆਂ ਚੀਜ਼ਾਂ ਦੱਸੇ। ਜਿਹੜੀ ਚੀਜ਼ ਦਾ ਪਤਾ ਕੋਈ ਜ਼ਰੂਰ ਦੱਸ ਦਊਗਾ। ਹਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੇਰਾ ਬੇਟਾ ਹੈ, 35-36 ਸਾਲ ਦੀ ਏਜ ਆ, ਤੇ ਉਹਨੂੰ ਰਾਤ ਨੀਂਦ ਨਹੀਂ ਆਉਂਦੀ, ਤੇ ਨਾਲ ਉਹਦਾ ਪੇਟ ਖਰਾਬ ਹੋ ਜਾਂਦਾ ਆ। ਕੋਈ ਹੈਵੀ ਚੀਜ਼ ਨਹੀਂ ਖਾ ਰਿਹਾ। ਉਹ ਇੰਡੀਆ ਗਿਆ ਸੀ, ਇੰਡੀਆ ਤੋਂ ਆਇਆ ਹੈ ਤੇ ਬਹੁਤ 15-16 ਦਿਨ ਹੋ ਗਏ, ਬਹੁਤ ਤੰਗ ਆ ਸੀ, ਤੇ ਨੀਂਦ ਨਹੀਂ ਆ ਰਹੀ ਉਹਨੂੰ। ਤੇ ਇੱਕ ਉਹਦੀ ਕਮਰ ਦੁਖਦੀ ਆ, ਪਤਾ ਨਹੀਂ ਕੀ ਕਾਰਨ ਆ। 3 ਚੀਜ਼ਾਂ ਉਹਨੂੰ ਇਹ ਪ੍ਰੋਬਲਮ ਹੋਈ ਆ। ਤੇ ਹਾਂਜੀ, ਕੋਈ ਹੋਮ ਰੈਮਡੀ ਕੋਈ ਭੈਣ ਭਰਾ ਦੱਸੇ। ਹਾਂਜੀ, ਠੀਕ ਹੈ ਜੀ, ਠੀਕ ਹੈ। ਨੀਂਦ ਨਾ ਆਉਣੀ ਬਹੁਤੀਆਂ ਜਿਹੜੀਆਂ ਬਿਮਾਰੀਆਂ ਨੂੰ ਇਹ ਸੱਦਾ ਦਿੱਤਾ ਜਾਂਦਾ ਆ ਕਿ ਇਹਦੇ ਨਾਲ ਉਹਦੇ ਵਿੱਚ ਕਈ ਵਾਰ ਤੁਹਾਡਾ ਬਸ ਹੀ ਨਹੀਂ ਹੁੰਦਾ। ਤੇ ਜਿਨ੍ਹਾਂ ਨੂੰ ਐਸਿਡ ਆ ਉਹਦੇ ਲਈ ਮੈਨੂੰ ਲੱਗਦਾ ਕਿ 2 ਵੀਕ ਹੋਏ ਨਾ, ਠੰਡਾ ਦੁੱਧ, ਈਸਬਗੋਲ,
ਇੱਦਾਂ ਦੀਆਂ ਚੀਜ਼ਾਂ ਦੱਸੀਆਂ ਸੀ, ਪਰ ਹੋਰ ਚੀਜ਼ਾਂ ਤੁਹਾਡੇ ਤੋਂ ਆਸ ਕਰਦੇ, ਜ਼ਰੂਰ ਦੱਸੋ ਜੀ। ਸੁਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਸੀਗਾ, ਜਿਹੜੇ ਕਹਿੰਦੇ ਸੀ ਉਹਨਾਂ ਦਾ ਘਰ ਆ ਕੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਨਾ, ਹਾਂਜੀ, ਤੇ ਜਿੱਦਾਂ ਉਹ ਕਹਿੰਦੇ ਵੀ ਐਂਗਜ਼ਾਇਟੀ ਕਰਕੇ ਵੀ ਹੋ ਸਕਦਾ, ਉਹ ਅਸ਼ਵਗੰਧਾ ਦੇ ਕੈਪਸੂਲ ਮਿਲ ਜਾਂਦੇ ਨੇ ਨਾ, ਉਹ ਵੀ ਟਰਾਈ ਕਰ ਸਕਦੇ ਨੇ। ਹਾਂਜੀ ਹਾਂਜੀ, ਉਹ ਵੀ ਠੀਕ ਹੈ। ਹਾਂਜੀ, ਤੇ ਇੱਕ ਜਿਹੜੇ ਕਹਿੰਦੇ ਸੀ ਜਿਨ੍ਹਾਂ ਦੇ 9 ਟੇਢੇ ਮੇਢੇ ਨੇ ਨਾ, ਹਾਂਜੀ, ਤੇ ਵਿਟਾਮਿਨ ਡੀ ਦੀ ਵੀ ਕਮੀ ਹੋ ਸਕਦੀ ਆ। ਉਹ ਤਾਂ ਅਸੀਂ ਲੈਂਦੇ ਨਹੀਂ ਨਾ। ਹਾਂਜੀ, ਥਾਇਰਾਇਡ, ਹਾਂਜੀ ਥਾਇਰਾਇਡ ਕਰਕੇ ਵੀ ਹੋ ਸਕਦੇ, ਵਿਟਾਮਿਨ ਡੀ ਦੀ ਕਮੀ ਕਰਕੇ ਵੀ। ਠੀਕ ਹੈ ਤੇ ਜੀ। ਉਹ ਵਿਟਾਮਿਨ ਡੀ ਜਿਹੜਾ ਇੱਕ ਨੇਚਰ ਬਾਉਂਟੀ ਦਾ ਹੈ ਨਾ, ਉਹ ਕਾਫੀ ਇਫੈਕਟਿਵ ਹੈਗਾ ਵੈਸੇ ਉਹ ਨਾ। ਠੀਕ ਹੈ ਜੀ। ਹਾਂਜੀ, ਤੇ ਇੱਕ ਜਿਹੜਾ ਇਹਨੂੰ ਖਾਂਸੀ ਕਹਿੰਦੇ ਸੀ ਨਾ, ਸੁੱਕੀ ਖਾਂਸੀ, ਹਾਂਜੀ, ਇੱਕ ਆਮ ਦਾ ਮਿਲਦਾ ਇੰਡੀਅਨ ਸਟੋਰ ਦੇ ਉੱਤੇ, ਉਹ ਨਮਕੀਨ ਹੁੰਦਾ, ਸੁੱਕੇ ਸੁੱਕੇ ਜਿਹੇ ਨਾ, ਉਹ 5-7 ਪੀਸ ਦੇ ਮੂੰਹ ਦੇ ਵਿੱਚ ਰੱਖੇ ਛੱਡਣ, ਆਪੇ ਫਿਰ ਹੌਲੀ ਹੌਲੀ ਘੁੱਲ ਜਾਂਦੇ ਨੇ। ਠੀਕ ਹੈ ਜੀ। ਹਾਂਜੀ, ਇੱਕ ਜਿਹੜੇ ਐਸਿਡ ਦਾ ਦੱਸਦੇ ਸੀਗੇ ਨਾ, ਹਾਂਜੀ, ਜਿੱਦਾਂ ਉਹ ਠੰਡਾ ਦੁੱਧ ਤੁਸੀਂ ਦੱਸ ਰਹੇ ਸੀਗੇ, ਬਨਾਨਾ ਵੀ ਖਾ ਕੇ ਦੇਖ ਸਕਦੇ ਨੇ, ਅੰਗੂਰ ਵੀ 2-4 ਪੀਸ ਮੂੰਹ ਚ ਪਾ ਲਓ, ਉਹਦੇ ਨਾਲ ਵੀ ਕਈ ਵਾਰ ਐਸਿਡ ਠੀਕ ਹੋ ਜਾਂਦਾ। ਠੀਕ ਹੈ ਜੀ। ਹਾਂ, ਬਾਕੀ ਇਹ ਵੀ ਥੋੜੀ ਬੰਦਾ ਰੋਟੀ ਪਾਣੀ ਜੋ ਵੀ ਖਾਣਾ ਥੋੜਾ ਥੋੜਾ ਖਾਵੇ ਬੰਦਾ ਨਾ, ਉਹਨਾਂ ਨੂੰ ਇੰਡਾਈਜੈਸ਼ਨ ਪ੍ਰੋਬਲਮ ਐਸਿਡ ਬਣਦਾ। ਹਾਂਜੀ, ਬਸ ਇਹੀ ਦੱਸਣਾ। ਥੈਂਕ ਯੂ ਸੁਮਨ ਜੀ, ਬਹੁਤ ਧੰਨਵਾਦ। ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਕਹਿੰਦੇ ਨਾ ਅੱਖਾਂ ਚ ਉਹ ਦਿਨ ਪੁੱਛਦੇ ਸੀ ਨਾ, ਪਾਣੀ ਮੈਂ ਪਹਿਲਾਂ ਵੀ ਇੱਕ ਦਿਨ ਦੱਸਿਆ ਸੀ ਬੇਟੇ, 4 ਚਮਚੇ ਗੁਲਾਬ ਜਲ ਤੇ 1 ਚੁਟਕੀ ਕੱਚੀ ਪਰਕਲੀ ਪੀਸ ਕੇ ਬੂੰਦਾਂ ਪਾਉਂਦੇ ਰਹਿਣ ਤਾਂ ਉਹਨਾਂ ਨੂੰ ਆਰਾਮ ਆ ਜਾਏਗਾ। ਸੌਖਾ ਜਿਹਾ ਇਲਾਜ। ਜਿਹਨਾਂ ਨੇ ਗੋਡੇ ਕੱਟੇ, ਸਭ ਤੋਂ ਪਹਿਲਾਂ ਗੋਡੇ ਕੱਟਦੇ ਨੇ ਚੂਨਾ ਖਾ ਕੇ ਵੇਖਣ। ਠੀਕ ਹੈ ਨਾ। ਦੂਜੀ ਗੱਲ ਇਹ ਹੈਗੀ ਆ ਵੀ ਉਹਨਾਂ ਨੇ ਕਿਹਾ ਸੀ ਨਾ ਕਿਡਨੀ ਵਾਸਤੇ ਮੈਂ ਕੌਡੀਆਂ ਮੰਗਾਈਆਂ ਨੇ ਬੇਟੇ, ਉਹ ਕੌਡੀਆਂ ਜਿਹੜੀਆਂ ਨੇ ਨਿੰਬੂ ਵਾਲੀਆਂ, ਉਹ ਬੜੀਆਂ ਸਖਤ ਦਵਾਈ ਹੁੰਦੀ, ਉਹ ਪੱਥਰੀਆਂ ਤੋੜ ਕੇ ਕੱਢਦੀਆਂ ਨੇ, ਉਹ ਕਮਜ਼ੋਰ ਕਿਡਨੀਆਂ ਵਾਸਤੇ ਨਹੀਂ ਹੈਗੀਆਂ। ਉਹ ਤਾਂ ਤੁਸੀਂ ਕਰਿਆ ਕਹਿੰਦੇ ਵਾਸਤੇ ਨਾ, ਕਿਡਨੀਆਂ ਵਾਸਤੇ ਤੇ ਤੁਹਾਨੂੰ ਦੱਸਿਆ, ਜੌਂ ਹੀ ਉਬਾਲ ਕੇ ਪੀਤੀ ਜਾਣ, 2 ਗਲਾਸ ਰਾਤੀ ਲੱਪ ਕੇ ਭਿਉਂ ਤੇ ਸਵੇਰੇ ਉਬਲੀ ਗਏ ਗਲਾਸ ਜਾਂ ਠੰਡਾ ਕਰਕੇ ਪੀ ਲਿਆ। ਧਨੀਆ ਤੇ ਛੱਲੀ ਦੇ ਵਾਲ ਉਬਾਲ ਕੇ ਰੱਖਣ, ਪਾਣੀ 2-3 ਕਿਲੋ, ਉਹ ਪੀਤੀ ਜਾਣ। ਫਿਰ 1 ਦਿਨ 3 ਦਿਨ ਤਾਂ ਪੀ ਲੈਣ, ਖਾਣ ਬਲੂਬੇਰੀ, 3 ਦਿਨ ਖਾਣ ਸਟ੍ਰਾਬੇਰੀ, 3 ਦਿਨ ਖਾਣ ਉਹ ਲਾਲ ਨਿੱਕੇ ਨਿੱਕੇ ਅੰਗੂਰ ਹੁੰਦੇ ਨੇ। ਕਿਡਨੀਆਂ ਨੂੰ ਕਿਸੇ ਨੂੰ ਬੜਾ ਆਰਾਮ ਆਇਆ ਜੇ ਉਹਦੇ ਨਾਲ, ਕਿਸੇ ਨੂੰ ਮੈਂ ਦੱਸਿਆ ਸੀ ਤਾਂ ਉਹ ਖਾਂਦੇ ਰਹੇ ਨੇ। ਤੇ ਐਗਜ਼ੀਮਾ ਵਾਲੇ ਤੇ ਪਿੱਤ ਪਾਪੜਾ ਹੀ ਪੀਣ, ਅੰਦਰੋਂ ਬਲੱਡ ਸਾਫ਼ ਹੋਵੇਗਾ ਤੇ ਫਿਰ ਜਾ ਕੇ ਉਹਨਾਂ ਨੂੰ ਆਰਾਮ ਵੀ ਆ ਜਾਏਗਾ। ਇਹਦੇ ਨਾਲ ਤੇ ਸਰ ਦੇਖੋ, ਸੁੱਕੀ ਖੰਘ, ਕਾਲੀ ਮਿਰਚ, ਮਲੱਠੀ ਤੇ ਸ਼ਹਿਦ ਲਾ ਕੇ ਚੱਟਣ। ਇੱਕ ਅੱਜ ਰਾਤ ਨੂੰ ਸਰ੍ਹੋਂ ਦਾ ਤੇਲ ਦਾ ਕੜਾਹ ਬਣਾ ਕੇ ਨਾ ਗਰਮ ਗਰਮ ਸੰਘ ਚੜਾ ਕੇ ਰੱਖਣ, ਤੇ ਉਹਨਾਂ ਨੂੰ 2-3 ਦਿਨ ਖਾਧੇ ਨਾਲ ਹੀ ਆਰਾਮ ਆ ਜਾਣਾ। ਜਿਹੜਾ ਨਾ ਪੇਟ ਚ ਅੱਗ ਮੱਚਦੀ, ਦੁੱਧ ਠੰਡੇ ਵਿੱਚ ਨਾ ਕੇਲਾ ਮਿੱਧਿਆ ਪਾ ਕੇ ਖਾਣ ਤੇ ਕਤੀਰਾ ਗੂੰਦ ਖਾਣ, ਈਸ ਬਗੌਲ ਜਿਹੜੀਆਂ ਦਹੀਂ ਚ ਪਾ ਕੇ ਖਾਣ, ਉਹਨਾਂ ਪੇਟ ਦੀ ਅਗਨੀ ਮਰ ਜਾਏਗੀ ਜਿਹੜੀ ਉਹ ਸੜ ਪੈਂਦਾ। ਕੱਚਾ ਬਿਲਕੁਲ ਰੱਸਿਆ ਕੇਲਾ ਹੀ ਖੀਰ ਤਰ੍ਹਾਂ ਬਣਾ ਦੇਣ ਠੰਡੇ ਦੁੱਧ ਚ, ਇਹ 2-3 ਦਿਨ ਖਾਂਦੇ ਰਹਿਣੇ, ਇਹਦੇ ਨਾਲ ਬੜਾ ਆਰਾਮ ਆਉਣਾ ਉਹਨਾਂ ਨੂੰ ਨਾ। ਕਾਲੀਆਂ ਮਿਰਚਾਂ ਜਿਹੜੀਆਂ ਲੱਤਾਂ ਪੀਣੀਆਂ, ਨਾ ਕਾਲੀਆਂ ਮਿਰਚਾਂ ਹੀ ਖਾਓ, ਤੁਹਾਡੀ ਦਵਾਈ ਇੱਕੋ ਹੀ ਹੈਗੀ ਜੀ, ਹੋਰ ਕੋਈ ਇੰਨਾ ਨਹੀਂ ਹੈਗਾ। ਤੇ ਮਾਲਸ਼ ਕਰਨ ਤੇਲ ਦੀ, ਘਿਓ 'ਚ ਇੱਕ ਮੋਟੀ ਇਲਾਚੀ ਦਾ ਬਦਾਮ ਪਾ ਕੇ ਨਾ ਜਵੈਣ ਪਾ ਕੇ ਸਾੜ ਕੇ ਘਿਓ ਦੀ ਮਾਲਸ਼ ਕਰੋ, ਲੱਤਾਂ ਨੂੰ ਬੜਾ ਆਰਾਮ ਆਉਂਦਾ। ਇੱਕ ਉਹਨਾਂ ਕਹਿੰਦੇ ਫੋੜਾ ਛੋਟਾ ਜਿਹਾ ਪਹਿਲਾਂ ਆਪ ਬੰਨ ਕੇ ਵੇਖਣ, ਫਿਰ ਅਗਲੇ ਵੀਕ ਮੈਂ ਉਹ ਦੂਜੀ ਦਵਾਈ ਦੱਸਾਂਗੀ। ਐਲੋਵੇਰਾ ਗੁੱਦਾ ਕੱਢ ਕੇ ਨਾ ਥੋੜਾ ਪਤਲਾ ਕਰ ਲੈਣ, ਤੇ ਹਲਦੀ ਤੇ ਸਰੋਂ ਦਾ ਤੇਲ, ਥੋੜਾ ਸਾਬਣ ਪਾ ਕੇ ਨਾ ਉਹਨੂੰ ਰਿੰਨ ਕੇ ਨਾ ਗਰਮ ਗਰਮ ਉੱਤੇ ਬੰਨ, ਉਹਦਾ ਮੂੰਹ ਬਣ ਜਾਏਗਾ ਤੇ ਉਹ ਆਪਣਾ ਕੀ ਨਾ ਉਹ ਜਿਹੜਾ ਅੰਦਰੋਂ ਗੰਦਗੀ ਜੀ ਉਹ ਨਿਕਲ ਜਾਏਗੀ। ਤੇ ਕਿਸੇ ਨੇ ਕਿਹਾ ਜੀ ਮੇਰੀ ਬੇਟੀ ਨੂੰ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ, ਕਿ ਛੋਟੀ ਇਲਾਚੀ ਦਾ ਪਾਊਡਰ ਜਿਹੜਾ ਠੰਡੇ ਦੁੱਧ ਨਾਲ ਲੈ, ਕਰੈਨਬੇਰੀ ਜੂਸ ਪੀਣ ਉਹ ਹੈ ਨਾ। ਇੱਕ ਆਪਣਾ ਇਸ ਤਰ੍ਹਾਂ ਕਰਨ ਵੀ ਜੇ ਨਹੀਂ ਨਾ ਦਰਦ ਹੁੰਦੀ ਹੈ, ਦਰਦ ਨਾਲ ਆਉਂਦਾ, ਫਿਰ ਉਹ 7 ਚੀਜ਼ਾਂ ਜਿਹੜੀਆਂ ਖਾ ਕੇ ਵੇਖਣ, ਸੁੱਕਾ ਧਨੀਆ 20 ਗ੍ਰਾਮ, ਜਾਂਗਾ ਰੋ ਅਸੀਂ ਦਰਦ ਵੀ ਹੁੰਦੀ ਹੈ, ਫਿਰ ਉਹ ਦੁੱਧਾਂ ਦਾ ਵੀ ਕੋਈ ਸ਼ੱਕ ਹੋਵੇਗਾ ਨਾ। ਤੇ ਸੁੱਕਾ ਧਨੀਆ 20 ਗ੍ਰਾਮ, ਜਾਂਗਰੜ 20 ਗ੍ਰਾਮ, ਸੁੰਡ 20 ਗ੍ਰਾਮ, ਤੇ ਆਪਣਾ ਜੌਂਖਾਰ 20 ਗ੍ਰਾਮ, ਸੁਹਾਗਾ 20 ਗ੍ਰਾਮ, ਕੌਲੀ ਕਮਲੀ ਆਪਣਾ ਕਲਮੀ ਸ਼ੋਰਾ 20 ਗ੍ਰਾਮ, ਟਿੱਕੀ ਸਾਦਰ 10 ਗ੍ਰਾਮ ਪੀਸ ਕੇ ਚਮਚੇ ਦਾ ਚੌਥਾ ਹਿੱਸਾ ਬੱਕਰੀ ਦੇ ਕੱਚੇ ਦੁੱਧ ਲੱਸੀ ਨਾਲ ਲੈਂਦੇ ਰਹਿਣ। ਹੁਣ ਆਰਾਮ ਆਏ। ਇੱਕ ਭੈਣ ਕਹਿੰਦੀ ਮੇਰੇ ਸਰੀਰ 'ਚ ਬੜੀਆਂ ਦਰਦਾਂ ਨੇ, ਆ ਛੋਟਾ ਜਿਹਾ ਪਹਿਲਾਂ ਇਲਾਜ ਕਰਕੇ ਵੇਖ ਲੈਣ। 10 ਗ੍ਰਾਮ ਅਖਰੋਟ ਲੈ ਲੈਣ, 10 ਗ੍ਰਾਮ ਮਿਸ਼ਰੀ ਧਾਗੇ ਵਾਲੀ, 10 ਗ੍ਰਾਮ ਅਲਸੀ, 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਚਾਰੇ ਮਗਜ਼, ਤੇ 10 ਗ੍ਰਾਮ ਆਪਣਾ ਛੋਟੀ ਦਾਲਚੀਨੀ 5 ਗ੍ਰਾਮ ਪਾਉਣੀ। ਤੇ 10 ਪੁੜੀਆਂ ਬਣਾ ਲੈਣ ਪੀਸ ਕੇ, 1 ਪੁੜੀ ਰੋਜ਼ ਦੀ ਖਾਣ, 1 ਘੰਟਾ ਉਦੋਂ ਮਗਰ ਕੁਛ ਨਹੀਂ ਖਾਣਾ। ਇਹ ਪੀੜਾਂ ਹੀ ਚੁਣੀਆਂ ਜਾਣਗੀਆਂ ਬਿਲਕੁਲ ਹੀ। ਉਹ ਕੰਨਾਂ ਦੀਆਂ ਆਵਾਜ਼ਾਂ ਵਾਲਿਆਂ ਨੂੰ ਕਹਿਣਾ ਵੀ ਗੁੜ ਤੇ ਸੁੰਡ ਘਿਓ 'ਚ ਭੁੰਨ ਕੇ ਖਾਇਆ ਕਰੋ,
ਤੇ ਸੁੱਕਾ ਧਨੀਆ ਸਾੜ ਕੇ ਨਾ, ਸੁੱਕਾ ਧਨੀਆ ਜਿਹੜਾ ਨੇ ਇਹਨੂੰ ਪਾਣੀ 'ਚ ਭਿਉਂ ਕੇ ਨਾ ਇਹ ਵੀ ਨਾਲ ਲੈਣ। ਕੰਨਾਂ ਨੂੰ ਕਿਸੇ ਨੂੰ ਆਰਾਮ ਆ ਗਿਆ ਹੈ, ਇੱਕ ਇਸ ਤਰ੍ਹਾਂ ਕਰਨਾ, ਆਪਣਾ ਪਾਣੀ ਕੱਢ ਲੈਣ ਚਿੱਟੇ ਪਿਆਜ਼ ਦਾ, ਤੇ ਵਿੱਚ ਅਲਸੀ ਚਮਚਾ ਪਾ ਕੇ ਨਾ ਉਹਨੂੰ ਸਾੜੀ ਜਾਣ। ਜਦੋਂ ਸੜ ਕੇ ਬਿਲਕੁਲ ਪਾਣੀ ਤਿੜਕ ਤਿੜਕ ਕਰੇਗਾ, ਬੰਦ ਹੋਵੇ, ਤੇਲ ਛੱਡ ਜਾਏਗਾ, ਉਹ ਪਾਉਣ ਤੇ ਕੰਨਾਂ ਦੀਆਂ ਆਵਾਜ਼ਾਂ ਉਹਨਾਂ ਦੀਆਂ ਹਟ ਜਾਣਗੀਆਂ। ਜਿਹਨਾਂ ਦੀ ਕਿਡਨੀ ਕਮਜ਼ੋਰ ਹੈ ਨਾ, ਉਹ ਮੈਂ ਕਿ ਦੱਸ ਗਈ ਛੱਲੀਆਂ ਦੇ ਵਾਲ, ਤੇ ਉਹ ਕਹਿੰਦੇ ਕੌਡੀਆਂ ਵਾਲਾ ਨਾ ਖਾਣ, ਕੌਡੀਆਂ ਵਾਲਾ ਉਹਨਾਂ ਨੂੰ ਠੀਕ ਨਹੀਂ ਰਹਿਣਾ। ਉਹ ਤਾਂ ਬੜੀ ਸਖਤ ਚੀਜ਼ ਹੈ, ਜਿਹੜੀ ਪੱਥਰੀਆਂ ਤੋੜ ਕੇ ਕੱਢਦੀ। ਜਿਨ੍ਹਾਂ ਨੂੰ ਚੱਕਰ ਆਉਂਦੇ ਨਾ, ਇੱਕ ਤਾਂ ਵੈਕਸ ਕੰਨਾਂ 'ਚ ਲਾਗੇ ਅੱਗੇ ਆਪੇ ਇਹ ਨੁਕਸਾ ਆਪਾਂ ਨੂੰ ਫੀਡਬੈਕ ਵੀ ਆਈ ਸੀ। ਵੈਕਸ ਜਿਹੜੀ ਕੰਨਾਂ ਨੂੰ ਵਿੱਚ ਲਾ ਕੇ ਨਾ ਚੋਪੜ ਕੇ ਜਿਵੇਂ ਲਾਈ ਦੀ 15 ਕੁ ਮਿੰਟਾਂ ਬਾਅਦ ਪਾਣੀ ਨਾਲ ਸਾਫ਼ ਕਰਨ। ਇੱਕ ਜਿਹੜੀ ਕੰਨ ਦੇ ਮਗਰ ਹੱਡੀ ਹੈ ਉਹਨੂੰ ਪੁਸ਼ ਕਰਨ, ਭਾਵੇਂ ਤੇਲ ਨਾਲ, ਘਿਓ ਨਾਲ, ਭਾਵੇਂ ਹੱਥ ਨਾਲ, ਜਿਵੇਂ ਕੋਈ ਚੀਜ਼ ਨੂੰ ਟਕੋਰ ਕਰੀ ਦੀ ਏਦਾਂ ਕਰਦੇ ਰਹਿਣ। ਬਰੋਕਲੀ ਦਾ ਜੂਸ ਪੀਣ, ਇਹਦੇ ਨਾਲ ਬੜਾ ਆਰਾਮ ਆਇਆ। ਕਈ ਨਾ ਕੋਈ ਚੱਕਰ, ਕੁਝ ਕਮਜ਼ੋਰੀ ਤੋਂ ਵੀ ਆਣੇ, ਕੋਈ ਬਲੱਡ ਪ੍ਰੈਸ਼ਰ ਤੋਂ ਆਣੇ, ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਨ ਤੇ ਫਿਰ ਵੇਖਣ ਕਰਨ ਵੀ ਸਾਨੂੰ ਆਰਾਮ ਆਉਂਦਾ ਕਿ ਨਹੀਂ। ਉਹ ਪਿੱਛੇ ਸੀ ਨਾ, ਮੈਂ ਇੱਕ ਨੁਕਸਾ ਮੈਂ ਵਰਤਣੀ ਹੁੰਦੀ ਆ, 5 ਪਤਾਸੇ ਤੇ 11 ਕਾਲੀ ਮਿਰਚ ਲੈ ਕੇ ਨਾ 1 ਕੱਪ ਪਾਣੀ 'ਚ ਉਬਾਲੋ, ਅੱਧਾ ਰਹਿ ਜਾਣਾ, ਸੁੰਘ ਸੁੰਘ ਕੇ ਨੱਕ ਤੇ ਫਿਰ ਪੀਵੋ। ਇਹਦੇ ਨਾਲ ਤੁਹਾਨੂੰ ਨੱਕ ਉਸੇ ਵੇਲੇ 2 ਮਿੰਟਾਂ 'ਚ ਖੁੱਲ ਜਾਂਦਾ ਹੈ। ਬੱਚੇ ਬੋਲਣ ਵਾਲਾ ਮੈਂ ਦੱਸਦੀ ਹਾਂ, ਪੂਰਾ ਨੁਕਸਾ ਵਰਤਣ। ਇੱਥੇ ਕੋਈ ਬੱਚਾ ਬਿਲਕੁਲ ਨਹੀਂ ਸੀ ਬੋਲਦਾ ਤੇ ਉਹ ਬੋਲਣ ਲੱਗ ਪਿਆ। ਸਾਰੇ ਵਾਰੀ ਉਹ ਸਾਰਾ ਕੁਝ ਵਰਤਦੇ ਰਹੇ ਨੇ। 7 ਸਾਲ ਦਾ ਸੀ। ਸੌਂਫ 2 ਚਮਚੇ ਪਾ ਕੇ ਨਾ ਛੋਟਾ ਗਲਾਸ ਪਾਣੀ ਦੇ ਵਿੱਚ ਉਬਾਲੋ, ਮਿਸ਼ਰੀ ਪਾ ਕੇ। ਜਦੋਂ ਅੱਧਾ ਕੁ ਸੁੱਕ ਜਾਏ ਨਾ, ਬਸ ਐਵੇਂ 2 ਚਮਚੇ ਦੁੱਧ ਹੀ ਪਾਉਣਾ, 2-3 ਚਮਚੇ, ਤੇ ਉਹਦੀ ਚਾਹ ਬਣਾ ਕੇ ਪੀਣ। ਸੌਂਫ ਦੀ ਚਾਹ ਹੀ ਬਣ ਗਈ ਸਮਝ ਲਓ, ਪੱਤੀ ਨਹੀਂ ਪਾਉਣੀ, ਸਿਰਫ 2-3 ਚਮਚੇ ਦੁੱਧ ਪਾਉਣਾ ਵਿੱਚ, ਉਹਦੇ ਅੱਧਾ ਕੱਪ ਰਹਿ ਜਾਵੇ। ਇੱਕ ਸਾਰਾ ਦਿਨ ਉਹਨੂੰ ਖੀਰੇ ਦੇ ਬੀਜ ਦੇਣ, ਘਰੋਂ ਚੱਪ ਚੱਪ ਕੇ ਖਾਈ ਰੱਖੇ ਕਰੇ। ਗੁਰਬੰਦੀ ਬਦਾਮ ਲੈ ਲਓ 7-8, ਜਿੰਨਾ ਕੁ ਉਮਰ ਦੇ ਹਿਸਾਬ ਨਾਲ, ਮੈਨੂੰ ਤਾਂ ਉਮਰ ਨਹੀਂ ਦੱਸੀ, ਜੇ ਵੱਡਾ ਤਾਂ 8-9 ਗਿਰੀਆਂ, 7-8 ਗਿਰੀਆਂ, ਛੋਟਾ ਤੇ 5 ਗਿਰੀਆਂ ਭਿਉਂ ਕੇ ਰਾਤ ਨੂੰ ਰੱਖ ਦਿਓ। ਸਵੇਰੇ ਛੋਟੀ ਇਲਾਚੀ ਪਾ ਕੇ, ਅੰਗੂਰ ਦੀ ਖੰਡ ਪਾ ਕੇ ਤੇ ਬਟਰ ਪਾ ਕੇ, ਬਟਰ ਜਿਹੜਾ ਸਲੈਕਸ ਵਾਲਾ ਨਹੀਂ ਪਾਉਣਾ, ਗੋਲ ਡੱਬੀਆਂ ਜਿਹੜਾ ਪਿਆ ਹੁੰਦਾ ਉਹ ਪਾਉਣਾ। ਉਹਨੂੰ ਰੋਜ਼ ਹੀ ਖਵਾਉਣ, 2 ਚਮਚੇ 3 ਚਮਚੇ ਬਣਾ ਕੇ ਨਾ। ਇੱਕ ਪਤਾ ਨਹੀਂ ਹੁਣ ਕਿੰਨਾ ਕਿ ਛੋਟੀ ਹਰੜ ਚੂਸ ਕੇ ਬਾਹਰ ਸੁੱਟਦਾ ਰਵੇ ਨਾ, ਤੇ ਉਹਦੀ ਜ਼ਬਾਨ ਬੜੀ ਛੇਤੀ ਖੁੱਲੇਗੀ। ਮੇਰੀ ਭਾਬੀ ਦਾ ਬੜਾ ਇਹ ਮੈਂ ਦੱਸਿਆ ਤੇ ਠੀਕ ਹੋ ਗਿਆ ਸੀ, ਉਹਨੂੰ ਬੜਾ ਆਰਾਮ ਆਇਆ ਹੈ। ਕਿੰਨੀ ਵਾਰੀ ਦੱਸਿਆ ਬਲਵਿੰਦਰ ਬੇਟਾ, ਮੈਂ ਆਨੀ ਆ ਜਿੰਦਾ ਮੂੰਹ ਪੱਕਦਾ, ਅੱਜ ਲਿਖ ਲਓ। ਇੱਕ ਤਾਂ ਮੂੰਹ ਪੱਕੇ ਨਾ ਤੇ ਉਹਨੇ ਗਰਮ ਚੀਜ਼ ਬਿਲਕੁਲ ਬੰਦ ਕਰੋ, ਖਾਣੋਂ ਬੰਦ ਕਰਿਆ। ਅਨਾਰ ਦਾ ਜੂਸ ਪੀਵੋ, ਚੂੜੀਆਂ ਕਰੋ ਨਾ ਦੇ ਪੱਤੇ ਜਿਹੜੇ ਨੂੰ ਉਬਾਲ ਕੇ। ਸਭ ਤੋਂ ਪਹਿਲਾਂ ਨੇ ਮੌਤ ਵਾਸਤੇ ਨੇ ਦੀ ਚੂੜੀਆਂ ਕਰੋ, ਥੋੜਾ ਚਮਕਣ ਜਿਹਾ ਤੇ ਲੱਗੇਗਾ ਮੂੰਹ 'ਚ, ਪਰ ਉਹਦੇ ਨਾਲ ਜਿਹੜੀ ਛਾਲਿਆਂ ਚੂਲਿਆਂ ਦੀ ਗੰਦਗੀ ਜਿੰਦੀ ਬਾਹਰ ਨਿਕਲਿਆ। 3-4 ਚੂੜੀਆਂ ਕਰੋ ਮੂੰਹ 'ਚ ਕਰਕੇ। ਵਿੱਚ ਜਾਇਫਲ ਭੁੰਨ ਕੇ ਨਾ ਪੀਸ ਕੇ ਤੇ ਪਾਣੀ 'ਚ ਗਲਾਸ ਠੰਡਾ ਘੋਲ ਕੇ ਉਹਦੀਆਂ ਵੀ ਚੂੜੀਆਂ ਕਰੋ। ਸਭ ਤੋਂ ਮੇਰਾ ਨੁਕਸਾ ਵੱਡਾ ਹੀ ਹੋਈ ਹੈ, ਮਿਸ਼ਰੀ ਧਾਗੇ ਵਾਲੀ, ਸਰਦਾਚੀਨੀ, ਨਿੱਕੀ ਇਲਾਚੀ ਤੇ ਸੌਂਫ। ਇਹਨੂੰ ਬਰਾਊਨ ਹੁੰਦੀ ਹੈ ਸਰਦਾਚੀਨੀ, ਖੰਡ ਮਛਰੀ ਵਰਗੀ ਹੁੰਦੀ, ਪੀਸ ਕੇ ਨੇ 1 ਚਮਚਾ ਠੰਡੇ ਦੁੱਧ 'ਚ ਘੋਲ ਕੇ ਲੈਂਦੇ ਜਾਓਗੇ, ਤੁਹਾਡੇ ਛਾਲੇ ਉਸੇ ਵੇਲੇ ਆਰਾਮ ਆਉਂਦਾ, ਪਰ ਪੀਂਦੇ ਰਹੋ ਜਿੰਨੇ ਚਿਰ ਆਰਾਮ ਨਹੀਂ ਆਉਂਦਾ। ਜਿਹੜਾ ਪੱਕਾ ਰਸਿਆ ਕੇਲਾ ਠੰਡੇ ਦੁੱਧ 'ਚ ਪਾ ਕੇ ਮੂੰਹ 'ਚ ਰੱਖ ਕੇ ਲੈਣ। ਬੀ ਕੰਪਲੈਕਸ ਦੇ ਜਿਹੜੇ ਠੰਡੇ ਹੁੰਦੇ ਨੇ ਕੈਪਸੂਲ, ਇੱਕ ਸਵੇਰੇ ਇੱਕ ਸ਼ਾਮੀ ਲੈ ਲੈਣ। ਗੈਲਸੀਰੀਨ ਜਿਹੜੀ ਹੈ ਨਾ, ਉਹਨੇ ਸੁਹਾਗਾ ਕਿਲ ਕਰਕੇ ਨਾ ਤੇ ਪੀਸ ਕੇ ਵਿੱਚ ਮਿਕਸ ਕਰਕੇ ਮੂੰਹ 'ਚ ਉਹ ਵੀ ਲੈਣ। ਛਾਲੇ ਤਾਂ ਬਿਲਕੁਲ ਉੱਡਦੇ ਜਾਂਦੇ ਨੇ, ਭਾਵੇਂ ਕਿੰਨੇ ਵੀ ਹੋਣ। ਤੇ ਰੋਜ਼ ਜੋ ਗੰਟੀਆਂ ਦਾ ਭੋਜਨ ਮੈਂ 3 ਵਾਰੀ ਅੱਗੇ ਦੱਸ ਚੁੱਕੀ ਹਾਂ, ਨੋਟ ਕਰ ਲੈਣ। ਗੰਟੀਆਂ ਜਿਹੜੀ ਹੈ ਨਾ, ਠੰਡੀ ਚੀਜ਼ ਨਾ ਖਾਣ, ਚੌਲ ਨਾ ਖਾਣ, ਲੱਸੀ ਪਾਣੀ ਜਿਹੜਾ ਹੁੰਦਾ ਠੰਡਾ ਉਹ ਚੀਜ਼ਾਂ ਨਾ ਲੈਣ। ਇੱਕ ਤਾਂ ਅਦਰਕ ਦਾ ਰਸ ਲੈ ਕੇ ਨਾ ਤੇ ਲਸਣ ਦਾ ਰਸ ਮਿਕਸ ਕਰਕੇ ਨਾ, ਥੋੜਾ ਕੋਸਾ ਕਰਕੇ ਤੇ ਵਿੱਚ ਉਹਦੇ ਤੇਲ ਪਾ ਲੈਣ, ਸਰੋਂ ਦਾ ਥੋੜਾ ਜਿਹਾ, ਤੱਤੇ ਨਾਲ ਮਾਲਚ ਕਰਕੇ ਨਾ ਉੱਤੇ ਕੋਈ ਚੀਜ਼ ਬੰਨਣ, ਜਿਵੇਂ ਕਰੀਦਾ। ਤਿਲਾਂ ਦੇ, ਇੱਕ ਲੌਂਗ ਦਾ ਤੇਲ ਤੇ ਤਿਲਾਂ ਦਾ ਤੇਲ ਤੇ ਬਦਾਮ ਰੋਗਣ, ਇਹ ਤਿੰਨੇ ਮਾਲਚ ਕਰਨੇ। ਇਹਦੇ ਨਾਲ ਗਰਮ ਇੱਕ ਪਾਈਆ ਪਪੀਤਾ ਲੈ ਲਓ, ਉਹਨੂੰ ਮਾੜਾ ਰਿੜ ਕੇ ਪਤਲਾ ਕਰ ਲਓ। ਥੋੜਾ ਪਤਲਾ ਹੋ ਜਾਏਗਾ ਨਾ ਤੇ ਉਹਨੂੰ ਰਿੜ ਕੇ ਪਤਲਾ ਕਰ ਲਓ। ਸੁੰਡ, ਮੱਗ, ਕਾਲੀ ਮਿਰਚ ਤੇ ਹਿੰਗ ਭੁੰਨ ਕੇ ਪਾਉਣੀ। ਜੈਫਲ, ਲੌਂਗ, ਵੱਡੀ ਇਲਾਚੀ, ਦਾਲਚੀਨੀ ਕੁੱਟ ਕੇ ਨਾ 1 ਚਮਚਾ ਉਹਦੇ 'ਚ ਘੋਲ ਦੇਣ ਕਰਨ, ਰੱਖ ਕੇ ਕੁੱਟ ਭਰੀ ਗਏ। ਇਹ ਗੰਟੀਆਂ ਵਾਸਤੇ ਤਾਂ ਇੰਨਾ ਆਰਾਮ ਆਇਆ, ਬਹੁਤ ਜ਼ਿਆਦਾ। ਕਦੀ ਹਫ਼ਤੇ 2-3 ਵਾਰੀ ਸੁੰਡ ਥੋੜੀ ਜਿਹੀ ਉਬਾਲ ਕੇ ਪੀ ਲਈ, 2-4 ਕੁੰਡ ਕਰਾਂ ਚੁੰਡੀਆਂ ਲੈ ਲਈਆਂ। ਅਸ਼ਵਗੰਧਾ ਦੇ ਕੈਪਸੂਲ ਬੜੇ ਜ਼ਰੂਰੀ ਨੇ, ਜਿਨ੍ਹਾਂ ਦੀ ਆਪਣਾ ਇਹ ਹੈਗੀ ਏ ਗੰਟੀਆ। ਕਿੰਨਾ ਕੁ ਦੱਸੀਏ, 5-4 ਨੁਕਸੇ ਵਰਤ ਲਓ ਤੇ ਉਸ ਤੋਂ ਪਿੱਛੇ ਫਿਰ ਆਪਾਂ ਵੇਖਾਂਗੇ ਕੀ ਹੈਗਾ ਕੀ ਨਹੀਂ, ਆਰਾਮ ਆਉਂਦਾ ਕਿ ਨਹੀਂ ਆਉਂਦਾ। ਜਿਨ੍ਹਾਂ ਨੇ ਐਗਜ਼ੀਮਾ ਆਖਿਆ ਨਾ, ਉਹਨਾਂ ਨੂੰ ਕਹੋ ਪਿੱਤ ਪਾਪੜਾ ਪੀਵੋ, ਅੰਦਰੋਂ ਤੁਹਾਨੂੰ ਉਹ ਨਿਕਲੇਗੀ। ਇੱਕ ਗੰਧਕ ਲੈ ਲੈਣ,
ਤੇ ਮੁਸ਼ਕਪੂਰ ਲੈ ਲੈਣ ਤੇ ਕੋਕੋਨਟ ਤੇਲ ਚ ਸਾਰਾ ਰਲਾ ਕੇ ਰੋਜ਼ ਮਾਰਨ, ਉਹਨਾਂ ਨਾਲ ਬੜੀ ਠੰਡ ਪੈ ਗਈ ਉਹਨਾਂ ਨੂੰ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਇਸੇ ਤਰ੍ਹਾਂ ਤੁਸੀਂ ਹੋਲਡ 'ਤੇ ਵੀ ਬਣੇ ਰਹੋ, ਆਪਾਂ ਇੱਕ ਬ੍ਰੇਕ ਵੀ ਲੈਣੀ ਆ ਕੁਛ ਕੁ ਮਿੰਟਾਂ ਤੱਕ। ਤੇਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੀ ਮੈਂ ਪੁੱਛਣਾ ਸੀ ਆਪਣੇ ਮਾਤਾ ਜੀ ਸਾਡੇ, ਤੇ ਉਹਨਾਂ ਨੂੰ ਪੈਣ ਲੱਗੇ ਰਾਤ ਨੂੰ ਨਾ, ਆਉਂਦੀ ਤਾਂ ਦਿਨੇ ਵੀ ਖੰਘ ਇੰਨੀ ਨਹੀਂ ਦਿਨੇ, ਪਰ ਰਾਤ ਨੂੰ ਜੋ ਪੈਂਦੇ ਨੇ ਸੌਂਦੇ ਨੇ ਤੇ ਉਹ ਖੰਘ ਬਹੁਤ ਛਿੜਦੀ ਹੈ ਉਹਨਾਂ ਨੂੰ। ਉਹ ਹੈਗੀ ਪੁਰਾਣੀ ਬਹੁਤ, ਠੀਕ ਹੈ, ਹਾਂ ਮਤਲਬ ਬਹੁਤ ਪੁਰਾਣੀ ਹੈ, ਹੁਣ ਨਹੀਂ ਹੈ। ਜਿਵੇਂ ਖੰਘ ਗਲੇ 'ਚ, ਜਿਵੇਂ ਜਿਵੇਂ ਖਰਸ ਜਿਹੀ ਹੁੰਦੀ ਹੈ ਗਲੇ 'ਚ, ਇੱਦਾਂ ਜਿਵੇਂ ਉਹਦੇ ਜਿਵੇਂ ਛਾਤੀ ਵਾਲੀ ਖੰਘ ਨਹੀਂ ਹੈ, ਉੱਦਾਂ ਜਿਵੇਂ ਢਿੱਡੋਂ ਜਿਵੇਂ ਸੀਗਾ। ਹਾਂ, ਉਹਦੇ ਕਈ ਨਾਂ ਰੱਖੇ ਹੋ ਆ, ਉਹ ਆ ਇਹ। ਹਾਂ, ਜਿਵੇਂ ਅੱਖਾਂ 'ਚ ਪਾਣੀ ਆ ਜਾਊਗਾ ਖੰਘ ਦੇ, ਜਾਂ ਬੋਲੋਗੇ ਫਿਰ ਖੰਘ ਆ ਜਾਊਗੀ, ਏਦਾਂ। ਠੀਕ ਹੈ, ਜਿਵੇਂ ਰਾਤ ਪਰ ਹੈਗਾ ਰਾਤ ਨੂੰ ਜ਼ਿਆਦਾ। ਠੀਕ ਹੈ, ਜਦੋਂ ਪੈਂਦੇ ਆ। ਹਾਂ ਪੈਂਦੇ ਨੇ, ਹੈਗੀ ਪੁਰਾਣੀ। ਅਸੀਂ ਡਾਕਟਰ ਨੂੰ ਦਿਖਾਇਆ ਸੀਗਾ, ਡਾਕਟਰ ਵੀ ਗੋਲੀ ਦੇ ਦਿੰਦੇ ਨੇ, ਪਰ ਖਾ ਫਰਕ ਨਹੀਂ ਹੁੰਦਾ ਉਹਦਾ। ਕੋਈ ਗੱਲ ਨਹੀਂ, ਕੋਈ ਨਹੀਂ ਪੁੱਛ। ਹਾਂਜੀ ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਤੇ ਜਿਹੜੀ ਕਈ ਵਾਰੀ ਕਾਲੀ ਖੰਘ ਕਹਿ ਦਿੰਦੇ ਆ, ਕਈ ਵਾਰੀ ਉਹਦੇ ਹੋਰ ਨਾਂ ਰੱਖੇ ਹੁੰਦੇ ਆ, ਉਹ ਖੰਘ ਇਹਨਾਂ ਨੂੰ ਪੁਰਾਣੀ ਖੰਘ ਆ। ਤੇ ਉਹਦੇ ਤੋਂ ਜੇ ਕਿਸੇ ਕੋਲ ਇਲਾਜ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਲਿਓ। ਉਹਨੇ ਇੱਕ ਬ੍ਰੇਕ ਤੋਂ ਬਾਅਦ 4082722520 ਸਟੂਡੀਓ ਦਾ ਫੋਨ ਨੰਬਰ ਹੈ। ਜਿਹੜੇ ਹੋਲਡ 'ਤੇ ਬਣੇ ਰਹਿਣਾ। ਤੇ ਵਾਪਸ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਣੀ ਸਿਹਤ ਦੀਆਂ ਆਪਾਂ ਗੱਲਾਂ ਬਾਤ ਕਰਦੇ ਹਾਂ। ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਸ ਦੀ ਗੱਲਬਾਤ ਹੁੰਦੀ ਹੈ। ਦੇਸੀ ਨੁਸਖੇ ਹੁੰਦੇ ਆ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ। ਸਿਰਫ ਅਤੇ ਸਿਰਫ ਆਯੁਰਵੈਦਿਕ ਤਰੀਕੇ, ਜਿਹੜੇ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆਸਾਨੀ ਦੇ ਨਾਲ ਮਿਲ ਜਾਂਦੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਅਤੇ ਤੁਸੀਂ ਉਸ ਨੂੰ ਸ਼ੇਅਰ ਕਰ ਸਕਦੇ ਹੋ। 4082722520 ਸਟੂਡੀਓ ਦਾ ਫੋਨ ਨੰਬਰ ਆ, ਜਿਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੀਆਂ ਕਾਲਸ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬੀ ਸਲਾਹ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ, ਓਹਾਇਓ, ਸੰਤ ਸਿੰਘ ਤੇ ਦੇਪਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਸੈਕਰਾਮੈਂਟ, ਕੁਲਵੰਤ ਸਿੰਘ, ਨਵਿੰਦਰ ਕੌਰ, ਬੋਥਲ, ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲਗਰੋ, ਗੁਰਮੀਤ ਸਿੰਘ ਚੱਲੀ, ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ, ਲਿਵਿੰਸਟਨ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਦਵਿੰਦਰ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਸਾਡੀ ਗੁੱਡੀ ਹੈਗੀ ਵੀ 1 ਸਾਲ ਦੀ, ਉਹਦੀ ਨਾ ਲੱਤਾਂ ਦੇ ਨਾੜਾਂ ਫੁੱਲ ਜਾਂਦੀਆਂ ਨੇ ਜਿੱਦਾਂ, ਤੇ ਜਦੋਂ ਬਹਿੰਦੀ ਆ ਤੇ ਪੈਰ ਨੀਲੇ ਹੋ ਜਾਂਦੇ ਆ, ਤੇ ਤੁਰਦੀ ਫਿਰਦੀ ਆ ਫਿਰ ਕਲਰ ਥੋੜਾ ਠੀਕ ਹੋ ਜਾਂਦਾ। ਤੇ ਜੇ ਕੋਈ ਹੋਮ ਰੈਮਡੀ ਜਾਂ ਕਿਸੇ ਨੂੰ ਕੋਈ ਆਈਡੀਆ ਹੋਵੇ ਤੁਸੀਂ ਦੱਸ ਸਕਦੇ। ਕਿੰਨੇ ਸਾਲਾਂ ਦੀ? ਉਹ 21 ਸਾਲ ਦੀ ਹੈ। 21 ਸਾਲ ਦੀ, ਠੀਕ ਹੈ, ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। 21 ਸਾਲ ਦੀ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਦਾਂ ਹਾਲ ਚਾਲ? ਠੀਕ ਹੈ ਜੀ। ਮੈਂ ਪ੍ਰੋਗਰਾਮ ਸੁਣਦੀ ਸੀ ਪਿਛਲੇ ਵੀਕ ਦਾ ਵੀ, ਮੈਂ ਸੁਣਿਆ ਕਿਸੇ ਨੂੰ ਚੱਕਰ ਆਉਂਦੇ ਆ। ਹਾਂਜੀ, ਪਹਿਲਾਂ ਵੀ ਦੱਸਿਆ ਸੀਗਾ, ਇਹਨੂੰ ਵਾਈਟ ਕੋ ਬਿਮਾਰੀ ਦੱਸਦੇ ਆ ਡਾਕਟਰ, ਤੇ ਇਹ ਸਿਰਫ ਐਕਸਰਸਾਈਜ਼ ਕਰਨੇ ਨਾਲ ਹੀ ਹਟਣੀ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੁਸੀਂ ਨਹਾਉਂਦੇ ਆ ਨਾ, ਤੇ ਤੌਲੀਏ ਦੇ ਨਾਲ ਕੰਨਾਂ ਨੂੰ ਛੇਕ ਕਰਿਆ ਕਰੋ। ਤੇ ਧੌਣਾ ਜਿਹੜੀ ਉਹਨੂੰ ਇੱਕ ਸਾਈਡ ਤੇ ਲਾਵੋ, ਫਿਰ ਦੂਜੀ ਤੇ ਲਾਵੋ, ਫਿਰ ਤੁਸੀਂ ਨਾ ਜਿਹੜੀ ਉਂਗਲੀ ਆ ਮੋਹਰੇ ਕਰਕੇ ਅੱਖਾਂ ਦੀ ਐਕਸਰਸਾਈਜ਼ ਵੀ ਕਰੋ। ਤੁਸੀਂ YouTube ਤੇ ਅੱਖਾਂ ਦੀ ਐਕਸਰਸਾਈਜ਼ ਦੇਖ ਸਕਦੇ ਆ। ਪਰ ਜਿਹੜੇ ਕੰਨ ਆ ਨਾ, ਜਿੱਦਾਂ ਤੁਸੀਂ ਕਹਿੰਦੇ ਆ ਉਹ 'ਚ ਵਾਟਰ, ਕੈਸਟਰੋ ਵਾਟਰ ਹੁੰਦਾ ਆ, ਪਰ ਉਹਦਾ ਵੀ ਇਹਦੇ ਨਾਲ ਆਰਾਮ ਆਉਂਦਾ ਹੈ। ਜੇ ਤੁਸੀਂ ਤੌਲੀਆ ਜਦੋਂ ਨਹਾਉਂਦੇ ਆ ਨਾ, ਰੂਟੀਨ ਬਣਾ ਲਓ ਕਿ ਅਸੀਂ ਜਿੱਦਾਂ ਖਿੜਕੀਆਂ ਆਪਾਂ ਚੜ੍ਹੀਆਂ ਹੁਣ ਤਾਂ ਛੇਕ ਕਰਦੇ ਆ ਨਾ, ਇੱਦਾਂ ਹਟਣੀਆਂ ਹੈ। ਹੋਰ ਇਹ ਕਿਸੇ ਬਿਮਾਰੀ ਨਾਲ ਨਹੀਂ ਹਟਣੀਆਂ, ਕੁਛ ਨਹੀਂ ਹੋਣਾ। ਤੇ ਮੈਂ ਹੁਣ ਸੁਣਿਆ ਸੀ ਕਿਸੇ ਨੇ ਢਿੱਡ ਵਿੱਚ ਦਰਦ ਹੁੰਦੀ ਆ, ਤੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਿਤੇ ਵੀ ਢਿੱਡ ਵਿੱਚ ਦਰਦ ਹੁੰਦੀ ਆ, ਬਹੁਤ ਲੋਕਾਂ ਨੂੰ ਆਰਾਮ ਆਇਆ ਇਹਦੇ ਨਾਲ। ਕਿ ਜਿਹੜੀ ਆਪਣੀ ਜੁਆਇਨ ਆ ਨਾ, ਉਹਨੂੰ 24 ਘੰਟੇ ਭੇਂ ਦੇਣਾ, ਤੇ ਉਹਨੂੰ ਭੇਂ ਕੇ ਤੇ ਫਿਰ ਉਹਦਾ ਪਾਣੀ 24 ਘੰਟੇ ਤੋਂ ਬਾਅਦ 1-2 ਫਿਰ ਤੁਸੀਂ ਧੋਣੇ, ਉਹ ਖਸਖਸ ਵਰਗੀ ਨਿਕਲ ਜਾਂਦੀ ਹੈ। ਉਹਨੂੰ ਫਿਰ ਤੁਸੀਂ ਰਗੜ ਕੇ ਪੀਓ, ਤੁਹਾਡੇ ਕਿਸੇ ਤਰ੍ਹਾਂ ਦੀ ਢਿੱਡ ਵਿੱਚ ਵੀ ਦਰਦ ਹੁੰਦੀ ਹੈ ਨਾ, ਉਹ ਹਟ ਜਾਂਦੀ ਆ। ਮੈਂ ਹੁਣੇ ਦੱਸਿਆ ਕਿ anxiety ਹੈ ਤੇ ਬਲੱਡ ਪ੍ਰੈਸ਼ਰ ਹੈਗਾ ਆ, ਇਹ ਸਭ ਤੋਂ ਵਧੀਆ
ਤਾਂ ਨਹੀਂ ਮੈਂ ਕਹਿ ਸਕਦੀ, ਜੇ ਤੁਸੀਂ ਸਵੇਰੇ ਉੱਠ ਕੇ ਕਪਾਲ ਭਾਤੀ ਕਰੋ ਨਾ ਤਾਂ ਲੰਮੇ ਲੰਮੇ ਸਾਹ ਨੱਕ ਦੇ ਲਵੋ, ਉਹਦੇ ਨਾਲ ਬਹੁਤ ਫਰਕ ਪੈਂਦਾ ਹੈ, ਕਿਉਂਕਿ ਤੁਹਾਡਾ ਦਿਮਾਗ ਜਿਹੜਾ ਨਾ ਠੀਕ ਰਹਿੰਦਾ ਹੈ। ਤੇ ਲੱਕ ਦੀ ਦਰਦ ਪੁੱਛਿਆ ਸੀਗਾ, ਇਹ ਨਾ ਪਾਣੀ ਵਾਲੀ ਬੋਤਲ ਜਿਹੜੀ ਹੈਗੀ ਆ ਲਾਲ ਰਬੜ ਦੀ, ਉਹ ਤੁਸੀਂ ਭਰ ਕੇ ਥੱਲੇ ਫਲੋਰ ਤੇ ਲੰਮੇ ਪੈ ਜਾਓ ਤੇ ਆਪਣੀਆਂ ਲੱਤਾਂ ਜਿਹੜੀਆਂ ਉਹ ਜਿਹੜਾ ਟੇਬਲ ਆਪਾਂ ਰੱਖਿਓ ਆ ਉਹਨਾਂ ਤੇ ਰੱਖ ਕੇ ਛੋਟੀ ਜਿਹੀ ਉੱਪਰ ਚਾਦਰ ਲੈ ਲਓ। ਟੀਵੀ ਜਦੋਂ ਦੇਖਦੇ ਆ ਤੇ ਸੌਣ ਲੱਗੇ ਪਹਿਲਾਂ ਬੈਕ ਦੇ ਥੱਲੇ ਰੱਖੋ, ਫਿਰ ਥੋੜੀ ਤੁਸੀਂ ਥੱਕ ਜਾਂਦੇ ਆ, ਫਿਰ ਆ ਜਿੱਥੇ ਗੁੱਤ ਥੱਲਿਓ ਆਪਣੇ ਪਿੱਛੋਂ ਬੈਕ ਉੱਪਰੋਂ ਸ਼ੁਰੂ ਹੁੰਦੀ ਹੈ ਰੀੜ੍ਹ ਦੀ ਹੱਡੀ, ਫਿਰ ਤੁਸੀਂ ਉੱਥੇ ਰੱਖੋ। ਤੁਸੀਂ ਆਪਣੀ ਰੀੜ੍ਹ ਦੀ ਹੱਡੀ ਆਪੇ ਫਿਕਸ ਕਰ ਸਕਦੇ। ਤੇ ਪਹਿਲਾਂ ਪੈਰਾਂ ਦੀਆਂ ਹੱਡੀਆਂ ਬਾਰੇ ਬਹੁਤ ਪੁੱਛਿਆ ਸੀਗਾ ਤੇ ਉਹ ਭੈਣ ਜੀ ਨੇ ਦੱਸਿਆ ਵੀ ਹੈਗਾ, ਪਰ ਜੇ ਤੁਸੀਂ ਆ ਪਾਣੀ ਪੀਣੇ ਵਾਲੀ ਬੋਤਲ ਨਾ ਜਿਹੜੇ ਆਪਾਂ ਪੀਂਦੇ ਆ ਨਾ ਘਰ ਵਿੱਚ, ਉਹਦੇ ਵਿੱਚ ਪਾਣੀ ਭਰ ਕੇ ਫਰੀਜ਼ਰ 'ਚ ਰੱਖ ਲਓ ਨਾ ਤੇ ਉਹ ਤੁਸੀਂ ਪੈਰਾਂ ਥੱਲੇ ਫੇਰੋ, ਉਹਦੇ ਨਾਲ ਵੀ ਕਾਫੀ ਆਰਾਮ ਆਉਂਦਾ ਹੈ। ਤੇ ਮੋਢਿਆਂ ਦੀ ਵੀ ਐਕਸਰਸਾਈਜ਼, ਜਿਹੜਾ ਕਹਿੰਦੇ ਮੋਢਾ ਮੇਰਾ ਬਹੁਤ ਦੁਖਦਾ ਜਿਵੇਂ ਸੁਣਿਆ, ਉਹ ਨਾ ਤੁਸੀਂ ਸਿੱਧੇ ਤਾਹਾਂ ਨੂੰ ਖੜੇ ਹੋ ਕੇ ਜਿਹੜਾ ਨੱਕ ਆ ਨਾ ਉਹ ਕੰਧ ਦੇ ਨਾਲ ਲੱਗੇ, ਜਿਹਦਾ ਢਿੱਡ ਵੀ ਨੱਕ ਦੇ ਨਾਲ ਲੱਗੇ, ਤੇ ਉਹ ਤੁਸੀਂ ਲੱਤਾਂ ਆਪਣੀਆਂ ਬਾਹਾਂ ਜਿੰਨੀਆਂ ਵੀ ਤਾਹਾਂ ਤੋਂ ਖਿੱਚ ਕੇ ਦੁਖੂਗੀਆਂ ਤਾਂ ਠੀਕ ਆ 1-2 ਦਿਨ, ਪਰ ਇਹਨਾਂ ਆਰਾਮ ਆ ਜਾਣਾ। ਫਿਰ ਤੁਸੀਂ ਉਹਨਾਂ ਨੂੰ ਥੱਲੇ ਸਿੱਜ ਲੈ ਆਓ, ਉਹੀ ਤੁਸੀਂ 5-7 ਵਾਰੀ ਕਰਕੇ ਫਿਰ ਤੁਸੀਂ ਬੈਠ ਕੇ ਨਾ ਜਦੋਂ ਆ ਤੁਹਾਡੀ ਧੌਣ ਆ ਇਹਨੂੰ ਇੱਕ ਸਾਈਡ ਨੂੰ ਕਰਦੇ ਆ, ਇੱਕਦਮ ਨਹੀਂ ਉਹਨੂੰ ਐਂ ਕਰੀ ਜਾਣਾ, ਉਹਨੂੰ ਥੋੜ੍ਹੀ ਦੇਰ 2-4 ਸਕਿੰਟ ਇੱਕ ਸਾਈਡ ਨੂੰ ਰੱਖਣਾ, ਫਿਰ ਦੂਜੀ ਸਾਈਡ ਨੂੰ ਰੱਖਣਾ। ਇਹ ਸਾਰੀਆਂ ਚੀਜ਼ਾਂ ਨਾ ਐਕਸਰਸਾਈਜ਼ ਦੇ ਨਾਲ ਹੀ ਹੋਣੇ ਵਾਲੀਆਂ ਆ। ਤੇ ਮੈਂ ਵੀ ਪੁੱਛਣਾ ਸੀ ਭੈਣ ਜੀ ਤੁਹਾਡੇ ਕੋਲੋਂ, ਮੇਰੀ ਓਵਰੀ ਵਿੱਚ ਨਾ ਸਿਸਟ ਹੈਗੀ ਤਾਂ ਛੋਟੀ ਆ, ਜੇ ਕਿਸੇ ਦੀ ਪਹਿਲਾਂ ਹੋਈ ਹੋਵੇ, ਕਿਸੇ ਚੀਜ਼ ਨਾਲ ਨਿਕਲੀ ਹੋਵੇ, ਮੈਂ ਬਹਾਦਰ ਵੀਰ ਸਿੰਘ ਜੀ ਨੂੰ ਵੀ ਅੱਗੇ ਪਹਿਲਾਂ ਕਿਹਾ ਸੀਗਾ ਜੇ ਉਹਨਾਂ ਕੋਲ ਵੀ ਕੋਈ ਰੈਸਪੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਣ। ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜੀ ਅਸਿਸਟ ਦਾ ਜ਼ਰੂਰ ਦੱਸਿਓ ਜੇ ਕਿਸੇ ਨੂੰ, ਕਿਉਂਕਿ ਇਹ ਤਾਂ ਖੁਦ ਆਪ ਬਹੁਤ ਇਲਾਜ ਦੱਸਦੇ ਸਾਨੂੰ। ਜਸਵਿੰਦਰ ਕੌਰ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੈਂ ਨਾ ਜਦੋਂ ਵੀ ਕੁਝ ਖਾਂਦੀ ਆ, ਚਾਹੇ ਮੈਂ ਪਾਣੀ ਪੀਵਾਂ, ਮੇਰਾ ਪੇਟ ਏਦਾਂ ਲੱਗਦਾ ਹੁੰਦਾ ਜਿੱਦਾਂ ਬਹੁਤ ਹੈਵੀ ਹੋ ਗਿਆ ਹੁੰਦਾ, ਜਿੱਦਾਂ ਨਾ ਸਵੈਲਿੰਗ ਜੀ ਹੋ ਗਈ ਆ, ਏਦਾਂ ਹੋ ਜਾਂਦਾ ਹੈਵੀ। ਇਹ ਨਹੀਂ ਪਤਾ ਕਿਹੜੀ ਚੀਜ਼ ਤੋਂ ਹੁੰਦਾ ਨਾ, ਕੋਈ ਪਤਾ ਨਹੀਂ। ਮੈਂ ਸਵੇਰ ਨੂੰ ਪਾਣੀ ਵੀ ਨਿਰਨੇ ਕਾਲ ਤੇ ਪੀਨੀ ਆ, ਪਾਣੀ ਵੀ ਏਦਾਂ ਹੀ ਪੀ ਕੇ ਫਿਰ ਏਦਾਂ ਹੀ ਹੋ ਜਾਂਦਾ ਆ। ਠੀਕ ਆ। ਤੇ ਇੱਕ ਮੈਨੂੰ ਖੰਘ ਜਿੱਦਾਂ ਬਹੁਤ ਆਉਂਦੀ ਆ ਹਨਾ, ਰੇਸ਼ੇ ਵਾਲੀ ਨਹੀਂ, ਵੈਸੇ ਹੀ ਖੰਘ ਹਟਦੀ ਨਹੀਂ ਖੰਘ। ਹਾਂਜੀ ਸੁੱਕੀ, ਹਾਂਜੀ ਗਲੇ 'ਚ ਜਿੱਦਾਂ ਰੇਸ਼ਾ ਹੁੰਦੀ ਹੈ ਏਦਾਂ ਲੱਗਦਾ ਆ, ਪਰ ਰੇਸ਼ਾ ਆਉਂਦੀ ਨਹੀਂ ਜਿੱਦਾਂ ਬਾਹਰ। ਰੇਸ਼ਾ ਸੁੱਕ ਗਈ ਰੇਸ਼ਾ? ਹਾਂਜੀ ਸੁੱਕ ਗਈ ਆ। ਹਾਂਜੀ ਠੀਕ ਹੈ। ਤੇ ਕਿਸੇ ਵੀ ਵੀਰ ਭੈਣ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਹਨਾ। ਜ਼ਰੂਰ ਜੀ ਜ਼ਰੂਰ, ਸੁਣਦੇ ਰਹੇ। ਓਕੇ ਹਾਂਜੀ ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਸੁੱਕੀ ਖੰਘ ਆ ਜੀ ਇਹ। ਗੁਰਵਿੰਦਰ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ 1-2 ਕੁਐਸਚਨ ਪੁੱਛਣੇ ਸੀਗੇ, ਇੱਕ ਦੱਸਣਾ ਸੀਗਾ ਜੀ, ਇੱਕ ਪੁੱਛਣਾ ਸੀਗਾ ਜੀ। ਉਹ ਜਿਹੜੇ ਮਿਲਦਾ ਨਹੀਂ, ਜਿਹੜਾ ਤੁਸੀਂ ਪ੍ਰਿਤ ਪਾਪੜਾ ਆਪਣੀ ਡੋਡੀ, ਉਹ ਮਾੜਾ ਜਿਹਾ ਦੱਸੋਗੇ? ਜਿਹੜੇ ਅਸੀਂ ਸੈਕਰਾਮੈਂਟੋ ਕਈਆਂ ਥਾਂ ਤੇ ਪੁੱਛਦੇ ਆ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਹ ਕੀ ਆ। ਠੀਕ ਹੈ ਠੀਕ। ਤੇ ਦੂਸਰਾ ਹੈਗਾ ਜੀ, ਇੱਕ ਨੀਂਦ, ਦੂਜਾ ਕੰਨਾਂ ਦੇ ਵਿੱਚ ਜਿਹੜਾ ਸੁਣਨ ਦੀ ਇੱਕਦਮ ਮੇਰੇ ਬ੍ਰਦਰ ਨੂੰ ਪ੍ਰੋਬਲਮ ਪੈ ਗਈ ਆ। ਇੱਕ ਭੈਣ ਜੀ ਨੇ ਦੱਸਿਆ ਸੀਗਾ ਵੀ ਉਹ ਉਹਦੇ ਦਾਲਚੀਨੀ ਦੇ ਵਿੱਚ ਤੇਲ 'ਚ ਭੁੰਨ ਕੇ ਪਾਵੇ, ਉਹ ਬਹੁਤ ਪਾਇਆ ਮਹੀਨਾ ਕੁ। ਜੇ ਹੋਰ ਕਿਸੇ ਨੂੰ ਪਤਾ ਹੋਏ ਤੇ ਉਹ ਦੱਸ ਸਕਦੇ ਆ ਜੀ। ਤੇ ਇੱਕ ਤੁਹਾਨੂੰ ਇੱਕ ਦੱਸਣਾ ਸੀ, ਟੱਟੀਆਂ ਤੋਂ, ਜੇ ਕਹਿੰਦੇ ਕਿਸੇ ਨੂੰ ਟੱਟੀਆਂ ਲੱਗੀਆਂ ਹੁੰਦੀਆਂ ਬਹੁਤ ਜ਼ਿਆਦਾ, ਵੀ ਉਹਨਾਂ ਪ੍ਰੋਬਲਮ 2 ਸਾਲ ਮੈਨੂੰ ਪਈ ਸੀਗੀ ਇੰਡੀਆ ਤੋਂ, ਉਹ ਕਿਸੇ ਤੋਂ ਆਰਾਮ ਨਹੀਂ ਆਇਆ ਸੀਗਾ ਜੀ। ਉਹ ਹੁਣ ਇੱਕ ਦਵਾਈ ਮਿਲੀ ਆ, ਹਰੇਕ ਸਟੋਰ ਤੋਂ ਮਿਲ ਜਾਂਦੀ ਆ, ਉਹਦਾ ਨਾਮ ਮੇਟਾ ਹੈ, META, ਔਰੰਜ ਵਿੱਚ ਪਾਊਡਰ। ਉਹ ਥੋੜ੍ਹਾ ਜਿਹਾ ਕੜਛੀ ਪਾਣੀ ਦੇ ਵਿੱਚ ਪਾ ਕੇ 1 ਚਮਚਾ ਲੈ ਲਓ ਤਾਂ ਉਸ ਵੇਲੇ ਆਰਾਮ ਆ ਜਾਂਦਾ ਆ। ਠੀਕ। ਫਿਰ ਜਦੋਂ ਵੀ ਪ੍ਰੋਬਲਮ ਜ਼ਿਆਦਾ ਮਿਰਚਾਂ ਨਹੀਂ ਪਚਦੀ, ਜੇ ਮਾੜੀ ਜਿਹੀ ਖਾ ਲਓ ਤਾਂ ਉਸੇ ਵੇਲੇ ਫੇਰ ਟੱਟੀਆਂ ਲੱਗ ਜਾਂਦੀਆਂ। ਉਹ ਥੋੜ੍ਹਾ ਜਿਹਾ ਫੇਰ ਪਾ ਲਓ ਇੱਕਦਮ ਜਦੋਂ ਵੀ ਤੁਹਾਨੂੰ ਟੁਲਟ ਆਉਣ। ਉਹ ਬਿਲਕੁਲ ਸਹਾਇਤਾ ਵਾਲੀ ਦਵਾਈ ਹੈ ਜੀ। ਉਹ ਆਮ ਸਟੋਰਾਂ 'ਚੋਂ, ਲੱਕੀ ਸਾਰਿਆਂ 'ਚੋਂ ਪਾਊਡਰ ਮਿਲਦਾ ਆ। ਮੇਟਾ ਹੈ ਜੀ, ਉਹਦਾ ਨਾਮ ਮੇਟਾ ਮਸੋ। ਠੀਕ ਹੈ। ਤੇ ਆ ਤੁਸੀਂ ਮਾੜਾ ਜਿਹਾ ਦੱਸ ਸਕਦੇ ਕਿੱਥੋਂ ਮਿਲਦੀਆਂ ਉਹ ਚੀਜ਼ਾਂ? ਉਹਨਾਂ ਨੂੰ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਹੈਗਾ। ਠੀਕ ਹੈ। ਤੁਹਾਡੇ ਵੱਲ ਸਟੋਰ ਨਾ ਥੋੜ੍ਹੇ ਛੋਟੇ ਹੈਗੇ ਆ, ਵੱਡਿਆਂ ਸਟੋਰਾਂ 'ਤੇ ਜਾਓ, ਜੁਬਾ ਸਿਟੀ ਚੱਲ ਜਾਓ, ਉੱਥੇ ਵੱਡੇ ਸਟੋਰ ਆ। ਇੱਧਰ ਆਉਂਦੇ ਤਾਂ ਇੱਧਰ ਵੀ ਗੇੜਾ ਮਾਰੋ, ਸਟੋਰਾਂ 'ਤੇ ਮਿਲ ਜੂਗੀ। ਸਰਜੀਤ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ,
ਭੈਣ ਜੀ ਹੁਣੇ ਦੱਸ ਕੇ ਗਏ ਨੇ ਜਿੱਦਾਂ ਉਹ ਬੋਤਲ ਨੂੰ ਫ੍ਰੀਜ ਕਰਕੇ ਪਾਣੀ ਦੀ ਬੋਤਲ ਨੂੰ ਹੱਡੀਆਂ ਵਾਸਤੇ, ਕਿਉਂਕਿ ਇਹ 2-3 ਵੀਕਾਂ ਦੇ ਵਿੱਚ ਕਾਫੀ ਬੰਦਿਆਂ ਨੇ ਪੁੱਛਿਆ ਵੀ ਪ੍ਰੋਬਲਮ ਹੈਗੀ ਹੈ ਹੱਡੀਆਂ ਨੂੰ। ਮੈਂ ਭੈਣ ਜੀ ਦੇਖਦੇ ਸੀ, ਕਿਸੇ ਭੈਣ ਜੀ ਨੇ ਦੱਸਿਆ ਸੀਗਾ, ਬਹੁਤ ਆਰਾਮ ਆਇਆ ਉਹਨਾਂ ਨੂੰ। ਤੇ ਮੈਂ ਵੀ ਇਹ ਦੱਸਣਾ ਚਾਹੁੰਦਾ ਸੀਗਾ ਕਿ ਵਧੀਆ ਆ ਜਿਹੜਾ ਕਿ ਬੋਤਲ ਫ੍ਰੀਜ ਕਰਕੇ ਪਾਣੀ ਦੀ ਤੇ ਭਾਰ ਦੇਣਾ ਆ ਥੱਲੇ ਪੈਰ ਦੇ ਥੱਲੇ ਹੱਡੀ ਤੇ ਨਾਲੇ ਮਸਾਜ ਹੋ ਜਾਂਦਾ, ਨਾਲੇ ਠੰਡ ਹੋਊਗੀ ਹਨਾ। ਉਹਨਾਂ ਆਰਾਮ ਉਹ ਕਹਿੰਦੇ ਸੀ ਬਹੁਤ ਆਇਆ, ਮੈਂ ਤਾਂ ਨਹੀਂ ਯੂਜ਼ ਕੀਤੀ ਪਰ ਵਧੀਆ ਆ ਜੀ। ਇਹ ਮੈਂ ਵੀ ਦੱਸਣਾ ਸੀਗਾ ਵਧੀਆ। ਤੇ ਬਾਕੀ ਭੈਣ ਜੀ ਮੈਂ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਜਿੱਦਾਂ ਪੰਜਾਬੀ ਰੇਡੀਓ ਤੋਂ ਜਿੰਨੇ ਵੀ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹਨਾ ਜੀ, ਜਿੰਨੇ ਵੀ ਪ੍ਰੋਗਰਾਮ ਜਿੰਨੀਆਂ ਵੀ ਰੈਮਡੀ ਆਪਣੇ ਸਰੋਤੇ ਦੱਸਦੇ ਇੱਕ ਦੂਜੇ ਨੂੰ, ਹੈ ਤਾਂ ਸਾਰੇ ਕਹਿੰਦੇ ਭਲੇ ਦਾ ਕੰਮ, ਸਾਰੇ ਕਰਦੇ ਵੀ ਇੱਕ ਦੂਜੇ ਦਾ। ਇਹ ਦੇਖੋ ਜੀ ਕਿੰਨਾ ਸ਼ੌਂਕ ਹੁੰਦਾ ਹੈ ਆਪਣੇ ਸਰੋਤਿਆਂ ਨੂੰ ਇੱਕ ਦੂਜੇ ਨੂੰ ਦੱਸਣ ਦਾ ਜੀ, ਭਲਾ ਵੀ ਆ ਤੇ ਭਲਾ ਮਨਾਉਣਾ ਵੀ ਚਾਹੀਦਾ। ਇਹ ਜਰੀਆ ਇੱਕ ਪੰਜਾਬੀ ਰੇਡੀਓ ਬਣਦਾ ਇਹ ਸਾਰੇ ਜਨਤਾ ਤੱਕ ਪਹੁੰਚਾਉਣ ਦਾ। ਨਹੀਂ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੀ ਆ ਵੀ ਕੋਈ ਸੁਖੀ ਹੋਵੇ, ਕੋਈ ਗੁਆਂਢੀ ਵੀ ਉਹ ਕਹਿੰਦਾ ਵੀ ਹੈ ਇਹ ਸੁਖੀ ਕਿਉਂ ਆ, ਦੁਖੀ ਕਿਉਂ ਨੀਗਾ। ਤੇ ਆਪਣੇ ਕਿੱਦਾਂ ਦੇ ਸਰੋਤੇ ਨੇ ਕਿ ਜਿਹੜਾ ਇੱਕ ਦੂਜੇ ਲਈ ਕਿੰਨਾ ਕਿੰਨਾ ਸਮਾਂ ਲਾਉਂਦੇ ਆ ਦੱਸਣ ਲਈ ਕਿ ਮੈਨੂੰ ਇਹ ਤੋਂ ਆਰਾਮ ਆਇਆ। ਨਹੀਂ ਤਾਂ ਕੋਈ ਵੀ ਸ਼ਰੀਕਾ ਭਾਈਚਾਰਾ ਲਾ ਲਓ, ਕੋਈ ਵੀ ਲਾ ਲਓ, ਕੋਈ ਕੰਮ ਵਧੀਆ ਕਰਦਾ ਉਹਨੂੰ ਛੱਡਦੇ ਨੇ ਲੋਕ। ਇਹ ਬਹੁਤ ਵਧੀਆ ਦੇਖੋ 10 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਨੂੰ ਸੁਣਦਿਆਂ ਨੂੰ, ਕਿੰਨਾ ਵਧੀਆ ਇਹ ਕੰਮ ਚੱਲ ਰਿਹਾ ਤੇ ਇੱਕ ਸਰੋਤੇ ਇੱਕ ਦੂਜੇ ਦਾ ਫਾਇਦਾ ਕਰਦੇ ਨੇ, ਭਲਾ ਕਰਦੇ ਨੇ। ਐਕਚੁਅਲੀ ਭਲਾ ਆ ਜਿਹੜਾ ਸਾਡਾ ਗਾਂ ਕੰਮ ਆਉਣਾ, ਇਹ ਭਲਾ ਕਰਨਾ ਵੀ ਚਾਹੀਦਾ। ਤੇ ਬਾਕੀ ਏਦਾਂ ਜ਼ਰੂਰੀ ਗਾ ਇਹ ਪ੍ਰੋਗਰਾਮ ਕੋਈ ਬਿਮਾਰ ਬੰਦਾ ਹੀ ਸੁਣਦਾ ਨਹੀਂ, ਚੰਗੇ ਬੰਦੇ ਵੀ ਜਿਹੜੇ ਤੰਦਰੁਸਤ ਉਹ ਵੀ ਸੁਣਦੇ ਆ ਤਾਂ ਕਿ ਕੁਝ ਚੀਜ਼ਾਂ ਲਿਖ ਕੇ ਉਹ ਕਿਸੇ ਨੂੰ ਦੱਸ ਸਕਣ, ਉਹ ਵੀ ਚੰਗੀ ਗੱਲ ਆ। ਹੁਣ ਅਸੀਂ ਆ ਕਈ ਵਾਰੀ ਜਦੋਂ ਦਾ ਵੀ ਸੁਣਦੇ ਆ ਅਸੀਂ ਸੁਣ ਕੇ ਗਾਂ ਕੋਸ਼ਿਸ਼ ਕਰੀ ਦੀ ਕਿਸੇ ਦਾ ਭਲਾ ਹੋ ਜਾਏ, ਕਰਨਾ ਵੀ ਚਾਹੀਦਾ ਆ। ਹੁਣ ਇਹ ਮਤਲਬ ਇਹ ਜਿਹੜੀਆਂ ਰੈਮਡੀਜ਼ ਹੁੰਦੀਆਂ ਕਈ ਵਾਰੀ ਇਹ ਤੁਸੀਂ ਆਪ ਦੇਖਣਾ ਆ ਕਿ ਕੋਈ ਦੇਸੀ ਚੀਜ਼ਾਂ ਬਹੁਤ ਗਰਮ ਹੁੰਦੀਆਂ, ਇਹ ਕਿੱਦਾਂ ਲੈਣੀਆਂ, ਕਿਵੇਂ ਲੈਣੀਆਂ। ਕਿਸੇ ਨੂੰ ਜ਼ਿਆਦਾ ਗਰਮੀ ਹੁੰਦੀ ਆ ਉਹ ਪਾਣੀ ਜ਼ਿਆਦਾ ਪੀਓ, ਕਿਸੇ ਨੂੰ ਸੀਰ ਫੁੱਟੀ ਆ ਇਹ ਕਿਵੇਂ ਤੁਸੀਂ ਜ਼ਿਆਦਾ ਲੈ ਲਈ ਆ ਉਹਨੂੰ ਘਟਾ ਦਿਓ, ਉਹਨੂੰ ਬੰਦ ਕਰ ਦਿਓ, ਦੁਬਾਰਾ ਸ਼ੁਰੂ ਕਰ ਦਿਓ, ਨਾ ਲਵੋ। ਇਹ ਤੁਸੀਂ ਆਪ ਦੇਖਣਾ ਕਿਉਂਕਿ ਡਾਕਟਰ ਤਾਂ ਕੋਈ ਹੈ ਨੀ ਗਾ। ਇੱਕ ਦੂਜੇ ਨੂੰ ਕਿਸੇ ਨੂੰ ਸਹੀ ਹੋ ਜਾਂਦਾ, ਕਿਸੇ ਨੂੰ ਨਹੀਂ ਹੁੰਦਾ। ਹੁਣ ਕਿਸੇ ਨੂੰ ਰਾਸ ਆ ਜਾਂਦਾ ਤੇ ਤੁਸੀਂ ਅਗਰ ਗਰਮੀ ਹੁੰਦੀ ਹੈ ਤੇ ਉਹਨੂੰ ਚੇਂਜ ਕਰ ਲਓ, ਇਹ ਤੁਹਾਡੇ ਤੇ ਡਿਪੈਂਡ ਹੈਗਾ। ਤੇ ਜਿੱਦਾਂ ਮੈਂ ਪਿੱਛੇ ਜੇ ਇੱਕ ਵਾਰੀ ਦੱਸਿਆ ਸੀਗਾ, ਜਿੱਦਾਂ ਪੰਜਾਬ ਦੇ ਵਿੱਚ ਆਪਾਂ ਸੀਰਾ ਬਹੁਤ ਵਰਤਦੇ ਹੁੰਦੇ ਸੀਗੇ ਪਸ਼ੂਆਂ ਵਾਸਤੇ, ਪਸ਼ੂਆਂ ਨੂੰ ਪਾਉਂਦੇ ਸੀਗੇ, ਪਰ ਇੱਥੇ ਆ ਕੇ ਪਤਾ ਲੱਗਾ ਵੀ ਸੀਰਾ ਜਿਹੜਾ ਆ ਉਹ ਇੱਥੇ ਤਾਂ ਬੰਦੇ ਖਾਂਦੇ ਆ, ਬੰਦੇ ਖਾਂਦੇ। ਸਹੀ ਗੱਲ, ਉਹ ਬੰਦੇ ਖਾਂਦੇ, ਉਹ ਬਲੈਕ ਸਟ੍ਰੈਪ ਮੋਲੈਸਿਸ ਲਿਖਿਆ ਹੁੰਦਾ, ਉਹ ਸਾਨੂੰ ਪਤਾ ਨਹੀਂ ਸੀਗਾ। ਹੁਣ ਇੱਥੇ ਬਰੈਡਾਂ ਤੇ ਲਾਉਂਦੇ ਆ, ਉਹ ਚੀਜ਼ਾਂ ਬਣਾਉਂਦੇ, ਕੇਕ ਬਣਾਉਂਦੇ ਆ। ਤੇ ਮੈਂ ਪੜ੍ਹਿਆ ਸੀਗਾ ਪਿੱਛੇ 15 ਚੀਜ਼ਾਂ ਦਾ ਫਾਇਦਾ ਹੁੰਦਾ ਸਰੀਰ ਨੂੰ, ਕਿਉਂਕਿ ਇਹ ਜਿਹੜਾ ਸਰੀਰ ਅਗਰ ਤੰਦਰੁਸਤੀ ਰਹੇਗਾ ਉਹਨੂੰ ਪ੍ਰੀਵੈਂਟ ਕਿੱਦਾਂ ਕਰਨਾ ਆਪਣੀ ਆਉਣ ਵਾਲੀ ਬਿਮਾਰੀ ਤੋਂ, ਆਉਣ ਵਾਲੀ ਜਿਹੜੀ ਬਿਮਾਰੀ ਆ ਉਹਨੂੰ ਕਿੱਦਾਂ ਰੋਕਣਾ। ਇਹ ਚੀਜ਼ਾਂ ਥੋੜ੍ਹੀਆਂ ਖਾਂਦੇ ਰਹਿਣਾ ਚਾਹੀਦਾ। ਨੁਕਸਾਨ ਤਾਂ ਹੈ ਹੀ ਨਹੀਂ। ਸੀਰਾ ਆ ਅਗਰ ਤੁਸੀਂ 1 ਚਮਚ ਖਾ ਵੀ ਲਿਆ ਉਹਦਾ ਕੋਈ ਨੁਕਸਾਨ ਨਹੀਂ ਗਾ। ਉਹਦੇ ਵਿੱਚ ਜਿੱਦਾਂ ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਆ। ਤੇ ਹੋਰ ਜਿਹੜੀਆਂ 15 ਚੀਜ਼ਾਂ ਚੋਂ ਮੈਂ 2-4 ਦੱਸ ਦਿੰਦਾ, ਜਿੱਦਾਂ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਵਧੀਆ, ਰੈੱਡ ਸੈੱਲ ਬਣਾਉਂਦਾ, ਹੇਅਰ ਲੋਸ ਲਈ ਵੀ ਕੰਮ ਆਉਂਦਾ, ਗੋਡੇ ਗਿੱਟੇ ਦੁਖਦੇ ਆ, ਜਿੱਦਾਂ ਕਹਿੰਦੇ ਮੋਢੇ ਦੁਖਦੇ ਆ ਜਾਂ ਧੌਣ ਅੜ ਜਾਂਦੀ ਆ, ਉਹ ਜਿਹੜਾ ਇਹ ਸੀਰਾ ਬਲੈਕ ਸਟ੍ਰੈਪ ਮੋਲੈਸਿਸ ਹੈਗਾ ਔਰਗੈਨਿਕ ਲੈਣਾ ਇੱਥੋਂ ਜੇ ਮਿਲਦਾ। ਜੇ ਇੰਡੀਆ ਵਾਲੇ ਸੁਣਦੇ ਹੋਣ ਤਾਂ ਚਲੋ ਸੀਰਾ ਆਮ ਅੱਜ ਕੱਲ੍ਹ ਬਣਦਾ ਹੀ ਆ, ਬਣ ਚੁੱਕਾ, ਚਲੋ ਕਿਸੇ ਨੇ ਰੱਖਿਆ ਹੋਊਗਾ ਲੈ ਲਓ। ਤੇ ਜੇ ਇੱਥੋਂ ਲੈਣਾ ਹੋਵੇ ਤਾਂ ਔਰਗੈਨਿਕ ਲੈਣਾ ਆ, ਕੋਈ ਮਿਲਾਵਟ ਨਾ ਹੋਈ ਹੋਵੇ। ਉਹਨੂੰ ਤੁਸੀਂ 1 ਚਮਚ ਤੋਂ ਸ਼ੁਰੂ ਕਰੋ, ਗਰਮ ਹੁੰਦਾ ਆ ਥੋੜ੍ਹਾ ਜਿਹਾ ਪਰ ਇਹ ਬਹੁਤ ਵਧੀਆ ਹੁੰਦਾ। ਇਹਦੇ 15 ਜੇ ਤੁਸੀਂ ਗੂਗਲ ਤੇ ਵੀ ਪਾਓਗੇ ਤੇ 15 ਵੱਖ-ਵੱਖ ਤਰ੍ਹਾਂ ਦੇ ਇਹ ਇਲਾਜ ਕਰਦਾ, ਸਰੀਰ ਵਾਸਤੇ ਵਧੀਆ ਹੁੰਦਾ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ। ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਕੋਈ ਬਿਮਾਰੀ ਆ, ਨਹੀਂ, ਤੁਸੀਂ ਆਉਣ ਵਾਲੀ ਬਿਮਾਰੀ ਨੂੰ ਪ੍ਰੀਵੈਂਟ ਕਰ ਸਕਦੇ ਆ ਇਹ ਖਾ ਕੇ। ਤੇ ਇਹ ਜ਼ਰੂਰੀ ਆ। ਤੇ ਦੂਜਾ ਮੈਂ ਨਾ ਇੱਕ BP ਵਾਸਤੇ ਵੀ ਕਹਿੰਦੇ ਸੀਗੇ ਭੈਣ ਜੀ, ਕਹਿੰਦੇ ਵੀ ਭਾਈ ਸਾਹਿਬ ਨੇ ਦੱਸਿਆ ਸੀ ਪ੍ਰੋਬਲਮ ਹੈਗੀ, ਚਲੋ ਉਹਨਾਂ ਨੂੰ ਵੱਧਦਾ ਘਟਦਾ ਰਹਿੰਦਾ, ਹੋਰ ਚੱਕਰ ਆ। ਪਰ ਪਿੱਛੇ ਜੇ ਮੈਂ ਦੱਸਿਆ ਸੀਗਾ ਉਹਦਾ ਫੀਡਬੈਕ ਵੀ ਕਾਫੀ ਵਾਰ ਆਇਆ। ਉਹ ਸਰਦੀਆਂ 'ਚ ਵੀ ਯੂਜ਼ ਕਰਦੇ ਪਰ ਸਰਦੀਆਂ 'ਚ ਨਹੀਂ ਕਰਨਾ ਚਾਹੀਦਾ, ਜ਼ਿਆਦਾ ਗਰਮੀਆਂ ਨੂੰ ਚਾਹੀਦਾ ਕਰਨਾ। ਜਿੱਦਾਂ 4 ਨਿੰਬੂ ਬਿਨਾਂ ਛਿੱਲੜ ਤੋਂ ਲੈਣੇ ਆ, 2 ਚਮਚ ਰਾਈ ਪਾਉਣੀ ਉਹਦੇ 'ਚ, 1 ਚਮਚ ਕਾਲਾ ਲੂਣ ਪਾਉਣਾ, ਉਹਨੂੰ ਚੰਗੀ ਤਰ੍ਹਾਂ ਮਿਕਸੀ 'ਚ ਉਹਨੂੰ ਗ੍ਰਾਈਂਡ ਕਰਕੇ ਰੱਖ ਲਓ। ਸਵੇਰੇ ਸ਼ਾਮ ਉਹਦਾ 1 ਚਮਚ ਲਵੋ। ਉਹ BP ਵਾਸਤੇ ਵੀ ਵਧੀਆ ਹੈਗਾ
ਤੇ ਭਾਰ ਘਟਾਉਣ ਲਈ ਵੀ ਵਧੀਆ। ਅਗਰ ਭਾਰ ਕਿਸੇ ਦਾ ਜ਼ਿਆਦਾ, ਇਹ ਯੂਜ਼ ਕੀਤਾ ਆ, ਮੈਂ ਇਹ ਤਾਂ ਦੱਸ ਰਿਹਾ। ਤੇ ਇੱਥੇ ਕਈਆਂ ਨੂੰ ਫਾਇਦਾ ਵੀ ਹੋਇਆ। ਮਤਲਬ ਜਿਹੜਾ ਬੀਪੀ ਆ ਚਲੋ ਇੰਨਾ ਤਾਂ ਨਹੀਂ, ਪਰ ਕੰਟਰੋਲ 'ਚ ਰਹਿੰਦਾ ਹੈਗਾ। ਇਹ ਜਿੱਦਾਂ 4 ਨਿੰਬੂ ਛਿਲਕੇ ਸਮੇਤ ਲੈਣੇ ਆ, ਭਾਰੇ ਭਾਰੇ ਜਿਹੇ, ਜਿਨ੍ਹਾਂ ਦਾ ਚੰਗੀ ਤਰ੍ਹਾਂ ਸ਼ਰਬਤ ਜਿਹਾ ਬਣ ਜਾਵੇ, ਤਾਂ ਕਿ ਤੁਸੀਂ ਚੰਗੀ ਤਰ੍ਹਾਂ ਨਗਾ ਸਕੋ। ਹਾਂਜੀ। ਤੇ ਬਾਕੀ ਇੱਕ ਪਿਛਲੇ ਹਫ਼ਤੇ ਨਾ ਕਿਸੇ ਨੇ ਕਿਹਾ ਸੀ ਬਹੁਤ ਹੱਡ ਪੈਰ ਦੁਖਦੇ ਆ, ਸਾਡਾ ਸਾਰਾ ਸਰੀਰ ਹੀ ਦੁਖਦਾ। ਉਹ ਤਾਂ ਚਲੋ ਇਹ ਡਾਕਟਰ ਦੇ ਡਿਪੈਂਡ ਕਿੱਦਾਂ ਉਹਨਾਂ ਨੇ ਕਰਾਇਆ, ਟੈਸਟ ਟੁਸਟ ਕਰਾਏ ਆ ਕਿ ਨਹੀਂ ਕਰਾਏ। ਅਗਰ ਜ਼ਿਆਦਾ ਪ੍ਰੋਬਲਮ ਹੈਗੀਆਂ ਤੇ ਨਹੀਂ ਕੋਈ ਦੇਸੀ ਚੀਜ਼ਾਂ ਜ਼ਿਆਦਾ ਪਚਦੀਆਂ ਨੇ, ਪਰ ਅਗਰ ਉਹ ਦੇਸੀ ਇਹ ਖਾ ਸਕਣ। ਇੱਕ ਆਰਟਰੀ ਕਿੰਗ ਹੁੰਦੀ ਹੈ, ARTRI ਕਿੰਗ, ਇਹ ਆਯੁਰਵੈਦਿਕ ਮੈਕਸੀਕੋ ਦੀ ਬਣੀ ਆ। ਇਹ ਬਹੁਤ ਬੰਦਿਆਂ ਨੂੰ ਏਦਾਂ ਫਾਇਦਾ ਹੋਇਆ ਜਿਹੜਾ ਸਰੀਰ ਜ਼ਿਆਦਾ ਦੁਖਦਾ, ਜਿਹਨੂੰ ਆਰਟਰੀ ਕਿੰਗ। ਇਹ ਤੁਸੀਂ ਲੈ ਸਕਦੇ ਹੋ। ਤੇ ਲਿਖਦੇ ਆ 3 ਲਵੋ ਦਿਹਾੜੀ ਦੀਆਂ, ਪਰ ਇੱਕ ਤੋਂ ਸ਼ੁਰੂ ਕਰੋ ਤੁਸੀਂ, ਇੱਕ ਹੀ ਲਵੋ ਦਿਹਾੜੀ ਦੀ ਜਾਂ 2 ਲੈ ਲਓ। ਇਹ ਆਪਣੇ ਤੇ ਡਿਪੈਂਡ ਕਰਦਾ ਕਿੰਨੀਆਂ ਲੈਣੀਆਂ। ਤੇ ਬਾਕੀ ਇਹ ਜਿਹੜਾ ਪ੍ਰੋਗਰਾਮ ਸਾਰੀ ਦੁਨੀਆ ਤੱਕ ਪੰਜਾਬੀ ਰੇਡੀਓ ਪਹੁੰਚਾ ਰਿਹਾ, ਲੋਕਾਂ ਦੇ ਭਲੇ ਲਈ ਆ। ਅਸੀਂ ਅਰਦਾਸ ਕਰਦੇ ਕਿ ਇਦਾਂ ਹੀ ਚੱਲਦਾ ਰਹੇ। ਤੇ ਬਾਕੀ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਪਾਂਸਰ ਕਰੋ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਨਾਲ ਸਾਰੀ ਦੁਨੀਆ ਤੱਕ ਪਹੁੰਚਾਇਆ ਜਾ ਸਕੇ, ਕਿਸੇ ਦਾ ਭਲਾ ਹੋਵੇ। ਤੇ ਇੱਕ YouTube ਚੈਨਲ ਚੱਲ ਰਿਹਾ ਪੰਜਾਬੀ ਰੇਡੀਓ ਦਾ, ਜਦੋਂ ਕਿਸੇ ਨੇ ਲਿਖਣਾ ਹੁੰਦਾ ਤੁਸੀਂ ਉੱਥੇ ਜਾਓ, ਉਹਨੂੰ ਸਬਸਕ੍ਰਾਈਬ ਕਰੋ ਤੇ ਇੱਕ ਘੰਟੀ ਦਾ ਬਟਨ ਹੁੰਦਾ, ਉਹਨੂੰ ਵੀ ਕਲਿੱਕ ਕਰ ਦਿਓ। ਤੁਹਾਨੂੰ ਜਦੋਂ ਵੀ ਉਹ ਪ੍ਰੋਗਰਾਮ ਸ਼ੁਰੂ ਹੁੰਦਾ ਉਹ ਤੁਹਾਨੂੰ ਫੋਨ ਤੇ ਉਹਦੀ ਨੋਟੀਫਿਕੇਸ਼ਨ ਆ ਜਾਊਗਾ ਵੀ ਪ੍ਰੋਗਰਾਮ ਸ਼ੁਰੂ ਹੋਣ ਲੱਗਾ। ਤੁਸੀਂ ਉਹਨੂੰ ਸਬਸਕ੍ਰਾਈਬ ਕਰੋ, ਆਪਣੇ ਰਿਸ਼ਤੇਦਾਰਾਂ ਨੂੰ ਦੱਸੋ, ਤਾਂ ਕਿ ਇਹ ਵਧੀਆ ਤਰੀਕੇ ਨਾਲ ਸਾਰਿਆਂ ਤੱਕ ਪਹੁੰਚਾਇਆ ਜਾ ਸਕੇ। ਜੀ ਹਾਂਜੀ ਭੈਣ ਜੀ, ਸਾਰੇ ਸਰੋਤਿਆਂ ਸਾਰਿਆਂ ਨੂੰ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਅੱਜ YouTube ਨੂੰ ਸਬਸਕ੍ਰਾਈਬ ਕਰਨ ਲਈ ਕਹਿ ਕੇ ਗਿਆ, ਜ਼ਰੂਰ ਕਰੋ ਜੀ। ਜਦ ਵੀ ਇਹ ਅਪਲੋਡ ਹੋ ਜਾਣਗੀਆਂ ਤੁਹਾਡੇ ਕੋਲ ਫਿਰ ਸਿੱਧੀਆਂ ਆ ਵੱਜਦੀਆਂ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪਿਆ, ਬਹੁਤ ਗੱਲਾਂ ਦਾ ਪਤਾ ਲੱਗਦਾ। ਹਾਂਜੀ ਭੈਣ ਜੀ, ਮੈਂ ਪੁੱਛਣ, ਇੱਕ ਤਾਂ ਮੈਂ ਹੁਣੇ ਜਿਹੜਾ ਇਹਨਾਂ ਨੇ ਦੱਸਿਆ ਆ 4 ਨਿੰਬੂ ਲੈ ਕੇ ਕਾਲਾ ਲੂਣ ਪਾਉਣਾ ਥੋੜਾ ਜਿਹਾ, ਕੀ ਰਾਈ ਦੱਸਿਆ ਪਾਉਣੀ? ਰਾਈ ਜੀ ਜੀ। ਅੱਛਾ, ਚੱਕ ਕੇ ਤਾਂ ਫਿਰ ਉਹ ਲੈਣਾ ਹੈ ਨਾ। ਹਾਂਜੀ, ਤੁਸੀਂ ਉਹ ਏਦਾਂ ਕਰਿਓ, ਥੋੜਾ ਅੱਧਾ ਕੁ ਬਣਾ ਲਿਓ, ਕਿਉਂਕਿ ਆਪਣਾ ਸਰੀਰ ਦੇਖਿਓ ਕਿਸੇ ਨੂੰ ਚੀਜ਼ ਪਚਦੀ ਜਾਂ ਨਹੀਂ। ਤੁਹਾਡੀਆਂ ਲੱਤਾਂ ਦੁਖਣ ਲੱਗ ਪਈਆਂ ਤੁਹਾਨੂੰ, ਜਾਂ ਇਸ ਤਰ੍ਹਾਂ ਦੀਆਂ ਕੋਈ ਵੀ ਪ੍ਰੋਬਲਮਾਂ ਆਉਂਦੀਆਂ ਤਾਂ ਉਹਨੂੰ ਬੰਦ ਕਰ ਲਿਓ। ਹਾਂਜੀ, ਤੇ ਦੱਸਿਆ ਹੈਗਾ ਇਹਦੇ ਵਾਸਤੇ ਆਰਟੀ ਕਿੰਗ ਦਵਾਈ ਦੱਸੀ, ਆਰਟੀ ਕਿੰਗ। ਹਾਂਜੀ ਹਾਂਜੀ, ਆਰਟਰੀ ਕਿੰਗ। ਆਰਟਰੀ ਕਿੰਗ, ਓਕੇ ਓਕੇ, ਚਲੋ ਇਹ ਵੀ ਮੈਨੂੰ ਨਵੀਂ ਚੀਜ਼ ਦਾ ਪਤਾ ਲੱਗ ਗਿਆ ਹੈ ਨਾ। ਤੇ ਮੈਂ ਪੁੱਛਣਾ ਸੀ ਭੈਣ ਜੀ ਵੀ 9-10 ਸਾਲ ਦਾ ਬੱਚਾ, ਉਹਨੂੰ ਥਾਇਰਾਇਡ ਦੱਸਿਆ ਆ। ਇਹ ਨਹੀਂ ਮੈਨੂੰ ਪਤਾ ਲੱਗਿਆ ਵੀ ਵੱਧਦਾ ਕਿ ਘਟਦਾ, ਪਰ ਸਰੀਰ ਬਹੁਤ ਭਾਰਾ ਹੋਈ ਜਾਂਦਾ ਤੇ ਸੁਸਤੀ ਰਹਿੰਦਾ ਬੱਚਾ, ਸੁਸਤ ਜਿਹਾ। ਠੀਕ ਆ। ਹਾਂ, ਇਹ ਮੈਨੂੰ ਜ਼ਰੂਰ ਦੱਸਿਓ ਕੋਈ ਭੈਣ ਭਰਾ ਸੁਣਨ ਵਾਲਾ ਜਿਹਨੂੰ ਪਤਾ ਹੋਵੇ ਕਿ ਘਟਦਾ ਵਾਸਤੇ, ਜੇ ਘਟਦਾ ਆ ਤਾਂ ਏਦਾਂ ਹੁੰਦੀ, ਜੇ ਵੱਧਦਾ ਹੋਵੇ ਤਾਂ ਏਦਾਂ ਹੁੰਦੀ, ਵੀ ਉਹਦੇ ਲਈ ਕੀ ਇਲਾਜ ਕੀ ਕਰਨਾ ਚਾਹੀਦਾ ਆਪਾਂ ਨੂੰ, ਹਨਾ? ਠੀਕ ਆ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਹਰਭਜਨ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਮੇਰਾ ਕੁਐਸਚਨ ਹੈ ਜੀ ਕਿ ਮੈਂ ਨਾ 2 ਸਾਲ ਪਹਿਲਾਂ ਇੰਡੀਆ ਤੋਂ ਇੱਕ ਤਾਂ 16 ਚੀਜ਼ਾਂ ਵਾਲਾ ਜਿਹੜਾ ਇੱਕ ਵਾਰ ਭਾਜੀ ਨੇ ਕਿਸੇ ਨੇ ਦੱਸਿਆ ਸੀ, ਉਹ ਮੰਗਵਾਇਆ ਸੀ ਪਾਊਡਰ ਪਿਸਵਾ ਕੇ। ਤੇ ਇੱਕ ਮੈਂ 4 ਚੀਜ਼ਾਂ ਜਿਹੜੀਆਂ ਅਫਲਾਤੀਨ ਤੇ ਉਹ ਸਾਰਾ ਕੁਝ ਪਾਊਡਰ, ਉਹ ਵੀ ਮੈਂ ਮੰਗਵਾਇਆ ਸੀ। ਕਿ ਉਹ ਖਰਾਬ ਤਾਂ ਨਹੀਂ ਹੋ ਜਾਊਗਾ? ਇਹ ਮੈਨੂੰ ਕੋਈ ਦੱਸੇ ਪਲੀਜ਼। ਤੇ ਦੂਸਰਾ, ਮੇਰੀ ਮਦਰ ਇਨ ਲਾ ਨੇ ਐਪਲ ਸਾਈਡਰ ਦੇ ਵਿੱਚ ਦਾਖਾਂ ਜਾਂ ਕਿਸ਼ਮਿਸ਼ ਕਹਿੰਦੇ ਆ, ਉਹ ਭੇਂ ਕੇ ਰੱਖੀ। ਉਹ ਕਾਹਦੇ ਵਾਸਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਪਲੀਜ਼ ਮੈਨੂੰ ਦੱਸੋ। ਉਹਦੇ ਬਾਰੇ ਕਿਸੇ ਨੂੰ ਕੁਝ ਪਤਾ ਤਾਂ ਪਲੀਜ਼। ਠੀਕ ਹੈ ਜੀ, ਠੀਕ ਹੈ। ਉਹਦੇ 'ਚ ਥੋੜਾ ਪਾਣੀ ਪਾ ਲਿਓ, ਨਹੀਂ ਤਾਂ ਬਹੁਤ ਤੇਜ਼ ਹੁੰਦੀਆਂ। ਬਸ ਇਹ ਨੁਕਸਾਨ ਨਹੀਂ ਹੋਊਗਾ ਜੇ ਖਾ ਵੀ ਲੈਣਗੇ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ, ਮੈਂ ਕਿਹਾ ਉਹ ਕਹਿੰਦੇ ਸੀ ਫੰਗਸ ਦਾ। ਹਾਂਜੀ। ਤੇ ਉਹ ਫੰਗਸ ਦਾ ਜਿਹੜਾ ਆਪਣਾ ਆਪਾਂ ਬਹੁਤਾ ਹੀ ਵਰਤਦੇ ਅੱਗੇ ਵੀ, ਉਹ ਐਪਲ ਸੀਡਰ ਜਿਹੜਾ ਆ ਅਗਾਉਣ ਚਾਹੀਦਾ ਜੀ। ਉਹਦੇ ਉੱਤੇ ਪਤੂੰਬਾ ਭੇਜ ਕੇ ਥੋੜੇ ਚਿਰ ਬਾਅਦ ਲਾਈ ਜਾਣ, ਝੱਟ ਹਟ ਜਾਣਾ 2 ਦਿਨਾਂ ਦੇ ਵਿੱਚ। ਠੀਕ ਹੈ ਜੀ। ਹਾਂਜੀ, ਪਰ ਇਹ ਦੂਜਾ ਸਿਰਕਾ ਨਹੀਂ ਮੈਂ ਕਿਸੇ ਨੂੰ ਦੱਸਿਆ। ਉਹ ਜੀ ਕਹਿੰਦੇ ਇਸ ਤਾਂ ਗਿਰਨ ਲਿਆ ਕੇ ਰੱਖ ਲਿਓ। ਮੈਂ ਕਿਹਾ ਉਹ ਨਹੀਂ, ਮੈਂ ਤੁਹਾਨੂੰ ਕਿਹਾ ਸੀ। ਤੇ ਦੂਜਾ ਐਪਲ ਨਹੀਂ ਲਿਆਉਣੀ, ਬੋਤਲ ਲਿਆਉਣੀ ਹੈ। ਠੀਕ ਹੈ। ਹਾਂਜੀ, ਤੇ ਦੂਜੇ ਜਿਹੜੇ ਵੀਰ ਜੀ ਕਹਿੰਦੇ ਅਸੀਂ ਆਂਡੇ ਆ, ਤਾਂ ਉਹ ਆਂਡੇ ਛੱਡ ਕੇ ਦੇਖੋ, ਉਹਨੂੰ ਅਲਰਜਿਕ। ਹਾਂਜੀ, ਬਹੁਤ ਸਾਰੇ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ ਪਚਦੀਆਂ ਜੀ।
ਹਾਂਜੀ ਹਾਂਜੀ। ਦੂਜਾ ਮੈਂ ਉਹ ਪੁੱਛਦੀ ਸੀ ਕਿ ਮੋਢੇ ਤਾਂ ਗਰਦਨ ਬਹੁਤ ਦੁਖਦੀ ਆ, ਤੇ ਉਹ ਤੇ ਮੈਨੂੰ ਖੁਦ ਆਪਣ ਮੈਂ ਵਰਤੀ ਆ, ਤੇ ਮੈਨੂੰ ਵੀ ਉਹਨਾਂ ਨੇ ਸਰਜਰੀ ਦੱਸਦੀ ਸੀ ਨੈਕ ਦੀ, ਤੇ ਮੈਂ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਕਿਸੇ ਨੇ ਦੱਸਿਆ ਆਪਣੇ ਰੇਡੀਓ ਤੇ ਹੀ ਕਿ ਸਰਾਣਾ ਛੱਡ ਦਿਓ। ਜਿੱਦਣ ਦਾ ਮੈਂ ਸਰਾਣਾ ਛੱਡਿਆ, ਯਕੀਨ ਕਰੋ ਮੇਰੇ ਬਿਲਕੁਲ ਪੇਨ ਨਹੀਂ ਹੁੰਦੀ, ਕੋਈ ਸਰਜਰੀ ਦੀ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਹਾਂ, ਇਹ ਤਾਂ ਬਹੁਤ ਵਾਰੀ ਵੈਸੇ ਪੁਰਾਣੀ ਮਿੱਥ ਹੈਗੀ ਵੀ ਸਰਾਣਾ ਨਾ ਲਾਓ। ਹਾਂਜੀ, ਛੱਡ ਕੇ ਦੇ ਲੈਣ, ਜੇ ਉਹਨਾਂ ਹਟ ਗਿਆ ਠੀਕ ਆ, ਨਾ ਉਹਦਾ ਚਲੋ ਦੁੱਧ ਲੈ ਲੈਣ ਫਿਰ। ਪਰ ਮੈਂ ਆਪਣੀ ਦੱਸਦੀ ਆ, ਮੇਰੇ ਨਾਲ ਬਿਲਕੁਲ ਹੋਇਆ ਏਦਾਂ। ਤੇ ਸਹੀ, ਥੈਂਕ ਯੂ ਤੁਹਾਡਾ ਬਹੁਤ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਤਾਂ ਜਿਹੜਾ ਦੱਸਦੇ ਨੇ ਉਹ ਮੈਂ ਵੀ ਦੱਸਿਆ ਸੀਗਾ, ਐਕਸਰਸਾਈਜ਼ ਦੀਆਂ ਚੀਜ਼ਾਂ ਨੇ ਜਿਹਨਾਂ ਦੀ ਗਰਦਨ ਦੁਖਦੀ ਹੈ ਤੇ ਮੋਢੇ ਦੁਖਦੇ ਨੇ ਤੇ ਜਿਹਨਾਂ ਦੇ ਕੰਨਾਂ 'ਚ ਵੀ ਛਾਂ ਹੁੰਦੀ, ਜੋ ਵੀ ਹੁੰਦਾ ਇਹ ਸਾਰਾ ਐਕਸਰਸਾਈਜ਼ ਦੀ ਕਮੀ ਹੈਗੀ ਆ ਔਰ ਇਹ ਕਰਨੀ ਚਾਹੀਦੀ ਆ। ਮੈਂ 2-3 ਚੀਜ਼ਾਂ ਦੱਸਦੀ ਹਾਂ ਫਟਾਫਟ ਟਾਈਮ ਨੂੰ ਦੇਖਦੇ ਹੋਇਆ। ਇੱਕ ਤੇ ਜਿਹਨਾਂ ਦੇ ਨੌਂ ਕਹਿੰਦੇ ਨੇ ਨਾ ਵੀ ਨੌਂ ਤੇ ਲਾਈਨਾਂ ਪੈ ਗਈਆਂ ਨੇ ਤੇ ਪਾਟੇ ਜਿਹੇ ਦਿਖਾਈ ਦੇਣ ਲੱਗ ਪਏ ਨੇ, ਉਹ ਸਵਾ ਕੇ ਵਿਟਾਮਿਨ ਡੀ ਦੀ ਕਮੀ ਹੈਗੀ ਆ। ਉਹ ਖੂਨ ਟੈਸਟ ਕਰਾ ਲੈਣ, ਉਹਨਾਂ ਦਾ ਰਿਜ਼ਲਟ ਵੀ ਆ ਜਾਏਗਾ। ਪਰ ਉਹਦੇ ਲਈ ਆਪਣਾ ਇਲਾਜ ਇਹੀ ਹੈ ਕਿ 1 ਘੰਟਾ ਡੇਲੀ ਜ਼ਰੂਰ ਧੁੱਪੇ ਬੈਠਿਆ ਕਰਨ, ਧੁੱਪ ਲਵਾਇਆ ਕਰਨ ਸਰੀਰ ਨੂੰ, ਤੇ ਜਾਂ ਫਿਰ ਕੱਚ ਦੀ ਬੋਤਲ ਪਾਣੀ ਦੀ ਭਰ ਕੇ ਬਾਹਰ ਧੁੱਪੇ ਰੱਖ ਦਿਆ ਕਰਨ ਤੇ ਸ਼ਾਮ ਤੱਕ ਉਹ ਦਿਨ 'ਚ 2 ਵਾਰੀ ਲੈ ਲਿਆ ਕਰਨ। ਔਰ ਵਿਟਾਮਿਨ ਡੀ ਵਾਲਾ ਦੁੱਧ ਜ਼ਰੂਰ ਲੈਣ, ਜੀ ਉਹਨਾਂ ਨੂੰ ਪਚ ਜਾਂਦਾ ਆ, ਇਹ ਪੂਰੀ ਹੋ ਜਾਂਦੀ ਕਮੀ 'ਚ। ਇੱਕ ਨਾ ਹੁਣੇ ਜੇ ਦੱਸ ਕੇ ਗਏ ਨੇ ਗੱਲਾਂ ਤਾਂ ਬਹੁਤ ਲਿਖੀ, ਥਾਇਰਾਇਡ ਵਾਲਾ ਜਿਹੜਾ ਬੱਚਾ ਦੱਸਿਆ ਵੀ ਸੁਸਤ ਰਹਿੰਦਾ ਹੈ ਤੇ ਮੋਟਾ ਹੋ ਰਿਹਾ ਹੈ ਨਾ, ਵੇਟ ਵੱਧ ਰਿਹਾ, ਇਹ ਥਾਇਰਾਇਡ ਦੀ ਕਮੀ ਹੈ। ਬਲਵਿੰਦਰ ਜੀ, ਮੇਰਾ ਆਪਣਾ ਇਹ ਤਜਰਬਾ ਕਿ ਮੇਰਾ ਸਭ ਤੋਂ ਵੱਡਾ ਬੇਟਾ ਜਿਹੜਾ, ਉਹਦੀ ਉਮਰ ਇਸ ਵੇਲੇ 50 ਸਾਲ ਦੀ ਹੈ ਜੀ, ਉਹਦੀ ਬਰਥ ਤੋਂ ਗਲਾਈਂਡ ਹੈ ਨਹੀਂ ਸੀ ਥਾਇਰਾਇਡ ਦੀ, ਔਰ ਉਹ ਪੈਦਾ ਹੋਇਆ 1 ਮਹੀਨੇ ਵਿੱਚ ਉਹਦਾ ਵੇਟ ਕਿੰਨਾ ਵੱਧ ਗਿਆ ਔਰ ਲੈਂਥ ਉਹਦੀ ਵਧੀ ਨਹੀਂ ਤੇ ਮੂੰਹ ਦੇ ਅੱਗੇ ਉਹਦੀ ਜੀਭ ਰਹਿੰਦੀ ਸੀ। ਤੇ ਉਹ ਸਾਨੂੰ 1 ਸਾਲ ਤਾਂ ਬਿਲਕੁਲ ਪਤਾ ਨਹੀਂ ਲੱਗਾ, ਪਰ ਟ੍ਰੀਟਮੈਂਟ 'ਚ ਇਹ ਆਇਆ ਵੀ ਉਹਨੂੰ ਥਾਇਰਾਇਡ ਦੀ ਗਲਾਈਂਡ ਜਿਹੜੀ ਹੈਗੀ ਹੁੰਦੀ ਬਰਥ ਤੋਂ ਹੀ ਹੈ ਨਹੀਂ ਗੀ। ਉਹਨੂੰ ਅਸੀਂ ਹੁਣ ਤੱਕ ਵੀ ਆਇਓਡੀਨ ਦਿੰਦੇ ਹਾਂ, ਉਹਨਾਂ ਦਿਨਾਂ 'ਚ ਅਸੀਂ ਡ੍ਰੌਪਸ ਦਿੰਦੇ ਹੁੰਦੇ ਸੀ, ਛੋਟਾ ਸੀ ਜਿੰਨੀ ਦੇਰ ਤੱਕ। ਫਿਰ ਜਦੋਂ 6-5 ਸਾਲ ਦਾ ਹੋਇਆ ਫਿਰ ਅਸੀਂ ਉਹਨੂੰ ਦਿੱਤਾ ਜੀ। ਇਹਨਾਂ ਦਾ ਬੱਚਾ ਬੋਲਦਾ ਠੀਕ ਠਾਕ ਹੈ, ਕਿਸ ਤਰ੍ਹਾਂ ਇਹ ਹੁਣ ਇਹਨਾਂ ਨੂੰ ਪਤਾ ਹੈਗਾ ਜੇ ਸੁਣਦੇ ਨੇ, ਤੇ ਇਹਦਾ ਇਹ ਹੈ ਕਿ ਉਹਨਾਂ ਨੂੰ ਆਇਓਡੀਨ ਦੀ ਕਮੀ ਹੈਗੀ ਆ, ਉਹਦੇ ਬਾਰੇ ਕੁਛ ਵੀ ਦੇਣ। ਅਸੀਂ ਆਪਣੇ ਬੇਟੇ ਨੂੰ ਥਾਇਰਾਇਡ ਦੀ ਇੱਕ ਟੈਬਲੇਟ ਹੈਗੀ ਆ, ਉਹ ਦਿੰਦੇ ਆ ਹਫ਼ਤੇ ਦੇ ਵਿੱਚ। ਪਹਿਲਾਂ ਤਾਂ ਡੇਲੀ ਦਿੰਦੇ ਸੀ, ਹੁਣ ਉਹਨੂੰ 2 ਜਾਂ 3 ਦਿੰਦੇ ਆ, ਜਦੋਂ ਲੱਗੇ ਕਿ ਉਹ ਫਿਰ ਅੱਖਾਂ ਸੁੱਜਣ ਲੱਗ ਪਈਆਂ ਜਾਂ ਇੱਦਾਂ ਹੋ ਗਿਆ ਫਿਰ ਉਹਨੂੰ ਦੇਣੀ ਪੈਂਦੀ, ਕਿਉਂਕਿ ਉਹ ਡਿਵੈਲਪ ਇਹਦੇ ਨਾਲ ਹੋ ਰਿਹਾ। ਇਹ ਚੈੱਕ ਕਰਾ ਲੈਣ ਜੇ ਇਹਨਾਂ ਦੀ ਥਾਇਰਾਇਡ ਹੈਗੀ ਆ ਤੇ ਉਹ ਵਰਕ ਨਹੀਂ ਠੀਕ ਕਰ ਰਹੀ, ਤਾਂ ਵੀ ਇਹ ਉਹਨੂੰ ਨਾਰੀਅਲ ਵਗੈਰਾ ਦਾ ਪਾਣੀ ਵਗੈਰਾ ਦਿਆ ਕਰਨ, ਨਾਰੀਅਲ 1 ਅੱਧਾ ਪੀਸ ਦਿਨ ਦੇ ਵਿੱਚ ਖਿਲਾਇਆ ਕਰਨ। ਜੇ ਉਹਨੂੰ ਬੋਲਣ ਦੀ ਵੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਵੀ ਉਹਨੂੰ ਆਇਓਡੀਨ ਦੀ ਕਮੀ ਹੈਗੀ ਹੈ। ਔਰ ਦੂਸਰਾ, ਕੰਨਾਂ ਦੇ ਵਿੱਚ ਛਾਂ ਕਰਦੇ ਆ, ਅੱਜ ਬਹੁਤ ਸਾਰਿਆਂ ਨੇ ਕਿਹਾ ਹੈ, ਇਹ ਸਾਰੇ ਐਕਸਰਸਾਈਜ਼ ਦੀ ਜ਼ਰੂਰਤ ਹੈਗੀ ਆ। ਪਰ ਟੈਂਪਰੇਰੀ ਜੇ ਇਹਨਾਂ ਨੇ ਕਰਨਾ ਹੋਵੇ ਤਾਂ ਇਹਦੇ ਲਈ ਮੈਂ ਤਾਂ ਕਈ ਵਾਰੀ ਨਾ ਵਿਕਸ ਵੀ ਯੂਜ਼ ਕਰ ਲੈਂਦੇ, ਵੀ ਖੁਸ਼ਕ ਚੀਜ਼ਾਂ ਖਾਣ ਨਾਲ ਜਦੋਂ ਕਿਤੇ ਹੋ ਜਾਏ ਤੇ ਵਿਕਸ ਤੁੰਬੇ ਨੂੰ ਦੋਨੇ ਪਾਸੇ ਹਲਕੀ ਜਿਹੀ ਲਗਾ ਲਓ ਔਰ ਕੰਨ ਦੇ ਬਹੁਤ ਅੰਦਰ ਨਹੀਂ ਜਾਣਾ, ਬਾਹਰਲੇ ਹਿੱਸੇ ਤੋਂ ਥੋੜਾ ਜਿਹਾ ਅੰਦਰ ਜਾ ਕੇ ਮਸਾਜ ਕਰਨੀ ਹੈ ਉਹਦੀ, ਉਸੇ ਵੇਲੇ ਹੀ ਖੁੱਲ ਜਾਣੇ ਨੇ ਕੰਨ, ਛਾਂ ਬੰਦ ਹੋਣੀ ਹੈ। ਐਕਸਰਸਾਈਜ਼ ਮੈਂ ਬਹੁਤ ਦੇਰ ਪਹਿਲਾਂ ਵੀ ਦੱਸੀ ਸੀ, ਉਹੀ ਐਕਸਰਸਾਈਜ਼ ਕਰਨੀ ਕਿ ਦੋਨੇ ਹੱਥਾਂ ਨੂੰ ਲੈ ਕੇ ਦੋਨੇ ਅੱਖਾਂ ਦੇ ਉੱਤੇ ਵੱਡੀਆਂ 2 ਉਂਗਲੀਆਂ ਰੱਖਣੀਆਂ ਆ, ਉਸ ਤੋਂ ਬਾਅਦ ਦੀ ਉਂਗਲੀ, ਤੀਸਰੀ ਉਂਗਲੀ ਜਿਹੜੀ ਹੈ ਉਹ ਨੱਕ ਬੰਦ ਕਰ ਲੈਣਾ ਆ, ਤੇ ਅੰਗੂਠੇ ਜਿਹੜੇ ਨੇ ਹੈਗੇ ਉਹਦੇ ਨਾਲ ਕੰਨ ਬੰਦ ਕਰ ਲੈਣੇ ਆ ਔਰ ਗੱਲਾਂ ਦੇ ਵਿੱਚ ਹਵਾ ਭਰਨੀ ਹੈ ਔਰ ਐਨ ਸ਼ਾਂਤ ਹੋ ਕੇ ਬਹਿਣਾ ਜਦੋਂ ਇਹ ਕਿਰਿਆ ਕਰਨੀ ਹੈ। ਔਰ ਆਪਣੇ ਅੰਦਰ ਵੱਜ ਰਹੇ ਹੋਏ ਸਾਜ਼ ਸੁਣਨੇ ਨੇ ਜੀ, ਅੰਦਰ ਜਿਹੜੇ ਵੱਜਦੇ ਨੇ ਸਾਜ਼ ਬੋਡੀ ਵਿੱਚੋਂ ਸੁਣਾਈ ਦੇਣ ਲੱਗ ਪੈਣੇ ਨੇ। ਔਰ ਇਸ ਤਰ੍ਹਾਂ ਮੂੰਹ ਦੇ ਵਿੱਚ ਹਵਾ ਭਰ ਕੇ ਰੱਖਣ ਥੋੜੀ ਦੇਰ ਵਾਸਤੇ, ਜਿੰਨੀ ਦੇਰ ਭਰ ਸਕਦੇ ਨੇ। ਉਹਦੇ ਨਾਲ ਜਿਹੜਾ ਕੰਨਾਂ ਦਾ ਪਾਣੀ ਵੀ ਅੱਗੇ ਪਿੱਛੇ ਹੋਇਆ ਦੱਸਦੇ ਨੇ, ਉਹ ਵੀ ਠੀਕ ਹੋ ਜਾਂਦਾ। ਉਹਦੇ ਨਾਲ ਅੱਖਾਂ ਜਿਹੜੀਆਂ ਨੇ ਉਹਨਾਂ ਦੀ ਵੀ ਐਕਸਰਸਾਈਜ਼ ਹੋ ਜਾਂਦੀ ਹੈ ਤੇ ਹਵਾ ਭਰਨ ਦੇ ਨਾਲ ਮੂੰਹ ਦੀ ਸ਼ੇਪ ਵੀ ਠੀਕ ਹੋ ਜਾਂਦੀ ਹੈ। ਇਹਦਾ ਬਹੁਤ ਫਾਇਦਾ ਹੈ, ਦਿਨ 'ਚ ਜ਼ਰੂਰ ਇਹ ਕਰਨ ਸਾਰੇ ਜਿਹੜੇ ਸੁਣਦੇ ਪਏ ਨੇ, ਜੇ ਕਰ ਸਕਦੇ ਨੇ ਤਾਂ ਸਾਰੀਆਂ ਬਿਮਾਰੀਆਂ ਦਾ ਹੱਲ ਇਹ ਹੈਗਾ। ਤੀਸਰਾ, ਅਸੀਂ ਸੁੱਕੀ ਖੰਘ ਦੇ ਬਹੁਤ ਕੇਸ ਆਏ ਨੇ ਔਰ ਜਿਹੜੇ ਮਾਤਾ ਜੀ ਦਾ ਦੱਸਦੇ ਨੇ ਉਹਨਾਂ ਨੂੰ ਤਾਂ ਮੈਂ ਕਹਿੰਦੀ ਹਾਂ ਕਿ ਉਹਨਾਂ ਦੀ ਬਹੁਤ ਪੁਰਾਣੀ ਖੰਘ ਜਿੱਦਾਂ ਦੱਸਦੇ ਨੇ, ਉਹ 3-4 ਚੀਜ਼ਾਂ ਨੂੰ ਦੀ ਅਜ਼ਮਾਇਸ਼ ਕਰਨ। ਪਹਿਲਾਂ ਤਾਂ ਉਹ ਉਹਨਾਂ ਨੂੰ ਮਲੱਠੀ ਵਗੈਰਾ ਇੱਕ ਦਿਨ ਸ਼ਾਇਦ ਥੋੜ੍ਹੀ ਜਿੰਨੀ, ਯਾਨੀ 2 ਚਮਚੇ ਦੇ ਵਿੱਚ ਮਲੱਠੀ ਘੋਲ ਕੇ ਰੱਖ ਲੈਣ ਤਜਰਬੇ ਲਈ। ਜਦੋਂ ਉਹ ਸੌਣ ਲੱਗਣ ਜੀ ਉਹਨੂੰ ਮਲੱਠੀ ਵਾਲੇ ਨੂੰ ਮਤਲਬ ਕਿ ਚੱਟਣ। 3 ਦਿਨ ਇਹ ਕਿਰਿਆ ਕਰਨ। ਉਸ ਤੋਂ ਬਾਅਦ ਕੀ ਕਰਨ, ਬਈ ਜੀਰਾ ਭੁੱਜਿਆ ਹੋਇਆ ਤੇ ਕਾਲੀ ਮਿਰਚ ਪਾ ਕੇ ਰੱਖਣ,
ਸੌਣ ਤੋਂ ਪਹਿਲਾਂ ਉਹ ਚੱਟਣ, ਉਹਦੇ ਨਾਲ ਬਲਗਮ ਦਾ ਜਿਹੜਾ ਗੁਲਫਾ ਜਿਹਾ ਬਣ ਕੇ ਨਿਕਲੂਗਾ। ਸੌਣ ਤੋਂ ਪਹਿਲਾਂ ਉਹਨਾਂ ਨੂੰ ਹੁੱਥੂ ਆਊਗਾ, ਉਹਦੇ ਨਾਲ ਉਹ ਜਿਹੜੀ ਬਲਗਮ ਹੈਗੀ ਆ ਉਹ ਕੱਢਣ ਜੇ ਚੱਲ ਪੈਂਦੀ ਹੈ ਤਾਂ। ਚੌਥੀ ਵਾਰ ਕੀ ਉਹ ਕਰਨ, ਸਫੇਦ ਇਲਾਇਚੀ ਲੈਣ, 3-4 ਦਿਨ ਉਹਨੂੰ ਇਸਤੇਮਾਲ ਕਰਨ ਇਸ ਤਰ੍ਹਾਂ ਸ਼ਹਿਦ ਵਿੱਚ ਕਰਕੇ ਸੌਣ ਤੋਂ ਪਹਿਲਾਂ। ਔਰ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਦਾ ਬਿਸਤਰਾ ਆਲੇ ਦੁਆਲੇ ਝਾੜ ਕੇ ਦੇਖਿਆ ਜਾਏ, ਸਰਾਣਾ ਵਗੈਰਾ ਵੀ ਕੋਈ ਅਲਰਜੀ ਵਾਲੀ, ਕੋਈ ਸਮੈਲ ਤੇਜ਼ ਵਾਲੀ ਕੋਈ ਚੀਜ਼ ਤਾਂ ਨਹੀਂ ਹੈਗੀ ਜਿਹਦੇ ਨਾਲ ਉਹਨਾਂ ਨੂੰ ਹੁੱਥੂ ਆਉਂਦਾ। ਉਹਨਾਂ ਦਾ ਬਿਸਤਰਾ ਝਾੜ ਕੇ ਬਦਲਿਆ ਜਾਵੇ, ਤਕੀਏ ਦੇ ਕਵਰ ਬਦਲੇ ਜਾਣ। ਐਦਾਂ ਵੀ ਹੋ ਜਾਂਦਾ ਕਈ ਵਾਰੀ ਕੋਈ ਗਮਲਾ ਨੇੜੇ ਰੱਖਿਆ ਹੁੰਦਾ ਫੁੱਲਾਂ ਵਗੈਰਾ ਦਾ, ਉਹ ਵੀ ਉਹਨਾਂ ਨੂੰ ਹਰਟ ਕਰ ਸਕਦਾ ਆ। ਉਹਨੂੰ ਤੁਸੀਂ ਬਦਲ ਕੇ ਦੇਖੋ, ਥੋੜੀ ਜਿਹੀ ਸੇਵਾ ਕਰੋ ਤੇ ਉਹ ਠੀਕ ਹੋ ਜਾਣਗੇ। ਔਰ ਇੱਕ ਗੱਲ ਹੋਰ ਸੀ ਕਿ ਜਿਨ੍ਹਾਂ ਦਾ ਰੇਸ਼ਾ ਬਿਲਕੁਲ ਪੁੜਪੁੜੀਆਂ ਦੇ ਉੱਤੇ ਜੰਮ ਗਿਆ, ਜੇ ਉਹ ਆਂਡਾ ਵਗੈਰਾ ਲੈਂਦੇ ਨੇ ਤੇਜ਼, ਤਾਂ ਉਹ ਤੇਜ਼ ਜੀ ਭੁਰਜੀ ਬਣਾਉਣ ਆਂਡੇ ਦੀ, ਹਰੀਆਂ ਮਿਰਚਾਂ ਚੰਗੀਆਂ ਚੰਗੀਆਂ ਪਾ ਪੂ ਕੇ, ਯਾਨੀ ਲੂਣ ਘੱਟ ਪਾਉਣ ਪਰ ਤੇਜ਼ ਬਣਾ ਕੇ ਉਹਨਾਂ ਨੂੰ ਲੱਗੇ ਕਿ ਮੈਨੂੰ ਮਿਰਚ ਲੱਗਦੀ ਪਈ ਆ, ਉਹਨਾਂ ਦੇ ਜਿਹੜੇ ਪੁੜਪੜੀਆਂ ਤੇ ਰੇਸ਼ਾ ਜੰਮਿਆ ਹੋਇਆ ਉਹ ਚੱਲ ਪਊਗਾ। ਨੱਕ ਰਾਹੀਂ ਵੀ ਵਗਣਾ ਸ਼ੁਰੂ ਹੋ ਜਾਊਗਾ ਕਿਉਂਕਿ ਉਹਨਾਂ ਨੇ ਮਿਰਚ ਕਦੀ ਖਾਧੀ ਨਹੀਂ ਤੇ ਉਹ ਟੁੱਟੂਗਾ। ਇੱਕ ਅੱਧੀ ਵਾਰੀ ਇੰਝ ਵੀ ਕਰਕੇ ਦੇਖ ਸਕਦੇ ਹਾਂ। ਇਹ ਵੀ ਇੱਕ ਤਜਰਬਾ ਅਸੀਂ ਕੀਤਾ ਹੋਇਆ ਇਸ ਚੀਜ਼ ਨੂੰ ਕਿ ਰੇਸ਼ਾ ਪੁੜਪੜੀਆਂ 'ਚ ਜੰਮ ਗਿਆ ਤੇ ਉਹ ਅਸਾਮ ਵਾਲ ਦੱਸਦੇ ਨੇ ਵੀ ਏਦਾਂ ਕੱਢਣਾ ਤੇ ਵਾਕਈ ਮੈਂ ਕੀਤਾ ਸੀ, ਬਹੁਤ ਉਹਦਾ ਅਸਰ ਹੋਇਆ ਸੀ ਕਿ ਰੇਸ਼ਾ ਚੱਲ ਪਿਆ ਸੀ ਔਰ ਖੰਘ ਤੋਂ ਆਰਾਮ ਆ ਗਿਆ ਸੀ। ਬਸ ਇੰਨਾ ਕੁਛ ਕਹਾ ਜੀ ਮੈਂ, ਬਾਕੀ ਵੀ ਲਾਈਨ 'ਚ ਹੋਣੇ ਨੇ। ਬੜੀ ਮਿਹਰਬਾਨੀ ਤੁਹਾਡੀ ਸਮਾਂ ਦੇਣ ਲਈ। ਧੰਨਵਾਦ, ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਜਿਹੜੇ ਇਲਾਜ ਦੱਸ ਕੇ ਜਾਂਦੇ ਆ ਸਾਰੇ ਤੇ ਸਾਰੇ ਪਿਆਰ ਨਾਲ ਸੁਣਦੇ ਵੀ ਆ। ਅੱਗੇ ਹਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਪੁੱਛਣਾ ਸੀ, ਮੇਰੇ ਨਾ ਅੰਕਲ ਦੇ ਚਿੱਟਾ ਪੜਦਾ ਨਾ ਆ ਗਿਆ, ਉਹਨਾਂ ਨੂੰ ਧੁੰਦਲਾ ਦਿਸਦਾ ਤੇ ਉਹਦੇ ਲਈ ਕੋਈ ਸ਼ਰਤੀਆ ਇਲਾਜ ਜੇ ਹੋਵੇ ਤੇ ਦੱਸ ਦਿਓ ਪਲੀਜ਼, ਬੜੀ ਮਿਹਰਬਾਨੀ ਹੋਏਗੀ। ਠੀਕ ਹੈ ਜੀ। ਅੱਖਾਂ ਅੱਗੇ ਚਿੱਟਾ ਆ ਗਿਆ। ਕੁਲਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਪਿਛਲੇ ਮੰਗਲਵਾਰ ਕੇ ਵੇਲੇ ਉਹ ਵੀਰ ਜੀ ਨੇ ਦੱਸਿਆ ਸੀ ਵੀ ਸੌਗੀ ਦੇ ਵਿੱਚ ਗੁਲਾਬ ਜਲ ਭਿਉਣਾ। ਉਹ ਕਹਿੰਦੇ ਜੀ ਗੁਲਾਬ ਜਲ ਆ ਕਿ ਗੁਲਾਬ ਅਰਕ ਮਤਲਬ ਭਿਉਣਾ? ਗੁਲਾਬ ਜਲ, ਗੁਲਾਬ ਜਲ, ਗੁਲਾਬ ਜਲ ਆ। ਅੱਛਾ ਜੀ। ਮੈਂ ਕਿਹਾ ਉਹ ਦੁਕਾਨਾਂ ਤੋਂ ਲੈਣ ਗਏ ਸੀ, ਕਹਿੰਦੇ ਵੀ ਇਹ ਗੁਲਾਬ ਜਲ ਲੈਣਾ, ਗੁਲਾਬ ਅਰਕ ਲੈਣਾ ਤੁਸੀਂ? ਨਹੀਂ ਨਹੀਂ, ਗੁਲਾਬ ਜਲ ਆ। ਮੈਂ ਕਿਹਾ ਚਲੋ ਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਤੇ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ ਉਹਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ। ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਬਾਤ ਕਰਦੇ ਹਾਂ। ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਉਹਨਾਂ ਦੀ ਗੱਲਬਾਤ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਤੇ ਉਸ ਦੀ ਤੁਸੀਂ ਗੱਲਬਾਤ ਕਰ ਸਕਦੇ ਆ। 408-272-5500। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਆਯੁਰਵੈਦਿਕ ਦਾ ਲਾਇਸੈਂਸ ਹੋਵੇ। ਸਿਰਫ ਤੇ ਸਿਰਫ ਜਿਹੜੇ ਬਜ਼ੁਰਗ ਚੀਜ਼ਾਂ ਵਰਤਦੇ ਹੁੰਦੇ ਸੀ ਉਹਨਾਂ ਦੀ ਗੱਲਬਾਤ ਕਰਦੇ ਹਾਂ। ਚੱਲਦੇ ਤੁਹਾਡੀਆਂ ਕਾਲਸ ਵੱਲ। ਦਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਸਵਾਲ। ਮੇਰੇ ਹੱਡੀਆਂ ਨਾਲ ਪੀੜ ਹੁੰਦੀ ਸੀਗੀ, ਅੱਗੇ ਤੁਹਾਨੂੰ ਪੁੱਛਿਆ ਸੀਗਾ ਤੋ ਇੱਥੇ ਦੇ ਡਾਕਟਰਾਂ ਦਾ ਕੋਈ ਦੱਸਿਆ ਨਹੀਂ ਕੁਛ। ਮੈਂ ਇੰਡੀਆ ਗਈ ਉੱਥੋਂ ਟੈਸਟ ਕਰਾਇਆ ਤਾਂ ਉਹਨਾਂ ਆਖਿਆ ਵੀ ਤੇਰਾ ਯੂਰੀਆ ਟੈਸਟ ਵਧਿਆ। ਠੀਕ ਹੈ। ਉਹਨਾਂ ਦਿੱਤੀ ਦਵਾਈ ਮੈਂ ਖਾਂਦੀ ਹਾਂ, ਪਰ ਫਿਰ ਵੀ ਕੋਈ ਇਲਾਜ ਹੋਵੇ ਇਹਦੇ ਘਟਾਉਣ ਦਾ। ਮੇਰਾ ਮਤਲਬ 650 ਤੋਂ 400 ਚਾਹੀਦਾ ਹੁੰਦੇ। ਠੀਕ ਹੈ ਜੀ। ਕੋਈ ਪਰਹੇਜ਼ ਹੋਵੇ ਜਾਂ ਕੋਈ ਖਾਣ ਨੂੰ ਪੀ ਜਾਵੇ ਤੇ ਠੀਕ ਹੈ ਜੀ। ਸੁਣਦੇ ਰਹੋ। ਬਸ ਇਹ ਹੱਡੀਆਂ ਦੀ ਐਕਸਰਸਾਈਜ਼ ਆ ਉਹ ਕਾਫੀ ਦੱਸੀ ਆ ਪ੍ਰੋਗਰਾਮ ਦੇ ਵਿੱਚ, ਇਹਨੂੰ ਦੁਬਾਰਾ ਸੁਣ ਲਿਓ। ਬੱਚਿਆਂ ਨੂੰ ਕਿਉਂ ਤੁਹਾਨੂੰ YouTube ਕਿਵੇਂ ਲਾਉਣਾ ਉਹ ਜ਼ਰੂਰ ਦੱਸ ਦੇਣ ਤੇ ਉਸ ਤੋਂ ਸੁਣ ਵੀ ਸਕਦੇ ਆ ਤੁਸੀਂ ਦੁਬਾਰਾ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਕੱਲ ਨੇ ਪਹਿਲਾਂ ਪੁੱਛਿਆ ਸੀਗਾ ਬਈ ਉਹਨਾਂ ਦੇ ਮੋਰ ਤੇ ਧੌਣ ਦੁਖਦੀ ਆ। ਮੈਨੂੰ ਵੀ ਇਹੀ ਪ੍ਰੋਬਲਮ ਹੋਈ ਪਹਿਲੇ ਹਫ਼ਤੇ। ਉਹ ਸਾਨੂੰ ਤਾਂ ਏਦਾਂ ਹੁੰਦਾ ਜਦੋਂ ਆਪਾਂ ਨੂੰ ਬਾਏ ਹੋ ਜਾਂਦੀ ਆ। ਮੈਨੂੰ ਵੀ ਏਦਾਂ ਹੋਇਆ। ਮੈਂ ਜਦੋਂ ਘਰ ਔਰੰਜ ਜੂਸ ਕੱਢ ਕੇ ਮੈਂ ਪੀ ਲਿਆ ਨਾ, ਏਦਾਂ ਦੀਆਂ ਚੀਜ਼ਾਂ ਨਾਲ ਬਾਏ ਹੋ ਜਾਂਦੀ ਆਪਾਂ ਨੂੰ। ਫਿਰ ਧੌਣ ਤੇ ਮੋਰ ਦੁਖਣ ਲੱਗ ਪੈਂਦਾ। ਏਦਾਂ ਆਪਾਂ ਜਾਂ ਬਾਂਹ ਦੁਖਣ ਲੱਗ ਪਊਗੀਆਂ। ਮੇਰਾ ਤਾਂ ਸਿੰਪਲ ਜਿਹਾ ਇਲਾਜ ਆ ਭੈਣ ਜੀ। ਮੈਂ ਜਿੱਦਾਂ ਕੱਪ ਗਲਾਸ ਵਿੱਚ 2 ਚਮਚੇ ਸੁੰਡ ਪਾ ਕੇ ਮੈਂ ਪਾਣੀ ਪਾ ਲਿਆ ਵਿੱਚ। ਮੈਂ ਉਹਨੂੰ 2 ਦਿਨ ਪੀਤਾ, ਮੈਨੂੰ ਆਲਮੋਸਟ ਲਾਈਕ 80% ਆਰਾਮ ਆ ਗਿਆ ਸੁੰਡ ਪੀ ਕੇ। ਸੋ ਇਹ ਸਿੰਪਲ ਜਿਹਾ ਇਲਾਜ ਆ। ਸੁੰਡ ਨਾਲ ਬਹੁਤ ਚੀਜ਼ਾਂ ਨੂੰ ਆਰਾਮ ਆਉਂਦੇ ਜਦੋਂ ਆਪਣੀ ਬਾਡੀ ਦੁਖਦੀ ਆ। ਆਈ ਥਿੰਕ ਜੇ ਮੈਂ 2 ਦਿਨ ਹੋਰ ਪੀ ਲਈ ਸੁੰਡ, ਆਈ ਥਿੰਕ 100% ਮੈਂ ਠੀਕ ਹੋ ਜਾਣਾ। ਸੋ ਇਹ ਇਲਾਜ ਟਰਾਈ ਕਰਨ ਸੁੰਡ ਨਾ ਪੀ ਕੇ ਮੋਰ ਤੇ ਧੌਣ ਨਾਲ ਅੱਜ ਦਿਨ ਦੁਖਣੋਂ ਹਟ ਜਾਣੀ ਆ। ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜਗਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੇਰਾ ਨਾ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਕੰਮ ਕਰਦੇ ਨਾ ਬਸ ਥੱਕ ਗਏ, ਐਡਵਨ ਲੈ ਲਓ, ਟਾਂ ਲੈ ਲਓ, ਇਹ ਬਹੁਤ 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 ਮਾੜੀ ਹੈ ਸਟਮਕ ਲਈ। ਇਹਦਾ ਲਾਉਣ ਫਿਰ ਬਹੁਤ ਮਾੜਾ ਅਸਰ ਪੈਂਦਾ ਜੀ। ਉਹਦੇ ਨਾਲੋਂ ਵਿਟਾਮਿਨ ਲੈ ਲਿਆ ਕਰ, ਬੜੀ ਵਧੀਆ, ਬੜੇ ਸਸਤੇ। ਜਿਹੜਾ ਆਪਣੇ ਨਾ ਨਿਊ ਅਰਥ ਉੱਥੋਂ ਨਾ ਲਓ ਰਹੇ ਆੜੇ ਹੋਮ ਡਿਪੋ ਵਗੈਰਾ ਜੀ,
ਜਾਂ ਸ਼ੈਂਪੂ ਉੱਥੋਂ ਬੜੇ ਸਸਤੇ ਮਿਲ ਜਾਂਦੇ ਜੀ ਉਹ ਖਾਣਾ ਤੁਹਾਨੂੰ ਬੋਡੀ ਫਰੈਸ਼ ਵੀ ਰਹਿੰਦੀ ਆ, ਤੁਹਾਨੂੰ ਤਾਕਤ ਵੀ ਰਹਿੰਦੀ ਆ, ਤੁਹਾਡੇ ਫਿਊਚਰ ਲਈ ਸਾਰੀ ਵਧੀਆ ਚੀਜ਼ ਹੋਊਗਾ। ਤੇ ਇੱਕ ਨਾ ਜੀ ਖੰਘ ਵਾਲਾ ਕੇਸ ਪੁੱਛਿਆ, ਖੰਘ ਵਾਸਤੇ ਖੰਘ ਦੇ ਨਾ ਜੀ ਇੱਕ ਤਾਂ ਨਾ ਅੰਬ ਚੂਬ ਕੇ ਜਾਂ ਖਾ ਕੇ ਦੇਖ ਲੈਣਾ ਅੰਬ ਤੇ ਰਾਤ ਨੂੰ ਸੌਣ ਲੱਗੇ ਜਿਸ ਦਾ ਸਵੇਰੇ ਚਾਹ ਜਾਂ ਆਪਾਂ ਕੜਾ ਜਿਹਾ ਬਣਾ ਦੇਣਾ ਆਪਾਂ ਨਾ ਜੀ ਤੇ ਸੌਂਫ ਪਾ ਲਓ, ਉਹਦਾ ਦਾ ਬਣਾ ਕੇ ਦਾਗ ਦੂਗ ਪਾ ਲਓ, ਦਾਲ ਚੀਨੀ ਪਾ ਲਓ, ਉਹਦਾ ਡਾਬਰ ਦਾ ਚਮਚਾ ਹੈਗਾ ਦੇਖਣਾ ਡਾਬਰ ਦਾ ਜੀ, ਡਾਬਰ ਚਮਨਪ੍ਰਾਸ਼, ਉਹ ਬੜੀ ਵਧੀਆ ਚੀਜ਼ ਹੈ ਇਸ ਗੱਲ ਨੂੰ। ਤੇ ਸਵੇਰ ਨਹੀਂ ਖਾਣਾ, ਸ਼ਾਮ ਨੂੰ ਖਾ ਲਓ। ਉਹ ਆਪਣੇ ਉਹ ਦੁੱਧ ਨੂੰ ਇੱਦਾਂ ਮਾੜੇ ਥੋੜੇ ਪਾਣੀ ਚ ਉਬਾਲ ਲਓ ਚੀਜ਼ਾਂ, ਦੁੱਧ ਪਾ ਕੇ ਵਿੱਚ ਬੋਰਨਵੀਟਾ ਪਾ ਲਓ ਜੀ, ਉਹ ਰਲਾ ਲਓ 2 ਗਲਾਸ ਦੇ ਵਿੱਚ ਹਲਕਾ ਚਮਚਾ ਉਹਦਾ ਪਾ ਕੇ 1 ਚਮਚਾ ਡਾਬਰ ਦਾ ਖਾ, ਮੇਰਾ ਖਿਆਲ ਕਾਫੀ ਇਹ ਵੀ ਫਾਇਦਾ ਕਰ ਦਿੰਦਾ ਜੀ। ਠੀਕ ਹੈ। ਤੇ ਜਿਹੜੇ 5 ਦੱਸੇ ਨਾ ਧੌਣ ਵਗੈਰਾ ਇਹ ਸਰਾਣੇ ਦੀ ਠੀਕ ਹੈ, ਇਹਦਾ ਬਾਏ ਵਾਲੀ ਗੱਲ ਵੀ ਠੀਕ ਹੈ। ਜਿਹੜਾ ਡਾਕਟਰ ਉਹ ਜ਼ਰੂਰ ਥੈਰੇਪੀ ਵਾਲੇ ਬੰਦੇ ਕੋਲ ਜਾਣ, ਉਹ ਦੱਸਦੇ ਜੀ ਐਕਸਰਸਾਈਜ਼ ਇਹ ਕੋਈ ਨਾ ਕੋਈ ਨਾੜਾ ਬਾਹਰ ਹੋ ਜਾਂਦੀ ਆ, ਉਹਦੇ ਕਰਕੇ ਹੁੰਦਾ ਇਹ, ਉਹ ਥੈਰੇਪੀ ਵਾਲੇ ਬੰਦੇ ਕੋਲ ਜਾਣ, ਐਕਸਰਸਾਈਜ਼ ਕਰਨ। ਠੀਕ ਹੈ। ਇਹਨਾਂ ਨੂੰ ਤਕਰੀਬਨ ਕਾਫੀ ਐਕਸਰਸਾਈਜ਼ ਦੀ ਲੋੜ ਹੈ ਜੀ। ਠੀਕ ਹੈ, ਐਸੇ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੁਰਿੰਦਰ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਾਲ ਕੀਤੀ ਸੀਗੀ ਕਿ ਉਹ ਜਿਹੜਾ ਅਲਟਰਾ ਕੇਨ ਕਹਿੰਦੇ ਆ ਨਾ, ਉਹ ਵਿਟਾਮਿਨ ਸਟੋਰਾਂ ਤੋਂ ਮਿਲ ਜਾਂਦੀ ਆ ਜਾਂ ਆਨਲਾਈਨ ਤੋਂ ਵੀ ਮਿਲ ਜਾਂਦੀ ਆ, ਪਰ ਉਹਨੂੰ 1 ਹਫ਼ਤਾ ਖਾ ਕੇ 1 ਹਫ਼ਤਾ ਛੱਡ ਦਿਆ ਕਰਨ। ਮੈਂ ਵੀ ਇੱਥੇ ਦਿੱਤੀਆਂ, ਉਹਨਾਂ ਨਾਲ ਠੀਕ ਤਾਂ ਹੋ ਜਾਂਦਾ ਆ, ਉਹ ਬਹੁਤ ਚੰਗੀ। ਬਾਕੀ ਇੱਕ ਨੇ ਪੁੱਛਿਆ ਸੀ ਕਿ ਮੇਰੇ ਢਿੱਡ ਵਿੱਚ, ਮੇਰੇ ਕਾਲ ਕਰਨ ਤੋਂ ਬਾਅਦ ਇੱਕ ਲੇਡੀ ਨੇ ਪੁੱਛਿਆ ਸੀ ਕਿ ਮੇਰੇ ਢਿੱਡ ਵਿੱਚ ਕੁਛ ਹੁੰਦਾ ਆ, ਪਰ ਉਹ ਸਵੇਰੇ ਨਾ ਨਿੰਬੂ ਸ਼ਹਿਦ ਪਾ ਕੇ ਨਾ ਗਰਮ ਪਾਣੀ ਦੇ ਵਿੱਚ ਪੀਣ, ਉਹ 1-2 ਦਿਨ। ਜੇ ਤਾਂ ਇਹਦੇ ਨਾਲ ਫਰਕ ਪੈ ਗਿਆ ਠੀਕ ਆ, ਨਹੀਂ ਤਾਂ ਐਪਲ ਸਾਈਡਰ ਵਿਨੇਗਰ ਪਾ ਕੇ ਪੀਣਾ, ਪਾਣੀ ਪਾ ਕੇ ਪੀਣਾ। ਹਾਂ ਠੀਕ ਹੈ। ਤੇ ਇੱਕ ਨੇ ਅੱਖਾਂ ਬਾਰੇ ਮੈਂ ਪਹਿਲਾਂ ਹੀ ਲਿਖ ਕੇ ਰੱਖਿਆ ਸੀਗਾ ਕਿ ਅੱਜ ਅੱਖਾਂ ਬਾਰੇ ਨਹੀਂ ਦੱਸਿਆ, ਕਿ ਭਾਈ ਸਾਹਿਬ ਕਹਿੰਦੇ ਮੇਰੀਆਂ ਅੱਖਾਂ ਵਿੱਚ ਧੁੰਦਲਾ ਦਿਸਦਾ ਆ। ਇੱਕ ਤਾਂ ਉਹ ਤੜਕੇ ਦਾ ਥੁੱਕ ਪਾਇਆ ਕਰਨ, ਇਹ ਨਾ ਇੱਕ ਕਿਸਮ ਦੀ ਦਵਾਈ ਆ, ਇਹ ਦੇਖਣੇ ਨੂੰ ਤਾਂ ਗੰਦਾ ਜਿਹਾ ਲੱਗਦਾ, ਗੰਦਾ ਕੰਮ ਬਹੁਤ ਲੱਗਦਾ, ਪਰ ਠੀਕ ਰਹਿੰਦਾ। ਪਰ ਜੇ ਤੁਸੀਂ ਤੁਹਾਡੀਆਂ ਅੱਖਾਂ ਨਾ ਚਿਪ ਹੋ ਗਈਆਂ, ਲਾਲ ਹੋ ਗਈਆਂ, ਫਿਰ ਤੁਸੀਂ ਪਾਣੀ ਦੇ ਫੈਹੇ ਉੱਪਰ ਰੱਖ ਲਿਓ ਗਲਾਸ ਵਿੱਚ ਪਾ ਕੇ, ਤੇ ਉਹਦੇ ਨਾਲ ਹੋ ਜਾਂਦਾ। ਫਿਰ ਨਹੀਂ ਤਾਂ ਤੁਸੀਂ ਕੁਆਰਾਂ ਦਾ ਜੂਸ ਬਣਾ ਲਓ, ਜਿੱਦਾਂ ਕੁਆਰ ਵਿੱਚੋਂ ਜੈਲ ਜਿਹੀ ਕੱਢ ਕੇ ਬਲੈਂਡਰ ਕਰਕੇ ਉਹਨੂੰ ਥੋੜਾ ਜਿਹਾ ਗਰਮ ਕਰਕੇ ਉਹਦੇ 3 ਚਮਚੇ ਉਹਦੇ ਤੇ 1 ਚਮਚਾ ਹਨੀ ਦਾ ਪਾ ਕੇ ਨਾ, ਤੇ ਤੁਸੀਂ ਉਹ ਅੱਖਾਂ ਵਿੱਚ ਪਾਓ, ਤੇ ਉਹਦੇ ਨਾਲ ਅੱਖਾਂ ਕਾਫੀ ਠੀਕ ਰਹਿੰਦੀਆਂ। ਤੇ ਇੱਕ ਨੇ ਪੁੱਛਿਆ ਸੀ ਕਿ ਉਹਦੀ ਲੜਕੀ ਆ ਕਿ ਜਿਹਦੀਆਂ ਲੱਤਾਂ ਦੀਆਂ ਨਾੜਾਂ ਹੋ ਜਾਂਦੀਆਂ, ਇਹਨਾਂ ਸਾਰੀਆਂ ਲੱਤਾਂ ਦੇ ਲਈ ਮੈਂ ਆਪ ਯੂਜ਼ ਕੀਤਾ। ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਲਸਣ, ਅਦਰਕ, ਐਪਲ ਸਾਈਡਰ ਵਿਨੇਗਰ ਤੇ ਪੀਲੇ ਨਿੰਬੂਆਂ ਦਾ ਜੂਸ ਆ ਨਾ, ਤੇ ਜੂਸ ਨਹੀਂ ਸਕਦੇ, ਜਿੱਦਾਂ 3-4 ਕੱਪ ਲੈ ਲਓ ਲਸਣ ਦੇ, 3-4 ਕੱਪ ਲੈ ਲਓ ਅਦਰਕ ਦੇ, ਤੇ ਨਿੰਬੂ ਤਾਂ ਐਪਲ ਸਾਈਡਰ ਵਿਨੇਗਰ ਲੈ ਕੇ ਨਾ ਥੋੜਾ ਪਾ ਕੇ ਬਲੈਂਡਰ ਕਰ ਲਓ। ਫਿਰ ਤੁਸੀਂ ਉਹਨੂੰ ਰਿੰਨ ਲਓ, ਮੈਂ ਤਾਂ ਏਦਾਂ ਹੀ ਕਰਦੀ ਹਾਂ, ਰਿੰਨ ਕੇ ਤਾਂ ਉਹ 1 ਕੱਪ ਉਹੀ ਸ਼ਹਿਦ ਦਾ ਪਾ ਲੈਣਾ ਵਿੱਚ, ਤੇ ਉਹ ਤੁਸੀਂ ਸਵੇਰੇ ਪੀਓ। ਜਾਂ ਐਲੋਵੇਰਾ ਜੂਸ, ਮੈਂ ਫਰਾਈਡੇ ਵੀ ਜਾਂ ਐਲੋਵੇਰਾ ਜੂਸ ਵੀ ਪਾ ਕੇ ਵਿੱਚ ਪੀ ਸਕਦੇ ਹਾਂ। ਜਿਹੜਾ ਸੁੱਕੀ ਖੰਘ ਸਾਰੇ ਜਾਣੇ ਪੁੱਛਦੇ ਆ, ਜਿਹੜਾ ਪੁਰਾਣੇ ਜ਼ਮਾਨੇ ਵਿੱਚ ਖੰਡ ਘਿਓ ਵਿੱਚ ਲੂਹ ਕੇ ਖਾਂਦੇ ਸੀਗੇ, ਮੇਰਾ ਖਿਆਲ ਉਹ ਵੀ ਬਹੁਤ ਵਧੀਆ ਚੀਜ਼ ਹੈ। ਜੀ ਜੀ। ਹਾਂਜੀ। ਹੁਣ ਇੱਕ ਬੀਬੀ ਨੇ ਹੁਣੇ ਪੁੱਛਿਆ ਕਿ ਮੇਰੀਆਂ ਅੱਡੀਆਂ ਚ ਦਿਖਾਈਆਂ ਸੀ ਡਾਕਟਰ ਨੂੰ ਕਿ ਯੂਰਿਕ ਐਸਿਡ ਵੱਧ ਗਿਆ ਹੈ। ਇਹ ਬਹਾਦਰ ਸਿੰਘ ਜੀ ਦੱਸ ਦਿੰਦੇ ਆ ਕਿ ਤੁਸੀਂ 20 ਚਮਚੇ ਗੇਲਣ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਨਾ ਐਪਲ ਸਾਈਡਰ ਵਿਨੇਗਰ ਆਰਗੈਨਿਕ ਲੈਣਾ, ਤੇ ਵਿੱਚ ਥੋੜਾ ਜਿਹਾ ਹਨੀ ਪਾ ਲਓ, 1 ਗਲਾਸ ਚ ਪਾ ਲਓ 2 ਚਮਚੇ ਵਿੱਚ ਹਨੀ ਪਾ ਕੇ ਉਹ ਪੀਓ, ਤੇ ਯੂਰਿਕ ਐਸਿਡ ਉਹਦੇ ਨਾਲ ਬਹੁਤ ਛੇਤੀ ਠੀਕ ਹੋ ਜਾਂਦਾ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ, ਮੇਰੇ ਨਾ ਢਿੱਡ ਇਕੱਠਾ ਹੋਇਆ ਆ, ਜਿੱਦਾਂ ਮੇਰੇ ਤੋਂ ਕੁਰਸੀ ਤੇ ਵੀ ਨਹੀਂ ਬਹਿ ਹੁੰਦਾ, ਜੇ ਮੈਂ ਰੋਟੀ ਖਾਣੀ ਆ ਤਾਂ ਵੀ ਏਦਾਂ ਹੋ ਜਾਂਦਾ ਜਿੱਦਾਂ ਫਾਰਾ ਪੈ ਜਾਂਦਾ ਹੁੰਦਾ, ਪਸਲੀਆਂ ਦੁਖਣ ਲੱਗ ਪੈਂਦੀਆਂ। ਇਹਦੇ ਬਾਰੇ ਮੈਨੂੰ ਕੁਛ ਦੱਸਿਓ। ਮੇਰੇ ਪੈਰ ਅੱਗੇ ਵੀ ਮੈਂ ਤੁਹਾਨੂੰ ਦੱਸ ਰਹੀ, ਜਿਵੇਂ ਥੋੜਾ ਚਿਰ ਹੁਣ ਬਹਿਣਾ ਤਾਂ ਪੈਂਦਾ ਹੀ ਆ, ਏਦਾਂ ਖੜਨਾ ਪੈਂਦਾ, ਮੇਰੇ ਪੈਰ ਸੁੱਜ ਜਾਂਦੇ। ਇੰਡੀਆ ਗਈ, ਮੇਰਾ ਸਾਰਾ ਕੁਛ ਏਦਾਂ ਦਾ ਹਟ ਗਿਆ। ਠੀਕ ਹੈ। 2 ਮਹੀਨੇ ਰਹਿ ਕੇ ਆਈ ਹਾਂ, ਗਰਮੀ ਹੋਈ ਸੀ, ਉੱਥੇ ਹਟ ਗਿਆ ਪਸੀਨਾ ਆਉਣਾ। ਮੈਂ ਸੋ ਬਾਹਰ ਨਿਕਲ ਕੇ ਬਹਿਣਾ ਜੇ ਡਾਕ ਮੀਟਾਂ ਦੇ ਮੂਹਰੇ, ਪਸੀਨਾ ਲੈਣਾ ਚੰਗਾ ਜਿਹਾ ਰੱਖ। ਹੁਣ ਮੈਨੂੰ ਫੇਰ ਇਹ ਪ੍ਰੋਬਲਮ ਹੈ ਬਹੁਤ, ਮੈਂ ਤੰਗ ਹਾਂ। ਰੋਟੀ ਮੈਂ ਬਹੁਤ ਬਚ ਕੇ ਚੀਜ਼ ਖਾਣੀ, ਰੱਜ ਕੇ ਤਾਂ ਮੈਂ ਖਾਂਦੀ ਨੀ ਕੁਛ ਵੀ। ਠੀਕ। ਢਿੱਡ ਕੱਸ ਹੋ ਜਾਂਦਾ, ਬੈਗ ਦੀ ਪ੍ਰੋਬਲਮ ਆ, ਪਿੱਛੋਂ ਢੂਈ
ਏਦਾਂ ਹੋਈ ਜੂਗਾ ਤਾਂ ਮੋਰੇ ਢਿੱਡ ਇਕੱਠਾ ਹੋਇਆ ਛਾਤੀ ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੀ। ਤੁਸੀਂ ਅੱਗੇ ਵੀ ਇਹ ਚੀਜ਼ਾਂ ਪੁੱਛੀਆਂ ਜ਼ਰੂਰ ਆ, ਪਰ ਪਤਾ ਨਹੀਂ ਜੋ ਦੱਸਿਆ ਜਾਂਦਾ ਤੁਸੀਂ ਕੀਤਾ ਕਿ ਨਹੀਂ, ਪੁੱਛਿਆ ਜ਼ਰੂਰ ਗਿਆ। ਮਹਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਹਦਵਾਣਿਆਂ ਦੇ ਕਹਿੰਦੇ ਉਹ ਮਗਜ ਮਿਲਦੇ ਕਿਹੜੇ ਸਟੋਰ ਤੋਂ ਮਿਲਦੇ ਕਿ ਬੀ ਮਿਲਦੇ ਆ ਜੀ? ਹਾਂਜੀ, ਬੀ ਮਿਲ ਜਾਂਦੇ ਹੁੰਦੇ ਆ ਜੀ। ਉਹ ਮੈਂ ਤਾਂ ਮਗਜ ਲੈਣੇ ਆ ਜੀ ਹਦਵਾਣਿਆਂ ਦੇ। ਹਾਂਜੀ, ਉਹਨਾਂ ਦੇ ਬੀ ਜਿਹੜੇ ਹੁੰਦੇ ਆ, ਜਿਹੜੀਆਂ ਵਿੱਚੋਂ ਨਿਕਲਦੀਆਂ ਹਦਵਾਣੇ ਦਿਓ ਗਿਰੀਆਂ, ਉਹਨਾਂ ਨੂੰ ਹੀ ਛਿੱਲ ਲੈਂਦੇ ਆ। ਉਹ ਤੁਸੀਂ ਆਨਲਾਈਨ ਟਰਾਈ ਕਰ ਸਕਦੇ ਆ। ਆਨਲਾਈਨ ਦੱਸਿਆ ਸੀ ਕਿਸੇ ਨੇ, ਉਹ ਮਿਲ ਜਾਂਦੀਆਂ ਆ। ਅੱਗੇ ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖਾਂ ਬਾਰੇ ਕਾਲ ਆਈ ਸੀ, ਜਿਹੜੀ ਮੋਤੀਆ ਹੈਗਾ ਉਹਨਾਂ ਦੇ ਚਿੱਟਾ। ਹਾਂਜੀ। ਤੇ ਉਹ ਗੁਲਾਬ ਜਲ ਦੇ ਵਿੱਚ ਫਟਕੜੀ ਪਾ ਕੇ ਪਾ ਸਕਦੇ ਨੇ, ਉਹਦੇ ਨਾਲ ਕੁਝ ਫਾਇਦਾ ਹੋ ਸਕਦਾ। ਤੇ ਸਿਨਰੇਰੀਆ ਆਉਂਦਾ ਹੈ, ਸਿਨਰੇਰੀਆ ਲੱਗਣ ਵਾਲੀ ਦਵਾਈ ਹੁੰਦੀ ਆ, ਇਹ ਹੋਮਿਓਪੈਥੀ ਦੀ, ਜਰਮਨ ਦੀ ਆਉਂਦੀ ਆ, ਉਹ ਵੀ ਪਾ ਸਕਦੇ ਨੇ, ਫਾਇਦਾ ਹੋ ਸਕਦਾ। ਪਰ ਇਹ ਡਰਨਾ ਨਹੀਂ ਚਾਹੀਦਾ। ਇਹ 2 ਮਿੰਟ ਦੀ ਸਰਜਰੀ ਹੁੰਦੀ ਆ ਜੀ ਸਾਨੂੰ, ਅਸੀਂ ਇਹਨੂੰ ਲਮਕਾਉਣਾ ਨਹੀਂ, ਤੇ ਜੇ ਆਪਰੇਸ਼ਨ ਕਰਵਾ ਲੈਂਦੇ ਆ ਤਾਂ ਜਲਦੀ ਠੀਕ ਹੋ ਜਾਂਦਾ ਜੀ। ਡਰਨਾ ਨਹੀਂ ਚਾਹੀਦਾ ਸਾਨੂੰ, ਇਹ ਛੋਟਾ ਜਿਹਾ ਆਪਰੇਸ਼ਨ ਹੁੰਦਾ ਜੀ। ਜੀ ਯੂਰਿਕ ਐਸਿਡ ਸੀਗਾ, ਭੈਣਾਂ ਨੇ ਕਾਲ ਕੀਤੀ ਸੀਗੀ, ਉਹਦੇ ਲਈ ਆਪਾਂ ਸ਼ਹਿਦ ਨਹੀਂ ਪਾਉਣਾ ਜੀ ਵਿੱਚ। 20 ਚਮਚੇ ਲੈ ਲਏ, ਇੱਕ ਜੱਗ ਚ ਪਾ ਲਓ ਤੁਸੀਂ ਐਪਲ ਸਾਈਡਰ ਵਿਨੀਗਰ ਦੇ, ਤੇ ਉਹਦੇ ਚ 8 ਗਲਾਸ ਪਾਣੀ ਦੇ ਪਾਉਣੇ ਨੇ ਜੀ। ਠੀਕ ਹੈ। ਤੇ ਉਹ ਫਿਰ ਸਾਰੇ ਦਿਨ ਚ ਪੀਣਾ, ਆਪਾਂ ਇੱਕ ਵਾਰੀ ਨਹੀਂ ਪੀਣਾ, ਸਾਰੇ ਦਿਨ ਚ ਹੌਲੀ ਹੌਲੀ ਪੀਂਦੇ ਰਹੋ। 3-4 ਦਿਨ ਪੀ ਲਓ, ਬਿਲਕੁਲ ਠੀਕ ਹੋ ਜਾਊਗਾ ਜੀ। ਅਗਰ ਯੂਰਿਕ ਐਸਿਡ ਹੈਗਾ ਤਾਂ ਫਿਰ ਇਹਨੂੰ ਲਗਾਤਾਰ ਬਾਅਦ ਦੇ ਵਿੱਚ ਅਸੀਂ ਲੈਂਦੇ ਰਹੀਏ, ਤੇ ਫਿਰ ਅਸੀਂ ਸ਼ਹਿਦ ਐਡ ਕਰ ਸਕਦੇ ਹਾਂ। 2 ਚਮਚੇ ਐਪਲ ਸਾਈਡਰ ਪਹਿਲਾਂ ਨਹੀਂ ਪਾਉਣਾ, 1 ਚਮਚਾ ਸ਼ਹਿਦ। ਨਹੀਂ ਜੀ, ਜਦੋਂ ਸਾਨੂੰ ਯੂਰੀਆ ਹੋ ਗਿਆ ਫਿਰ ਨਹੀਂ ਅਸੀਂ ਪਾਉਣਾ ਜੀ। ਠੀਕ। ਹਾਂਜੀ, ਤੇ ਫਿਰ ਅਸੀਂ ਹਰ ਰੋਜ਼ ਲੈਂਦੇ ਰਹੀਏ। ਸਾਨੂੰ 45 ਸਾਲ ਦੀ ਉਮਰ ਤੋਂ ਬਾਅਦ ਇਹ ਲੈਣਾ ਵਧੀਆ ਰਹਿੰਦਾ ਜੀ। ਜਿਹੜੀਆਂ ਹਰ ਰੋਜ਼ ਦੇ ਅਸੀਂ ਬੈਕਟੀਰੀਆ ਵਾਇਰਸ ਸਾਡੇ ਅੰਦਰ ਜਾਂਦਾ ਸਾਹ ਲੈਣ ਨਾਲ ਜਾਂ ਖਾਣ ਨਾਲ, ਉਹ ਹਰ ਰੋਜ਼ ਹੀ ਮਾਰਿਆ ਜਾਂਦਾ। ਇਹ ਸਾਡੇ ਲਈ ਬਹੁਤ ਹੈਲਥੀ ਆ ਭੈਣ ਜੀ। ਜਿਵੇਂ ਅਸੀਂ ਇੰਡੀਆ ਨੂੰ ਜਾਂਦੇ ਹਾਂ ਭੈਣ ਜੀ, ਇੰਡੀਆ ਨੂੰ ਸਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਜਾਣਾ ਚਾਹੀਦਾ, ਉੱਥੇ ਹਰ ਰੋਜ਼ ਪੀਣਾ ਚਾਹੀਦਾ। ਜਿਹੜੀ ਪਾਣੀ ਦੀ ਬੋਤਲ ਲੈ ਲਈ ਅਸੀਂ, ਪਾਣੀ ਦੀ ਬੋਤਲ ਉੱਥੇ ਵੱਡੀ ਮਿਲ ਜਾਂਦੀ ਆ, ਉਹਦੇ ਚ 4-5 ਚਮਚੇ ਪਾ ਲਓ, ਤੇ ਉਹ ਜੇ ਅਸੀਂ ਬਾਹਰ ਵੀ ਜਾਣਾ ਤਾਂ ਬੋਤਲ ਨਾਲ ਲੈ ਲਓ, ਬਾਹਰਲਾ ਪਾਣੀ ਨਾ ਪੀਓ, ਤੇ ਉਹੀ ਤੁਸੀਂ ਪੀਂਦੇ ਰਹੋ, ਥੋੜਾ ਥੋੜਾ ਕਰਕੇ ਪੀਂਦੇ ਰਹੋ। ਭੈਣ ਜੀ, ਅਸੀਂ ਬਿਮਾਰ ਨਹੀਂ ਹੁੰਦੇ ਬਿਲਕੁਲ ਵੀ। ਆਮ ਅਸੀਂ ਜਾ ਕੇ ਬਿਮਾਰ ਹੋ ਜਾਂਦੇ ਕਿਉਂਕਿ ਸਾਡਾ ਇਮਿਊਨ ਸਿਸਟਮ ਇੱਥੋਂ ਦਾ ਹੋਇਆ ਹੁੰਦਾ, ਤੇ ਉੱਥੋਂ ਵਾਲਾ ਅਸੀਂ ਝੱਲਦੇ ਨੀ ਗੇ ਭੈਣ ਜੀ। ਤੇ ਮੌਰ ਜਾਂ ਧੌਣ ਜਿਹੜੀ ਦੁਖਦੀ ਹੈ ਭੈਣ ਜੀ, ਇਹ ਸਾਨੂੰ ਨਾ ਜ਼ਿਆਦਾਤਰ ਇਹਦੇ ਸਿੰਪਟਮ ਸਰਵਾਈਕਲ ਦੇ ਹੋ ਜਾਂਦੇ ਨੇ, ਕਿਉਂਕਿ ਆਪਣੇ ਬੰਦੇ ਭਾਰ ਚੱਕਦੇ ਨੇ ਜ਼ਿਆਦਾ, ਤੇ ਭਾਰ ਚੱਕ ਲੈਂਦੇ ਨੇ, ਹਿੰਮਤ ਨਾਲ ਕਰਦੇ ਨੇ ਜੋ ਵੀ ਕਰਨਾ। ਕਈ ਵਾਰੀ ਬੈਲੈਂਸ ਨਹੀਂ ਬਣਦਾ, ਕਈ ਵਾਰੀ ਬੀਬੀਆਂ ਭੱਜ ਕੇ ਜਾ ਕੇ ਜਵਾਕ ਨੂੰ ਚੱਕ ਲੈਂਦੀਆਂ ਨੇ, ਬੈਲੈਂਸ ਨਹੀਂ ਬਣਾਉਂਦੀਆਂ, ਉਹਨਾਂ ਦੇ ਨਾ ਸਰਵਾਈਕਲ ਦੀ ਪ੍ਰੋਬਲਮ ਆ ਜਾਂਦੀ ਆ। ਤੇ ਉਹ ਸਰਵਾਈਕਲ ਦੀ ਪ੍ਰੋਬਲਮ ਲਈ ਕਪਿੰਗ ਵੀ ਠੀਕ ਆ, ਬਾਕੀ ਥੈਰੇਪੀਆਂ ਵੀ ਠੀਕ ਨੇ, ਕਿਉਂਕਿ ਇਹਦੀ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਆ, ਇਹ ਮਣਕੇ ਦੱਬਦੇ ਨੇ ਆਪਣੇ ਮੋਰਾਂ ਦੇ ਵਿਚਾਲਿਓਂ। ਤੇ ਜਦੋਂ ਸਾਡੇ ਰੀੜ੍ਹ ਦਾ ਦਰਦ ਹੁੰਦਾ, ਉਹ ਸਾਡੇ ਲੋਅਰ ਬੈਕ ਦੇ ਵਿੱਚੋਂ ਮਣਕੇ ਦੱਬਦੇ ਨੇ। ਗੱਲ ਸੇਮ ਹੀ ਆ, ਉਹਨੂੰ ਕੋਈ ਸਰਵਾਈਕਲ ਕਹਿੰਦੇ ਆ, ਉੱਪਰੋਂ ਤੇ ਥੱਲੇ ਝਟਕਾ ਕਹਿ ਦਿੰਦੇ ਜਾਂ ਰੀੜ੍ਹ ਦਾ ਦਰਦ ਕਹਿ ਦਿੰਦੇ ਨੇ। ਤੇ ਕਦੇ ਵੀ ਕਿਸੇ ਨੂੰ ਪੇਟ ਦੀ ਪ੍ਰੋਬਲਮ ਹੋਵੇ, ਜਿਹੜੀ ਕਿ ਜ਼ਿਆਦਾ ਸੀਰੀਅਸ ਨਾ ਹੋਵੇ, ਪਾਚਨ ਸ਼ਕਤੀ ਦੇ ਨਾਲ ਹੋਵੇ, ਉਹਦੇ ਲਈ ਅਸੀਂ ਬੀ ਕੰਪਲੈਕਸ ਲੈਣਾ ਇੱਕ ਸਵੇਰੇ, ਤੇ ਉਹਦੇ ਨਾਲ ਵਿਟਾਮਿਨ ਏ ਲੈਣਾ 25,000 ਏ, ਤੇ ਇਹ 5 ਦਿਨ ਲੈ ਕੇ 2 ਦਿਨ ਲਈ ਬੰਦ ਕਰਨਾ ਹੈ ਜੀ। ਫਿਰ ਐਸਿਡੋਫਿਲਸ ਲੈਣਾ 8 ਬਿਲੀਅਨ, ਇਹ ਆਪਾਂ ਨੂੰ ਐਮਾਜ਼ਾਨ ਤੋਂ ਮਿਲ ਜਾਂਦਾ ਜੀ। ਤੇ ਮਲਟੀ ਵਿਟਾਮਿਨ ਜ਼ਰੂਰ ਲੈਣਾ। 35 ਜਦੋਂ ਅਸੀਂ ਹੋ ਜਾਂਦੇ ਹਾਂ, ਸਾਨੂੰ ਮਲਟੀ ਵਿਟਾਮਿਨ ਲੈਣਾ ਜ਼ਰੂਰੀ ਹੋ ਜਾਂਦਾ ਜੀ, ਕਿਉਂਕਿ ਸਾਡੀ ਬਾਡੀ ਇੰਨਾ ਨਹੀਂ ਬਣਾਉਂਦੀ ਹੈਗੀ ਬਾਅਦ ਦੇ ਵਿੱਚ ਕੋਈ ਵੀ ਵਿਟਾਮਿਨ। ਤੇ ਐਕਸਰਸਾਈਜ਼ ਜ਼ਰੂਰੀ ਆ, ਪਰ ਮਲਟੀ ਵਿਟਾਮਿਨ ਲੈਣਾ ਜ਼ਰੂਰੀ ਹੋ ਜਾਂਦਾ ਜੀ। ਆਫ ਐਂਡ ਔਨ ਲੈ ਲਓ ਜੇ ਅਸੀਂ ਬਾਹਲੇ ਹੈਲਥੀ ਆ, ਪਰ ਸਾਨੂੰ ਇਹ ਜ਼ਰੂਰੀ ਹੋ ਜਾਂਦਾ। ਪੇਟ ਦੀਆਂ ਪ੍ਰੋਬਲਮ ਲਈ ਆ ਵਿਟਾਮਿਨ ਭੈਣ ਜੀ ਬਹੁਤ ਵਧੀਆ ਨੇ, ਜੇ ਅਸੀਂ ਲੈਂਦੇ ਰਹੀਏ ਤਾਂ ਜੀ 2 ਵਾਰੀ ਲੈਣੇ ਨੇ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ, ਉਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਖੰਘ ਦਾ 2-3 ਨਾਂ ਨੇ ਪੁੱਛਿਆ ਹੈਗਾ। ਕਈ ਵਾਰੀ ਇਹ ਦੱਸਿਆ ਜਾਂਦਾ ਕਿ ਕਾਲੀ ਚਾਹ ਬਣਾ ਲਓ, ਉਹਦੇ ਵਿੱਚ ਤੁਸੀਂ ਘਿਓ ਪਾ ਲਓ, ਬਟਰ ਵਗੈਰਾ, ਤੇ ਉਹਨੂੰ ਕਾਲੀ ਨੂੰ ਹੀ ਪੀਣਾ ਆ, ਤੇ ਉਹਦੇ ਨਾਲ ਵੀ ਹਟਦੀ ਆ। ਤੇ ਅਜਵਾਇਣ ਦਾ ਪਾਣੀ ਵੀ ਦੱਸਿਆ ਗਿਆ, ਤੇ ਨਾਲ ਦੀ ਉਸ ਦੀ ਭਾਫ਼ ਲੈਣ ਲਈ ਵੀ ਦੱਸਿਆ ਸੀਗਾ ਕਿ ਤੁਸੀਂ ਉਸ ਦੀ ਭਾਫ਼ ਲਵੋ, ਉਹਦੇ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਆਰਾਮ ਆਇਆ ਆ। ਤਾਂ ਇੱਕ ਉਹ ਗੁੜ ਪਾ ਕੇ ਜਾਂ ਖੰਡ ਪਾ ਕੇ ਉਹ ਸੁੱਕਾ ਜਿਹਾ ਖਾਣ ਵਾਲਾ ਬਣਾਉਂਦੇ ਹੁੰਦੇ ਆ, ਬਹੁਤ ਵਧੀਆ। ਅਤੇ ਉਹ ਵੀ ਸਿਆਣੇ ਕਹਿੰਦੇ ਹੁੰਦੇ ਸੀਗੇ ਪਹਿਲਾਂ ਉਹ ਖਾਓ।
ਬਹੁਤ ਸਾਰੇ ਇਲਾਜ ਇਹਨਾਂ ਚੀਜ਼ਾਂ ਦੇ ਹੈਗੇ ਆ ਜਿਹੜੇ ਤੁਸੀਂ ਆਪ ਕਰ ਸਕਦੇ ਆ। ਤਾਂ ਹੁਣ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।